ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਟੋਰਾਂਟੋ ਸਮੇਂ ਦੇ ਮੁਤਾਬਿਕ 6 ਵੱਜ ਚੁੱਕੇ ਨੇ ਤੇ ਹਾਜ਼ਰਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਮੁੱਦਿਆਂ ਤੇ ਰੂਬਰੂ ਕਰਵਾਉਂਦੇ ਹਾਂ, ਆਪਣੇ ਵਿਚਾਰ ਦੱਸਦੇ ਹਾਂ ਤੇ ਤੁਹਾਡੇ ਵਿਚਾਰ ਵੀ ਅਸੀਂ ਸੁਣਦੇ ਹਾਂ। ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਗੱਲਾਂ ਬਾਤਾਂ ਵਿੱਚ ਅਸੀਂ ਤੁਹਾਡੇ ਵੀ ਵਿਚਾਰ ਜਾਣਾਂਗੇ। ਹੇਠ ਲਿਖੇ ਨੰਬਰ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰੋ ਤੇ ਆਪਣੇ ਵਿਚਾਰ ਵੱਖ-ਵੱਖ ਖਬਰਾਂ ਦੇ ਉੱਤੇ ਤੁਸੀਂ ਵੀ ਜ਼ਰੂਰ ਦਿਓ। ਪ੍ਰੋਗਰਾਮ ਵਿੱਚ ਜ਼ਰੂਰ ਸ਼ਮੂਲੀਅਤ ਆਪਣੀ ਦਰਜ ਕਰਵਾਓ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਸਹਿਯੋਗੀ ਮਰਗਿੰਦ ਨਾਚੀ ਮੇਰੇ ਨਾਲ ਜੁੜ ਚੁੱਕੇ ਨੇ। ਨਾਚੀ, ਬਹੁਤ-ਬਹੁਤ ਸਵਾਗਤ ਹੈ। ਸਲਾਮ, ਨਮਸਕਾਰ, ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਸਰ ਥੋੜਾ ਜਿਹਾ ਮੈਂ ਟਾਈਮ ਲੈ ਕੇ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅੱਜ ਅਸੀਂ ਕਿੰਨਾ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਜੀ ਬਿਲਕੁਲ, ਅੱਜ ਦੀਆਂ ਜਿਹੜੀਆਂ ਅਸੀਂ ਤਾਜ਼ਾ ਖਬਰਾਂ ਦੇ ਉੱਤੇ ਡਿਸਕਸ਼ਨ ਕਰਾਂਗੇ ਕਿ ਭਾਰਤ ਦੇ ਵਿੱਚ 에ਅਰ ਇੰਡੀਆ ਨੇ ਅਮਰੀਕਾ, ਬ੍ਰਿਟੇਨ ਤੇ ਸਿੰਗਾਪੁਰ ਲਈ ਵਿਸ਼ੇਸ਼ ਉਡਾਨਾਂ ਦੀ ਬੁਕਿੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਸਾਰੇ ਵੀਜ਼ਾ, ਕੁਝ ਕੈਟਾਗਰੀਜ਼ ਨੂੰ ਛੱਡ ਕੇ ਲਗਭਗ ਸਾਰੇ ਵੀਜ਼ਾ ਜਿਹੜੇ ਆ ਉਹ ਮੁਅੱਤਲ ਕਰ ਦਿੱਤੇ ਨੇ। OCI ਕਾਰਡ ਧਾਰਕ ਵੀ ਹੁਣ ਭਾਰਤ ਦੀ ਯਾਤਰਾ ਹਜੇ ਨਹੀਂ ਕਰ ਪਾਉਣਗੇ। ਇਸ ਤੋਂ ਇਲਾਵਾ ਬਰੈਂਪਟਨ ਦੀ ਗੱਲ ਕਰੀਏ ਤਾਂ ਲਿਮੋ ਟੈਕਸੀ ਇੰਡਸਟਰੀ ਦੇ ਵਿੱਚ ਹੁਣ ਤੱਕ ਜੋ ਖਬਰ ਆਈ ਹੈ ਕਿ 10 ਡਰਾਈਵਰਸ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਸ਼ਰਾਬ ਦੀ ਜਿਹੜੀ ਹੈ ਉਹ ਹੋਮ ਡਿਲੀਵਰੀ ਹੁਣ ਸ਼ੁਰੂ ਹੋਏਗੀ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਥਾਂ ਤੇ ਗਏ ਜਿੱਥੇ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ, ਜਿਸ ਨੂੰ ਲੈ ਕੇ ਉਹਨਾਂ ਦਾ ਕਾਫੀ ਜ਼ਿਆਦਾ ਕਿਰਕਰੀ ਵੇਖਣ ਨੂੰ ਮਿਲੀ ਹੈ। ਤੇ ਇੱਕ ਹੋਰ ਜਿਹੜਾ ਹੈ ਕਿ LCBOs ਹੁਣ ਓਨਟਾਰੀਓ ਦੇ ਵਿੱਚ LCBOs ਯਾਨੀ ਕਿ ਸ਼ਰਾਬ ਦੇ ਠੇਕੇ ਜਿਹੜੇ ਆ ਉਹ ਹੁਣ ਜ਼ਿਆਦਾ ਸਮੇਂ ਲਈ ਖੁੱਲਣਗੇ। ਓਨਟਾਰੀਓ ਦੇ ਵਿੱਚ ਹੀ ਕੁਝ ਹੋਰ ਰਿਟੇਲ ਸਟੋਰਸ ਜਿਹੜੇ ਆ ਓਪਨ ਹੋਣ ਜਾ ਰਹੇ ਨੇ। ਅਜਿਹੇ ਹੋਰ ਬਹੁਤ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਮੁੱਖ ਮੁੱਦਾ ਇਸ ਵਕਤ ਛਾਇਆ ਹੋਇਆ ਸੁਰਖੀਆਂ ਦੇ ਵਿੱਚ, ਚਾਹੇ ਉਹ ਭਾਰਤ ਹੋਵੇ ਚਾਹੇ ਉਹ ਇਸ ਵਕਤ ਕੈਨੇਡਾ ਹੋਵੇ, ਉਹ ਹੈ ਜੀ ਇਸ ਵਕਤ ਸ਼ਰਾਬ ਦੀ ਵਿਕਰੀ ਜਿਹੜੀ ਹੈ ਉਹ ਕਿਸੇ ਵੀ ਦੇਸ਼ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ। ਨੱਤ ਜੀ, ਜਦੋਂ ਇੱਥੇ ਓਨਟਾਰੀਓ ਦੀ ਗੱਲ ਕਰੀਏ, ਸ਼ਟਡਾਊਨ ਜਦੋਂ ਹੋਇਆ ਸੀ ਤਾਂ ਉਸ ਵੇਲੇ LCBO ਸਟੋਰਸ ਓਪਨ ਕੀਤੇ ਗਏ ਸੀ ਤੇ ਉਸ ਵੇਲੇ ਇਹ ਗੱਲ ਜ਼ਿਆਦਾ ਹਾਈਲਾਈਟ ਹੋਈ ਸੀ ਕਿ ਸਰਕਾਰ ਨੇ ਇਹਨਾਂ ਨੂੰ ਐਸੈਂਸ਼ੀਅਲ ਸਟੋਰਸ ਮੰਨਿਆ। ਕੀ ਕਹੋਗੇ ਇਹਦੇ ਬਾਰੇ? ਕਰਨ $2 ਬਿਲੀਅਨ ਤੋਂ ਉੱਪਰ ਇਨਕਮ ਹੈ ਓਨਟਾਰੀਓ ਦੀ ਸ਼ਰਾਬ ਦੇ ਨਾਲ। ਤੁਸੀਂ ਇਮੇਜਿਨ ਕਰੋ ਕਿੰਨੀ ਸ਼ਰਾਬ ਵਿਕਦੀ ਹੈ। ਔਰ ਕਈ ਜਿਹੜੀਆਂ ਖਾਸ ਕਰਕੇ ਵਾਈਨ ਸਪੈਸ਼ਲਟੀ ਵਾਈਨਸ ਨੇ ਉਹਦੇ ਤੇ 85% ਡਿਊਟੀ ਹੈ। ਸਿਰਫ 15% ਐਕਚੁਅਲ ਪ੍ਰਾਈਸ ਹੈ ਉਹਦੀ, ਬਾਕੀ 85% ਉਹਦੀ ਡਿਊਟੀ ਆ। ਔਰ ਬਾਕੀਆਂ ਜਿੰਨੀਆਂ ਵੀ ਲਿਕਰਸ ਨੇ, ਸਪਿਰਿਟਸ ਨੇ, ਸਭ ਦੇ ਉੱਤੇ ਬਹੁਤ ਜ਼ਿਆਦਾ ਸਭ ਤੋਂ ਵੱਡਾ ਇਨਕਮ ਦਾ ਸੋਰਸ ਮੇਰੇ ਖਿਆਲ ਸਰਕਾਰਾਂ ਦਾ ਸਾਰੀ ਦੁਨੀਆ ਦੇ ਵਿੱਚ ਸ਼ਰਾਬ ਹੀ ਹੋਏਗੀ ਜੀ। ਇਹੀ ਹਾਲਾਤ ਇੰਡੀਆ ਦੇ ਵਿੱਚ ਹੈ। ਜਿਵੇਂ ਇੰਡੀਆ ਦੇ ਵਿੱਚ ਲਾਈਨਾਂ ਕਿੰਨੀਆਂ ਲੱਗੀਆਂ ਹੋਈਆਂ ਸੀ ਔਰ ਕਈ ਕਾਰਟੂਨ ਬੜੇ ਆਏ ਨੇ, ਕਾਰਟੂਨਾਂ 'ਚ ਵੀ ਮਰਦ ਇਹ ਕਹਿ ਰਿਹਾ ਵੀ ਮੈਂ ਤਾਂ ਇਕਨੋਮੀ ਦੀ ਹੈਲਪ ਕਰਨ ਚੱਲਿਆ। ਸੋ ਇਹ ਬਹੁਤ ਵੱਡੀ ਗੱਲ ਹੈ ਜੀ। ਔਰ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਹੋ ਸਕਦਾ ਲੋਕਾਂ ਦਾ 45 ਦਿਨ 30 ਦਿਨ ਸਰ ਗਿਆ ਹੋਇਆ, ਪਰ ਸਰਕਾਰਾਂ ਦਾ ਨਹੀਂ ਸਰਿਆ। ਇਨਕਮ ਬਹੁਤ ਵੱਡੀ ਹੈ ਤੇ ਸਰਕਾਰਾਂ ਨੇ ਆਪਣੇ ਇਹ ਜਿਹੜੇ ਠੇਕੇ ਆ, ਲਿਕਰ ਸਟੋਰਸ ਨੇ, ਇਹ ਖੋਲ੍ਹਣੇ ਲੰਬੀ ਦੇਰ ਵਾਸਤੇ ਆਪਣੇ ontario 'ਚ। ਐਕਚੁਅਲ ਟਾਈਮ ਜਿੱਥੇ ਤੱਕ ਖੁੱਲ੍ਹਦੇ ਹੁੰਦੇ ਸੀ ਉਹ ਹੋ ਜਾਏਗਾ। ਤੇ ਇੰਡੀਆ ਦੇ ਵਿੱਚ ਤਾਂ ਤੁਸੀਂ ਆਪਾਂ ਦੇਖੋ ਲੋਕ ਵੀ ਹੀਰਾ ਕੱਟ ਕੇ ਗਏ ਨੇ ਔਰ ਲੋਕਾਂ ਨੇ ਹਜ਼ਾਰਾਂ ਦੀ ਸ਼ਰਾਬ ਇਕੱਠੀ ਕੀਤੀ ਆ। ਪਤਾ ਨਹੀਂ ਇਉਂ ਲੱਗਦਾ ਜਿਵੇਂ ਮੁੱਕ ਜਾਣੀ ਹੈ, ਇਹ ਮੁੱਕਦੀ ਨਹੀਂ ਹੈ, ਬਹੁਤ ਬਣਦੀ ਹੈ। ਇੰਡੀਆ 'ਚ ਤਾਂ ਸੌਰੀ ਟੂ ਸੇ ਦਿਸ ਥਿੰਗ ਡੁਪਲੀਕੇਟ ਬੜੀ ਮਿਲਦੀ ਹੈ। ਕਹਿੰਦੇ ਉੱਥੇ ਠੇਕੇ ਤੋਂ ਉਹ ਸ਼ਰਾਬ ਲੈਣੀ ਚਾਹੀਦੀ ਹੈ ਜਿਹੜੀ ਬੋਤਲ ਦੇ ਉੱਤੇ ਸਭ ਤੋਂ ਜ਼ਿਆਦਾ ਗਰਦਾ ਜੰਮਿਆ ਹੋਵੇ। ਇਟ ਮੀਨਸ ਉਹ ਵਿਕਦੀ ਘੱਟ ਹੈ। ਜਿਹੜੀ ਬਿਲਕੁਲ ਬਹੁਤ ਸਾਫ਼ ਸ਼ਰਾਬ ਦੀ ਬੋਤਲ ਹੈ, ਬਿਲਕੁਲ ਸਾਫ਼ ਸੁਥਰੀ ਹੈ, ਉਹਦੀ ਲਾਗਤ ਬਹੁਤ ਜ਼ਿਆਦਾ ਹੈ ਤੇ ਕਈ ਵਾਰੀ ਉਹਦੇ ਵਿੱਚ ਦੂਸਰੀਆਂ ਗਲਤ ਕਿਸਮ ਦੀ ਸ਼ਰਾਬ ਪਾ ਕੇ ਵੇਚੀ ਜਾਂਦੀ ਹੈ। ਇੰਡੀਆ ਦੇ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਸ਼ਰਾਬ ਦੀਆਂ ਬੋਟਲਸ ਨੇ, ਮਹਿੰਗੀ ਸ਼ਰਾਬ ਦੀਆਂ ਬੋਤਲਾਂ, ਉਹ ਵੀ ਮਹਿੰਗੀਆਂ ਵਿਕਦੀਆਂ ਨੇ ਕਿਉਂਕਿ ਉਹਨਾਂ 'ਚ ਮੁੜ ਕੇ ਫਿਰ ਭਰ ਕੇ ਕੁਛ ਨਾ ਕੁਛ ਫਿਰ ਵੇਚਿਆ ਜਾਂਦਾ। ਬਿਲਕੁਲ ਸਰ, ਜਿਵੇਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਸਰਕਾਰ ਜਿਹੜੀ ਆ ਬਹੁਤ ਤਰਲੋ ਮੱਛੀ ਹੋਈ ਪਈ ਸੀ ਕਿ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ। ਫਿਰ ਮਤਲਬ ਕਿ ਅਸੀਂ ਜਿੱਥੇ ਇੱਕ ਪਾਸੇ ਐਸੈਂਸ਼ੀਅਲ ਵਰਕਰਸ ਦਾ, ਸਾਡੇ ਡਰਾਈਵਰਸ ਦਾ ਧੰਨਵਾਦ ਕਰ ਰਹੇ ਹਾਂ ਕਿ ਇਸ ਵਕਤ ਉਹ ਲੋਕਾਂ ਨੂੰ ਬਚਾ ਰਹੇ ਨੇ, ਸਾਨੂੰ ਇਸ ਮਹਿਕਮੇ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਜਿਹੜਾ ਕਿ ਇਸ ਵਕਤ ਦੇਸ਼ ਦੀ GDP ਨੂੰ ਬਚਾਉਣ 'ਚ ਲੱਗਿਆ ਹੋਇਆ। ਆਪਾਂ ਕੁਛ ਦਿਨ ਪਹਿਲਾਂ ਇਸ ਮਾਮਲੇ ਤੇ ਗੱਲ ਕੀਤੀ ਸੀ ਕਿਤੇ ਮੈਨੂੰ ਆਪਣੇ ਸ਼ੋਅ ਤੋਂ ਬਾਅਦ ਫੋਨ ਆਇਆ ਸੀ ਮੇਰੇ ਮਿੱਤਰ ਦਾ ਹੀ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ, ਕਹਿੰਦੇ ਸ਼ਰਾਬੀ ਤੁਹਾਨੂੰ ਕੀ ਕਹਿੰਦੇ ਆ, ਜਿਹੜੀ ਤੁਹਾਡੇ ਟੈਕਸ ਅਸੀਂ ਪੇ ਕਰਦੇ ਹਾਂ, ਸਭ ਤੋਂ ਜ਼ਿਆਦਾ ਟੈਕਸ ਅਸੀਂ ਪੇ ਕਰਦੇ ਹਾਂ, ਸਭ ਤੋਂ ਜ਼ਿਆਦਾ ਇਨਕਮ ਅਸੀਂ ਦੇ ਰਹੇ ਹਾਂ। ਤੁਹਾਡਾ ਤਾਂ ਕਹਿੰਦਾ ਬਾਕੀ ਦੁਨੀਆ ਦਾ ਕੰਮ ਚੱਲਦਾ ਸ਼ਰਾਬੀਆਂ ਕਰਕੇ ਜਾਂ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਕਰਕੇ। ਕਹਿੰਦੇ ਇੰਨਾ ਜ਼ਿਆਦਾ ਤੁਹਾਨੂੰ ਪੈਸਾ ਇਕੱਠਾ ਹੁੰਦਾ, ਇੰਨਾ ਜ਼ਿਆਦਾ ਅਸੀਂ ਟੈਕਸ ਪੇ ਕਰਦੇ, ਤੁਹਾਨੂੰ ਤਕਲੀਫ ਕਿਉਂ ਹੁੰਦੀ ਹੈ ਇਸ ਗੱਲ ਦੀ? ਔਰ ਮੇਰੇ ਕੋਲ ਇਸ ਗੱਲ ਦਾ ਜਵਾਬ ਨਹੀਂ ਸੀਗਾ। ਮੇਰੇ ਖਿਆਲ ਸਰਕਾਰਾਂ ਜੋ ਕੁਛ ਕੈਪਟਨ ਅਮਰਿੰਦਰ ਸਾਹਿਬ ਨੇ ਕੁਛ ਦਿਨ ਪਹਿਲਾਂ ਵੀਡੀਓ ਉਹਨਾਂ ਦੀ ਵਾਇਰਲ ਹੋਈ ਸੀ ਜਿਹਦੇ ਉੱਤੇ ਮੈਂ ਸ਼ਬਦਾਵਲੀ ਵਰਤੀ ਸੀ
ਕਿ ਰੋ ਰਹੇ ਸੀਗੇ ਬਈ ਸਾਡੇ ਤਾਂ ਸ਼ਰਾਬ ਅਲਾਉ ਨਹੀਂ ਕੀਤੀ ਹੋਈ, ਸਾਡੇ ਤੇ ਇਨਕਮ ਇੰਨੀ ਘੱਟ ਗਈ ਆ। ਉਹਦਾ ਇਹ ਬੜਾ ਵੱਡਾ ਰੀਜ਼ਨ ਆ, ਮੰਨੋ ਜਾਂ ਨਾ ਮੰਨੋ, ਜਿਹੜੀਆਂ ਇਹ ਸ਼ਰਾਬ ਹੈਗੀ ਆ ਇਹ ਬਿਗ ਸੋਰਸ ਆਫ ਇਨਕਮ ਆਲ ਓਵਰ ਦ ਵਰਲਡ। ਸੋ ਸਰਕਾਰਾਂ ਇਸ ਨੂੰ ਮੇਰੇ ਖਿਆਲ ਬੰਦ ਕਰਨਾ ਅਫੋਰਡ ਨਹੀਂ ਕਰਦੀਆਂ। ਜਿਹੜੇ ਕੰਟਰੀਜ਼ ਦੇ ਵਿੱਚ ਸ਼ਰਾਬ ਇਲੀਗਲ ਹੈ, ਉੱਥੇ ਸਰਕਾਰੀ ਤੌਰ 'ਤੇ ਨਹੀਂ ਵਿਕਦੀ, ਉੱਥੇ ਕਿਸੇ ਨਾ ਕਿਸੇ ਹੋਰ ਢੰਗ ਦੇ ਨਾਲ ਸ਼ਰਾਬ ਮਿਲ ਜਾਂਦੀ ਹੈ, ਵਿਕ ਜਾਂਦੀ ਹੈ। ਪਰ ਉਹ ਸਰਕਾਰਾਂ ਇਸ ਗੱਲ ਨੂੰ ਸੋਚਣ ਲਈ ਬੜੀ ਮਜਬੂਰ ਹੋ ਜਾਂਦੀਆਂ ਨੇ। ਪਰ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ, ਕਿਉਂਕਿ ਧਾਰਮਿਕ ਗੱਲਾਂ ਕਰਕੇ ਉਹ ਇਸ ਚੀਜ਼ ਨੂੰ ਵੇਚ ਨਹੀਂ ਸਕਦੇ। ਜੇ ਚਾਹਣਗੇ ਅਸਲ ਤਾਂ ਉਹ ਵੀ ਬਹੁਤ ਅੰਦਰੋਂ ਇਹ ਸੋਚਦੇ ਹੋਣਗੇ ਕਿ ਕਿੰਨਾ ਵੱਡਾ ਰੈਵਨਿਊ ਹੈ ਜਿਹੜਾ ਅਸੀਂ ਹੁਣ ਤੱਕ ਇਹ ਦਰਵਾਜ਼ਾ ਆਪਦੇ ਕੰਟਰੀ ਵਾਸਤੇ ਖੋਲ੍ਹਿਆ। ਸਰ ਮੈਂ ਕੈਨੇਡਾ ਤੇ ਵੀ ਆਉਂਗੀ। ਹੁਣ ਜੇ ਆਪਾਂ ਭਾਰਤ ਦੀ ਗੱਲ ਕरें, ਥੋੜਾ ਜਿਹਾ ਹੁਣ ਭਾਰਤ ਦਾ ਵੀ ਕਿੱਸਾ ਥੋੜਾ ਜਿਹਾ ਇਲੈਬੋਰੇਟ ਕਰ ਲਈਏ ਤਾਂ ਭਾਰਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ ਸੀ ਕਿ ਨਾ ਖੋਲੇ ਜਾਣ ਸ਼ਰਾਬ ਦੇ ਠੇਕੇ, ਕਿਉਂਕਿ ਸ਼ਰਾਬ ਦੇ ਠੇਕੇ ਖੋਲਣ ਦੇ ਨਾਲ ਘਰ ਦੇ ਵਿੱਚ ਲੜਾਈਆਂ ਬਹੁਤ ਵੱਧ ਚੁੱਕੀਆਂ ਨੇ। ਕਿਉਂਕਿ ਇੱਕ ਮਾਮੂਲੀ ਜਿਹੀ ਗੱਲ ਹੈ ਕਿ ਜਿਹੜਾ ਸ਼ਰਾਬ ਦਾ ਸੇਵਨ ਕਰੇਗਾ ਉਹ ਰੂਲਸ ਐਂਡ ਰੈਗੂਲੇਸ਼ਨਸ ਜੋ ਨਿਯਮ ਇਸ ਵਕਤ ਬਣਾਏ ਗਏ ਨੇ ਸਭ ਕੁਝ ਉਹ ਭੁੱਲ ਜਾਊਗਾ। ਚਾਹੇ ਉਹ ਫਿਰ ਅਸੀਂ ਸੈਲਫ ਆਈਸੋਲੇਸ਼ਨ ਦੀ ਗੱਲ ਹੋਵੇ, ਚਾਹੇ ਸੋਸ਼ਲ ਡਿਸਟੈਂਸ ਦੀ ਗੱਲ ਹੋਵੇ, ਇਹ ਫਿਰ ਨਿਯਮ ਜਿਹੜਾ ਉਹ ਭੁੱਲ ਜਾਊਗਾ ਤਾਂ ਉਸ ਤੋਂ ਬਾਅਦ ਫਿਰ ਬਿਮਾਰੀ ਨੂੰ ਸੱਦਾ ਦੇਣੀ ਹੈ। ਤਰਨ ਜੇ ਤਾਂ ਕੋਈ ਕੰਟਰੋਲ 'ਚ ਪੀਂਦਾ, ਹੁਣ ਕੰਟਰੋਲ ਦੀ ਵੀ ਵੱਖਰੀ ਵੱਖਰੀ ਡੈਫੀਨੇਸ਼ਨ ਹੈ। ਆਮ ਲੋਕ ਇਹ ਕਹਿੰਦੇ ਵੀ ਮੈਂ ਤਾਂ ਕੰਟਰੋਲ 'ਚ ਪੀਂਦਾ, ਪਰ ਜਿਹੜੀ ਹਰ ਰੋਜ਼ ਪੀਣੀ ਆ, ਹਰ ਰੋਜ਼ ਦਾ ਜਿਹੜਾ ਆਦੀ ਆ, that person is very close to be an alcoholic। sorry my wording ਨੂੰ ਬਹੁਤ ਹੀ ਮਾੜੀ ਨਾ ਸਮਝਿਓ, ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ ਕਿ ਹਰ ਰੋਜ਼ ਦਾ ਸ਼ਰਾਬ ਦਾ ਸੇਵਨ ਕਰਨਾ ਤੇ ਤੁਹਾਡੀ ਬਾਡੀ ਮੰਗਣ ਲੱਗ ਜਾਂਦੀ ਆ। ਉਹ ਸਮੇਂ ਤੇ ਆ ਕੇ ਬੰਦਾ ਕਹਿੰਦਾ ਯਾਰ ਸ਼ਾਮ ਹੋ ਗਈ, ਹੁਣ ਹੋਰ ਕੁਝ ਕਰ ਲਓ, ਹੈਗਾ ਚੱਲ ਗਲਾਸ ਪਾ ਲਓ। ਉਹ ਹੋਰ ਬਹੁਤ ਵੀ ਕੰਮ ਕਰਨਾ, ਪਾਠ ਕਰ ਲਓ, ਸੈਰ ਕਰਿਓ, ਕੁਝ ਹੋਰ ਕਰ ਲਓ, ਆਪਦੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰੋ। ਔਰ ਮੋਸਟਲੀ ਪਰਿਵਾਰ ਦੇ ਵਿੱਚ ਇੱਕ ਹੋਈ ਸ਼ਰਾਬ ਪੀਂਦਾ, ਬਹੁਤਿਆਂ ਪਰਿਵਾਰਾਂ 'ਚ। ਕਈਆਂ ਦੇ ਵਿੱਚ ਔਰਤਾਂ ਵੀ ਹੈਗੀਆਂ ਨੇ, ਪਰ ਮੋਸਟਲੀ ਮਰਦ ਸ਼ਰਾਬ ਪੀਂਦਾ। ਔਰ ਜਿਹੜਾ ਬੰਦਾ ਸ਼ਰਾਬ ਪੀਂਦਾ ਉਹ ਦੂਸਰਿਆਂ ਦੇ ਲੈਵਲ ਤੇ ਨਹੀਂ ਰਹਿੰਦਾ। ਉਹਦੀ ਸੋਚਣੀ, ਉਹਦੀ ਐਟੀਕੇਟਸ, ਉਹਦਾ ਹਰਕਤਾਂ ਉਹਦੀਆਂ ਵੱਖਰੀਆਂ ਹੋ ਜਾਂਦੀਆਂ ਨੇ, ਜਿਹੜੇ ਕਿ ਦੂਜੇ ਨੂੰ ਭਾਉਂਦੀਆਂ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨੇ ਸ਼ਰਾਬ ਪੀਤੀ ਹੈ। ਸੈਕੰਡਲੀ ਸ਼ਰਾਬ ਮਹਿੰਗੀ ਬਹੁਤ ਹੈ। ਥਰਡਲੀ ਸ਼ਰਾਬ ਜ਼ਿਆਦਾ ਪੀਣੀ ਸਿਹਤ ਲਈ ਹਾਨੀਕਾਰਕ ਹੈ। ਕਿਸੇ ਵੇਲੇ ਪੰਜਾਬ ਦੇ ਵਿੱਚ ਬੋਤਲਾਂ ਤੇ ਲਿਖਿਆ ਹੁੰਦਾ ਸੀ ਤਰਨ ਜ਼ਿਆਦਾ ਪੀਣੀ ਸਿਹਤ ਲਈ ਹਾਨੀਕਾਰਕ ਹੈ, ਪਰ ਉਸ ਤੋਂ ਬਾਅਦ ਇਹ ਕਰਤਾ ਸੀ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ। ਸਰਕਾਰ ਨੇ ਵੀ ਲਿਖਿਆ, ਅਸੀਂ ਫੇਰ ਵੀ ਲੈ ਰਹੇ ਹਾਂ। ਕਿਤੇ ਕਿਤਾਈ ਤੁਸੀਂ ਇਹਦਾ ਸੇਵਨ ਕਰਦੇ ਹੋ, ਤੁਹਾਡਾ ਇੰਨਾ ਨੁਕਸਾਨ ਨਹੀਂ ਕਰਦੀ। ਪਰ ਜਿਹੜਾ ਹਰ ਰੋਜ਼ ਸੇਵਨ ਕਰਨਾ ਮਹਿੰਗੀ ਬਹੁਤ ਹੈ। ਇਹਦੀ ਅਫੋਰਡੇਬਿਲਟੀ ਬੰਦਾ ਪਤਾ ਨਹੀਂ ਕਿੱਥੋਂ ਕੱਢਦਾ, ਆਪਦਾ ਕਿਹੜੇ ਖੁੰਝ, ਖਾਸ ਕਰਕੇ ਜਦੋਂ ਜਿਹੜਾ ਬੰਦਾ ਨਿੱਤ ਕਮਾਈ ਕਰਦਾ, ਉਧਰੋਂ ਲਿਆਉਣੀ ਆ ਤੇ ਉਧਰੋਂ ਖਾਣਾ, ਤੇ ਉਹਦੇ ਵਿੱਚੋਂ ਵੀ ਉਹ ਇਸ ਨਸ਼ੇ ਵਾਸਤੇ ਪੈਸੇ ਕੱਢਦਾ। ਉਹ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਜਿਹੜੀ ਖੁਰਾਕ ਦੇਣੀ ਆ ਉਹਦੀ ਕੁਆਲਿਟੀ ਮਾੜੀ ਦੇ ਰਿਹਾ, ਤੇ ਆਪਦਾ ਢਿੱਡ ਭਰ ਰਿਹਾ ਸਿਰਫ ਆਪਦੇ ਨਸ਼ੇ ਨੂੰ ਪੂਰਾ ਕਰਨ ਵਾਸਤੇ, ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਰੁਝਾਨ ਹੈ। ਜਦੋਂ ਤਰਨ ਮੈਂ ਛੋਟਾ ਹੁੰਦਾ ਸੀ, ਸਾਡੇ ਵੇਲੇ ਬਹੁਤ ਘੱਟ ਲੋਕ ਸ਼ਰਾਬ ਪੀਂਦੇ ਹੁੰਦੇ ਸੀਗੇ। ਵਿਆਹਾਂ ਸ਼ਾਦੀਆਂ ਤੇ ਕਿਤੇ ਸ਼ਰਾਬ ਪੀਤੀ ਜਾਂਦੀ ਸੀ, ਇਉਂ ਨਹੀਂ ਸੀ। ਪਰ ਮੇਰੇ ਦੇਖਦੇ ਦੇਖਦੇ ਸ਼ਾਮ ਨੂੰ ਸ਼ਰਾਬ ਆਮ ਹੋਣ ਲੱਗ ਗਈ, ਲੋਕੀ ਪੀਣ ਲੱਗ ਗਏ। ਪਰ ਐਸਾ ਸਮਾਂ ਵੀ ਆ ਗਿਆ ਲੋਕੀ ਸਵੇਰੇ ਵੀ ਸ਼ਰਾਬ ਪੀਣ ਲੱਗ ਗਏ। ਹੁਣ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਹਾਲਤ ਹੈ ਕਿ ਜਦੋਂ ਵੀ ਕੋਈ ਵਿਆਹ ਸ਼ਾਦੀ ਹੈਗੀ ਆ, 10 ਜਾਂ 12 ਬੰਦੇ ਜਾਂਦੇ ਨੇ ਜੀ ਆਨੰਦ ਕਾਰਜ ਤੇ, ਜਿਹੜੀ ਕਿ ਸਭ ਤੋਂ ਜ਼ਰੂਰੀ ਰਸਮ ਹੈ, ਉੱਥੇ ਉਹ ਹੁੰਦੇ ਨੇ। ਪਰ ਉਹਨਾਂ ਦੇ ਆਉਂਦਿਆਂ ਨੂੰ ਬਾਕੀ ਦੇ ਮੈਜੋਰਟੀ ਰੰਗ 'ਚ ਹੁੰਦੇ ਨੇ। ਉਹ ਜਾਣੀ ਬਲੈਕ ਐਂਡ ਵਾਈਟ ਫਿਲਮ ਤੋਂ ਈਸਟਮੈਨ ਕਲਰ ਹੋਏ ਹੁੰਦੇ ਨੇ। ਇਮੈਜਿਨ ਕਰੋ ਜਿਨ੍ਹਾਂ ਨੇ 10-11 ਵਜੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ, ਉਹ ਰਾਤ ਤੱਕ ਪੀਏਗਾ, ਨੈਚੁਰਲੀ ਜ਼ਿਆਦਾ ਪੀਏਗਾ। ਜੇ ਸ਼ਾਮ ਨੂੰ ਪੀਂਦੇ ਹੋ ਤੁਸੀਂ, ਇੱਕ ਦੀ ਵਾਰੀ ਪਈ ਕਰਕੇ ਰੋਟੀ ਖਾ ਲੈਂਦੇ ਆ, ਤਾਂ ਹੀ ਉਹ ਲੋਕ ਦਾਰੂ ਕਹਿੰਦੇ ਆ। ਰੋਟੀ ਖਾ ਕੇ ਤੁਸੀਂ ਸੌਂ ਜਾਂਦੇ ਤਾਂ ਇਟਸ ਓਕੇ। ਬਟ ਜਿਹੜਾ ਤੁਸੀਂ ਇੰਨੀ ਦੇਰ ਲਗਾਤਾਰ ਸੇਵਨ ਕਰਨਾ, ਫਿਰ ਉਦੋਂ ਮਗਰੋਂ ਉੱਥੇ ਡਰਾਈਵਿੰਗ ਵੀ ਕਰਦੇ ਆ। ਸਰ ਇੱਕ ਤਾਂ ਉਹੀ ਹੈ ਕਿ ਅਜਿਹੇ ਸਮੇਂ 'ਚ ਸੇਵਨ ਕਰਨਾ ਇੱਕ ਵੱਖਰੀ ਗੱਲ ਹੋ ਗਈ, ਪਰ ਹੁਣ ਦੇ ਸਮੇਂ 'ਚ ਜਦੋਂ ਆਲਰੇਡੀ ਕੰਮਕਾਰ ਠੱਪ ਪਏ ਨੇ, ਕਿਸੇ ਦੇ ਘਰ 'ਚ ਪੈਸੇ ਹੈ, ਕਿਸੇ ਦੇ ਘਰ 'ਚ ਨਹੀਂ ਹੈ। ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਆਨਲਾਈਨ ਸ਼ਰਾਬ ਦੀ ਵਿਕਰੀ ਤਾਂ ਹੋਏਗੀ, ਬਲਕਿ ਨਾਲ ਦੀ ਨਾਲ ਹੋਮ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ 'ਚ ਅਜਿਹੇ ਹਾਲਾਤ ਨੇ, ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਪੰਜਾਬ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਗਰੋਸਰੀ ਸਟੋਰਸ ਦਾ ਨੰਬਰ ਦਿੱਤਾ ਗਿਆ ਸੀ ਕਿ ਜਿਹਦੇ ਵਿੱਚ ਤੁਸੀਂ ਬਸ ਫੋਨ ਕਰਨਾ, ਤੁਹਾਡੇ ਘਰੇ ਹੋਮ ਡਿਲੀਵਰੀ ਹੋ ਜਾਏਗੀ ਗਰੋਸਰੀ ਦੀ। ਤੁਸੀਂ ਕੀ ਚਾਹੀਦਾ ਤੁਹਾਨੂੰ, ਤੁਸੀਂ ਲਿਸਟ ਲਿਖਾ ਦੇਣੀ ਆ। ਪਰ ਕੋਈ ਵੀ ਗਰੋਸਰੀ ਸਟੋਰ ਵਾਲਾ ਜਿੱਥੇ ਕਾਲ ਕਰ ਰਹੇ ਆ ਉੱਥੇ ਫੋਨ ਹੀ ਨਹੀਂ ਚੱਕ ਰਹੇ। ਜਿੱਥੇ ਗਰੋਸਰੀ ਨਹੀਂ ਮਿਲਦੀ ਪਈ ਫੋਨ ਕਰਕੇ, ਤੇ ਉੱਥੇ ਹੁਣ ਸ਼ਰਾਬ ਜਿਹੜੀ ਆ ਉੱਥੇ ਆਨਲਾਈਨ ਵੀ ਵਿਕੇਗੀ, ਤੇ ਹੁਣ ਉੱਥੇ ਹੋਮ ਤੱਕ ਹੋਮ ਡਿਲੀਵਰੀ ਵੀ ਹੋਏਗੀ। ਅਜਿਹੇ 'ਚ ਜਿਹਦੇ ਘਰ 'ਚ 2-4 ਪੈਸੇ ਹੈਗੇ ਉਹ ਤਾਂ ਵੈਸੇ ਹੀ ਲੜ ਕੇ ਸ਼ਰਾਬ ਦੇ ਵਿੱਚ ਭੇਜ ਦੇਣਗੇ। ਕਰਨ ਹੁਣ ਗੱਲ ਇਉਂ ਹੈ, ਹੁਣ ਸਰਕਾਰੀ ਤੌਰ ਤੇ ਹੋ ਗਿਆ, ਡਿਲੀਵਰੀ ਅੱਗੇ ਵੀ ਹੁੰਦੀ ਸੀ, ਘਰੇ ਸ਼ਰਾਬ ਤੁਹਾਡੇ ਆ ਜਾਂਦੀ ਸੀਗੀ।
ਕੋਈ ਐਸੀ ਦਿੱਕਤ ਹੈ ਨਹੀਂ ਸੀ ਕਿ ਤੁਹਾਨੂੰ ਘਰੇ ਠੇਕੇਦਾਰ ਦੇ ਜਾਂਦੇ ਸੀ। ਇਹ ਹੁਣ ਸਰਕਾਰੀ ਤੌਰ ਤੇ ਹੋ ਗਈ ਹੈ। ਵੈਸੇ ਜਿਹੜੀ ਸ਼ਰਾਬ ਦੀ ਡਿਲੀਵਰੀ ਹੈ ਤਰਨ ਆਪਣੇ ਇੱਥੇ ਅੰਟਾਰੀਓ ਦੇ ਵਿੱਚ ਵੀ ਹੈਗੀ ਆ, ਬਹੁਤ ਦੇਰ ਦੀ ਆ। ਮੇਰੇ ਖਿਆਲ ਇੱਕ ਸਰਵਿਸ ਹੁੰਦੀ ਸੀ, ਆਮ ਨਾਟ ਐਡਵਰਟਾਈਜ਼ਿੰਗ, ਪਰ ਮੇਰੇ ਖਿਆਲ ਉਹਨਾਂ ਦਾ ਨਾਮ ਹੀ ਇਹ ਸੀਗਾ ਡਾਇਲ ਅ ਬੋਟਲ, ਸਮਥਿੰਗ ਲਾਈਕ ਦੈਟ। ਤੇ ਉਹ ਤੁਹਾਡੇ ਘਰੇ ਸ਼ਰਾਬ ਕੁਛ ਉਹਦੇ ਤੇ ਐਕਸਟਰਾ ਪੈਸੇ ਲੈਂਦੇ ਸੀਗੇ, ਘਰੇ ਤੁਹਾਡੇ ਸ਼ਰਾਬ ਦੀ ਬੋਤਲ ਡਿਲੀਵਰ ਕਰ ਜਾਂਦੇ ਸੀ। ਤੇ ਹੁਣ ਫੂਡ ਸਰਕਾਰ ਨੇ ਵੀ ਜਿਹੜੇ ਰੈਸਟੋਰੈਂਟ ਬੰਦ ਹੋਏ ਨੇ, ਜਿਹੜੇ ਟੇਕ ਆਊਟ ਹੈਗੇ ਆ, ਹੋਮ ਡਿਲੀਵਰੀ ਹੈਗੀ ਆ, ਉਹ ਹੋਮ ਡਿਲੀਵਰੀ ਦੇ ਨਾਲ ਵੀ ਪਹਿਲੇ ਤੋਂ ਨੇ ਫੂਡ ਸਰਕਾਰ ਨੇ ਇਹ ਅਲਾਉ ਕੀਤਾ ਸੀਗਾ ਕਿ ਜੇ ਉਹਨਾਂ ਨੂੰ ਲਿਕਰ ਚਾਹੀਦਾ ਤਾਂ ਨਾਲ ਲਿਕਰ ਆਰਡਰ ਕਰ ਸਕਦੇ ਆ, ਲਿਕਰ ਤੁਹਾਡੇ ਘਰੇ ਆ ਜਾਂਦੀ ਹੈ। ਤੇ ਅੱਜ ਜਿਹੜੇ ਗਵਰਨਮੈਂਟ ਨੇ ਹੋਰ ਅਲਾਉ ਕੀਤਾ ਕਿ ਜੇ ਕੋਈ ਘੱਟ ਭਾਅ ਤੇ ਵੇਚਣਾ ਚਾਹੁੰਦਾ ਉਹ ਵੇਚ ਸਕਦਾ। ਸੋ ਬਹੁਤੇ ਸਟੋਰਸ ਇਹ ਕਰ ਰਹੇ ਨੇ, ਰੈਸਟੋਰੈਂਟਸ ਇਹ ਕਰਦੇ ਨੇ ਕਿ $2 ਬੋਟਲ ਦੇ ਉੱਤੇ, ਮਿੱਕੀ ਦੇ ਉੱਤੇ, ਹੁਣ ਮੈਨੂੰ ਮਿੱਕੀ ਸਮਝ ਨਹੀਂ ਕਿ ਮਿੱਕੀ ਜਿਹੜਾ ਕੁਆਟਰ ਆ ਉਹਨੂੰ ਕਹਿੰਦੇ ਆ ਜਾਂ ਹਾਫ ਨੂੰ ਕਹਿੰਦੇ ਆ, ਉਹਦੇ ਉੱਤੇ ਤਕਰੀਬਨ $2 ਐਕਸਟਰਾ ਚਾਰਜ ਕਰਦੇ ਆ ਫॉर ਡਿਲੀਵਰੀ ਪਰਪਸਿਸ। ਤੇ ਜਾਣੀ ਦੀ ਇੱਥੇ ਵੀ ਆਪਣੇ ਹੋਮ ਡਿਲੀਵਰੀ ਹੈਗੀ, ਔਰ ਜਿਹੜੀ ਹੋਮ ਡਿਲੀਵਰੀ ਹੈ ਤੁਸੀਂ ਆਰਡਰ ਕਰਦੇ ਹੋ, ਯੂ ਆਰ ਆਰਡਰਿੰਗ ਆਨਲਾਈਨ, ਐਂਡ ਵੈਨ ਯੂ ਆਰ ਆਰਡਰਿੰਗ ਆਨਲਾਈਨ ਯੂ ਆਰ ਬਾਇੰਗ ਔਨ ਕ੍ਰੈਡਿਟ ਜੀ, ਵਿਚ ਇਜ਼ ਅਨਦਰ ਡਰਾਬੈਕ ਆ। ਜੇ ਤੁਹਾਡੇ ਜੇਬ 'ਚ ਪੈਸੇ ਹੈਗੇ, ਬੰਦਾ ਨਸ਼ਾ ਲੈ ਆਉਂਦਾ, ਠੀਕ ਹੈ। ਜਿਹੜਾ ਕ੍ਰੈਡਿਟ ਤੇ ਨਸ਼ਾ ਲੈਣਾ ਉਹ ਬਹੁਤ ਮੰਦਭਾਗਾ, ਕਿਉਂਕਿ ਉਹ ਫਿਰ ਉਹ ਮੋੜਨਾ ਕਈ ਵਾਰੀ ਮੁਸ਼ਕਲ ਹੋ ਜਾਂਦਾ। ਤੁਸੀਂ ਕ੍ਰੈਡਿਟ ਕਾਰਡ ਦੇ ਉੱਤੇ ਤਾਂ ਆਮ ਵਰਤੋਂ ਦੀਆਂ ਚੀਜ਼ਾਂ ਅਸੀਂ ਲੈਂਦੇ ਆ, ਉਹਦੇ ਬਿੱਲ ਦੇਣੇ ਔਖੇ ਹੋ ਜਾਂਦੇ ਆ, ਤੇ ਬੰਦਾ ਫਿਰ ਮਿਨੀਮਮ ਪੇਮੈਂਟ ਤੇ ਆ ਜਾਂਦਾ। ਜੇ ਨਸ਼ੇ ਦੇ ਵਿੱਚ ਜਾ ਵੜਿਆ, ਨਸ਼ਾ ਅਲਾਉ ਕਰ ਦਿੱਤਾ ਗਿਆ, ਇਹ ਬਹੁਤ ਮੰਦਭਾਗਾ। ਸਰ ਤੁਸੀਂ ਤਾਂ ਇਹ ਕੈਨੇਡਾ ਦੀ ਗੱਲ ਕੀਤੀ ਆ, ਉੱਥੇ ਇੰਡੀਆ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਟੈਕਸ ਵਧਾ ਦਿੱਤਾ ਗਿਆ ਤੇ ਲਗਭਗ 70% ਦੇ ਕਰੀਬ ਸ਼ਰਾਬ ਜਿਹੜੀ ਉਹ ਮਹਿੰਗੀ ਹੋ ਗਈ। ਇਹਦੇ ਬਾਵਜੂਦ ਲੋਕੀ ਸਵੇਰੇ 6 ਵਜੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਨੇ ਸ਼ਰਾਬ ਲੈਣ ਲਈ। ਉੱਥੇ ਸ਼ਰਾਬੀਆਂ ਨੇ ਆਪਣਾ ਕੁਝ ਗੁੱਸਾ ਵੀ ਕੱਢਿਆ ਵਾ ਪ੍ਰਸ਼ਾਸਨ ਦੇ ਉੱਤੇ। ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਉਹਨਾਂ ਦੀ ਗੱਲ ਸੁਣਾ ਦਿੰਦੀ ਹਾਂ ਕਿ ਉਹਨਾਂ ਨੇ ਕੀ ਕਿਹਾ ਸਵੇਰੇ 6 ਵਜੇ ਤੋਂ ਜਿਹੜੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਸ਼ਰਾਬ ਦੇ ਠੇਕੇ ਦੇ ਅੱਗੇ ਸ਼ਰਾਬ ਲੈਣ ਲਈ। ਉਸ ਤੋਂ ਬਾਅਦ ਬਾਕੀ ਦੀਆਂ ਅੱਗੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਪਹਿਲਾਂ ਸੁਣਾ ਦਈਏ ਜੀ ਕੀ ਕਹਿਣਾ ਹੈ ਉਹਨਾਂ ਦਾ। नंबर भी दिया हुआ हमें, एक मिनट बोल रही थी। सुबह 6 बजे से आके बैठे हैं, लगे हैं, और मेरे कुछ दोस्त सुबह 4 बजे भी आके लगे हैं। अब मसला यह है, नंबर दिया गया, वो भी पब्लिक का आदमी कर रहा है। रीजन मैं आपको बताता हूँ फेल होने का इस व्यवस्था को क्या है कि पुलिस की कोई भी वो नहीं हो रही है। 9 बजे का ठेका खुलने का टाइम है, 9 बजने में 5 मिनट में पुलिस यहाँ पर आई है। आप ये कह रहे हैं पब्लिक को व्यवस्थित कौन करेगा दिल्ली में? मुझे बताइए, पब्लिक को कौन व्यवस्थित करेगा? कौन उन्हें समझाएगा? कौन उन्हें बताएगा कि किस तरह से खड़ा होना है? क्या ये पुलिस की ड्यूटी नहीं है? क्या ये ठेके वालों की ड्यूटी नहीं है? आप दूसरे के ऊपर दोषारोपण कर रहे हैं। पब्लिक पागल हो रही है। पब्लिक को बताएगा कौन? पब्लिक को समझाएगा कौन? मुझे बताइए। आप लोगों ने खुद अपने आप नंबर दे रहे हैं। सुनिए, अपने आप, एक मिनट, पौने छह बजे हम लोगों ने मिलकर, सुनिए मेरी बात सुनिए दोस्तों, एक मिनट मुझे बोलने दीजिए। मैं 5:45 बजे से जो लोग आपस में एक नंबर लिख रहे हैं, इतने में जैसे ही ठेका खुलता है 9 बजे भीड़ का हजूम आता है और वो हजूम उन नंबरों को तोड़ देता है। तो कौन व्यवस्थित करेगा? किसकी ड्यूटी है ये? अगर यहाँ पर कल को कोई लड़ाई झगड़ा कत्लेआम हो जाए तो उसका जिम्मेदार कौन है? 70% टैक्स भी बढ़ा दिया सरकार ने। 70% टैक्स बढ़ने का किसी को कोई गम नहीं है। ये एक देश के लिए हमारी तरफ से एक डोनेशन है, एक दान है, और एक बहुत बड़ी इस समस्या के दौर पर हमारा साथ है। लेकिन व्यवस्था को सर मैं ये फिर पूछना चाहता हूं आपके चैनल के माध्यम से, आप दोषारोपित कर रहे हैं, लेकिन व्यवस्था को बनाएगा कौन? पूरी दिल्ली में, पूरे भारत में कौन बनाएगा? अभी मैं आपसे बात कर रहा हूं, लोग बीच में घुस रहे हैं, कौन देखेगा? कोई देखने वाला नहीं है सर, कोई देखने वाला नहीं है। ਸੋ ਤੁਸੀਂ ਦੇਖ ਸਕਦੇ ਹੋ ਜੀ ਸਵੇਰੇ 6 ਵਜੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਨੇ ਸ਼ਰਾਬ ਦੀਆਂ ਬੋਤਲਾਂ ਲੈਣ ਲਈ ਤੇ 9 ਵਜੇ ਜਿਹੜਾ ਆ ਠੇਕਾ ਖੁੱਲਣ ਦਾ ਟਾਈਮ ਹੈ। ਤੇ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼ਰਾਬ ਮਹਿੰਗੀ ਹੋ ਗਈ ਹੈ ਤੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇਹ ਸਾਡੇ ਵੱਲੋਂ ਦੇਸ਼ ਨੂੰ ਦਿੱਤਾ ਗਿਆ ਇੱਕ ਤਰ੍ਹਾਂ ਨਾਲ ਦਾਨ ਹੈ। ਕੀ ਕਹਿਣਾ ਚਾਹੋਗੇ ਸਰ? ਇੰਨੀ ਮਤਲਬ ਕਿ ਇੰਨੀ ਮਤਲਬ ਸ਼ਿੱਦਤ ਦੇ ਨਾਲ ਵਿਚਾਰੇ ਉੱਥੇ ਠੇਕਿਆਂ ਦੇ ਬਾਹਰ ਖੜੇ ਨੇ ਸਵੇਰੇ 6 ਵਜੇ ਤੋਂ 3-3 ਘੰਟੇ ਦੀ ਵੇਟ ਦੇ ਵਿੱਚ। ਦੇਖੋ, ਮੈਂ ਜਿਹੜਾ ਬੰਦਾ ਬੋਲ ਰਿਹਾ ਸੀਗਾ ਬੜੇ ਜੋਸ਼ ਨਾਲ ਬੋਲ ਰਿਹਾ ਸੀਗਾ, ਕਿਤੇ ਅਜਿਹਾ ਜੋਸ਼ ਜਿਹੜੀਆਂ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਦੇ ਉਲਟ ਉਹਨਾਂ ਦੇ ਬਾਰੇ ਬੋਲਿਆ ਜਾਵੇ, ਜੋ ਕੁਝ ਧੱਕਾਸ਼ਾਹੀ ਹੋ ਰਹੀ ਹੈ, ਜੋ ਗਲਤ ਗੱਲਾਂ ਹੋ ਰਹੀਆਂ, ਜੇ ਸਰਕਾਰਾਂ ਦੇ ਖਿਲਾਫ ਬੋਲਿਆ ਜਾਵੇ ਤਾਂ ਸਰਕਾਰਾਂ ਬਦਲੀਆਂ ਜਾ ਸਕਦੀਆਂ, ਪਰ ਸਾਡਾ ਸਭ ਤੋਂ ਕੇਂਦਰ ਬਿੰਦੂ ਸ਼ਰਾਬ ਬਣਾਈ ਹੋਈ ਹੈ। ਸਰਕਾਰਾਂ ਨੇ ਵੀ ਅਲਾਉ ਕੀਤਾ ਹੋਇਆ, ਔਰ ਇਸ ਗੱਲ ਦੇ ਉੱਤੇ ਇਨਸਾਨ ਮੁਜ਼ਾਹਰੇ ਕਰ ਰਿਹਾ। ਮੈਨੂੰ ਲੱਗਦਾ ਜੇ ਇਹਦੀ ਇਹੀ ਵੀਡੀਓ ਦਿਖਾਈ ਜਾਵੇ ਜਾਂ ਇਹਦੇ ਬਾਕੀ ਪਰਿਵਾਰ ਨੂੰ ਦਿਖਾਈ ਜਾਵੇ, ਜੇ ਇਹਦੇ ਬੱਚੇ ਹੋਣ, ਜੇ ਉਹਨਾਂ ਨੂੰ ਦਿਖਾਈ ਜਾਵੇ,
ਤਾਂ ਤੁਹਾਡਾ ਕੀ ਮਤਲਬ ਹੈ ਇਹਦੇ ਤੇ ਵਾਰੇ ਜਾਣਗੇ? ਆਈ ਡੋਂਟ ਥਿੰਕ ਸੋ। ਅਜਿਹੇ ਲੋਕਾਂ ਨੂੰ ਕੁਝ ਫਿਰ ਵੀ ਸਮਝ ਆਉਣੀ ਚਾਹੀਦੀ ਹੈ। 3 ਘੰਟੇ ਪਹਿਲਾਂ ਸ਼ਰਾਬ ਲੈਣ ਵਾਸਤੇ ਖੜਾ, ਉਹ 'ਚ ਬਹੁਤ ਐਸੇ ਲੋਕ ਹੋਣਗੇ ਜਿਨ੍ਹਾਂ ਦਾ ਬੱਚਾ ਕੋਈ ਬਿਮਾਰ ਹੋਗਾ, ਜਿਹਨੂੰ ਦਵਾਈ ਦੀ ਜ਼ਰੂਰਤ ਹੋਏਗੀ, ਉਹ ਲਾਈਨ ਵਿੱਚ ਇੱਥੇ ਖੜਾ ਉਹ ਜੇ 3 ਘੰਟੇ ਉਹਨੂੰ ਹਸਪੀਟਲ ਵੇਟ ਕਰਨਾ ਪੈ ਜਾਵੇ ਤਾਂ ਉਹ ਬੰਦਾ ਨਹੀਂ ਕਰੇਗਾ। ਇਸ ਚੀਜ਼ ਨੂੰ ਉਹਨੇ ਵੇਟ ਕਰ, ਇਹਦੇ ਵਾਸਤੇ 3 ਘੰਟੇ ਵੇਟ ਕਰ ਰਿਹਾ, ਔਰ ਫਿਰ ਚੱਕ ਕੇ ਲੈ ਕੇ ਜਾਣੀ ਆ। ਔਰ ਉਤੋਂ ਦੀ ਸਰ ਮਹਿੰਗੀ ਹੋਣ ਦੇ ਬਾਵਜੂਦ ਦਿੱਲੀ 'ਚ ਟੈਕਸ ਲੱਗ ਚੁੱਕਿਆ, 70% ਦੇ ਕਰੀਬ ਰੇਟ ਵੱਧ ਚੁੱਕੇ ਨੇ, ਉਹਦੇ ਬਾਵਜੂਦ ਇੰਨੀ ਵੱਡੀ ਸੰਖਿਆ 'ਚ ਲੋਕ ਪਹੁੰਚੇ ਨੇ। ਤਰਨ ਗੱਲ ਹੈ ਇਹ ਜਿੰਨੀ ਮਰਜ਼ੀ ਮਹਿੰਗੀ ਹੋ ਜਾਏ, ਕਿਉਂਕਿ ਇਸ ਤੋਂ ਮਹਿੰਗੇ ਨਸ਼ੇ ਹੋਰ ਬਹੁਤ ਜ਼ਿਆਦਾ ਜਿਹੜਾ ਜਿਹਨੂੰ ਚਿੱਟਾ ਕਹਿ ਕੇ ਵੇਚਦੇ ਆ, ਉਹ ਇਦੋਂ ਕਿਤੇ ਮਹਿੰਗਾ ਹੈਗਾ। ਤੁਹਾਡਾ ਕੀ ਮਤਲਬ ਹੈ ਲੋਕ ਉਹਨੂੰ ਵਰਤਣੋਂ ਹਟ ਕੇ? ਨੋ, ਕਈਆਂ ਦਾ ਸਰਦਾ ਵੀ ਨਹੀਂ ਹੈ, ਗੁਜ਼ਾਰਾ ਨਹੀਂ ਹੁੰਦਾ, ਪਰ ਉਹ ਕਿਤੋਂ ਨਾ ਕਿਤੋਂ ਪੈਸੇ ਲੈ ਕੇ ਆਉਂਦੇ ਆ ਉਹ ਨਸ਼ਾ ਕਰਨ ਵਾਸਤੇ। ਉਹਦੇ ਮੁਕਾਬਲੇ ਹਲੇ ਸ਼ਰਾਬ ਸਸਤੀ ਹੈ, ਤੇ ਉਹ ਲੋਕਾਂ ਦੀ ਦੇਖ ਲਓ ਵੀ ਚਾਹੇ 70% ਉੱਤੇ ਟੈਕਸ ਵੱਧ ਵੀ ਗਿਆ, ਤਾਂ ਵੀ ਲੋਕ ਜਿਹਨੇ ਪੀਣੀ ਹੈ ਜੀ, ਉਹ ਇਸ ਕਰਕੇ ਨਹੀਂ ਹਟੇਗਾ ਕਿ ਮਹਿੰਗੀ ਹੋ ਗਈ ਹੈ। ਉਹ ਕਹਿੰਦੇ ਨਾ ਹੋਈ ਮਹਿੰਗੀ ਬਹੁਤ ਹੀ ਸ਼ਰਾਬ, ਥੋੜੀ ਥੋੜੀ ਪੀਆ ਕਰੋ। ਉਹ ਥੋੜੀ ਥੋੜੀ ਤਾਂ ਅਲਾ ਕਹਿੰਦਾ, ਉਦੋਂ ਮੋਰੋਂ ਕਿਤੇ ਵੱਧ ਫੇਰ ਪੀਣ ਲੱਗ ਜਾਂਦਾ। ਇਹ ਛੱਡ ਪਤਾ ਕਿਵੇਂ ਹੁੰਦੀ ਆ? ਫਰੈਂਕਲੀ ਇਹ ਇਉਂ ਛੱਡ ਹੁੰਦੀ ਆ। ਮੈਂ ਆਈ ਯੂਜ਼ ਟੂ ਡਰਿੰਕ ਤਰਨ, ਇਹ ਛੱਡ ਇਉਂ ਹੁੰਦੀ ਆ, ਕਹਿਣਾ ਪੈਂਦਾ ਵੀ ਲੈ ਛੱਡੀ। ਜੇ ਤੁਸੀਂ ਇਹ ਕਹਿੰਦੇ ਵੀ ਮੈਂ ਅੱਜ ਪੀ ਲਈ, ਫਿਰ ਮੈਂ 4 ਦਿਨ ਠਹਿਰ ਕੇ ਪੀ ਲੂੰਗਾ, ਫਿਰ ਮੈਂ ਹਫ਼ਤਾ ਠਹਿਰ ਕੇ ਪੀ ਲੂੰਗਾ, ਇਹ ਕੰਮ ਨਾਲ ਛੱਡ ਨਹੀਂ ਹੁੰਦੀ ਭਾਈ। ਯੂ ਗਟ ਟੂ ਬੀ ਇੰਗਲਿਸ਼ ਵਰਡ ਆ ਕੋਲਡ ਟਰਕੀ। ਤੁਹਾਨੂੰ ਜਦੋਂ ਕਰਨਾ, ਜਿਵੇਂ ਸਿਗਰਟ ਵੀ ਐਵੇਂ ਆ, ਸਿਗਰਟ ਅਖੀਰਲੀ ਫੜੀ ਆ, ਹੱਥ 'ਚ ਫੜ ਕੇ ਤੋੜ ਕੇ ਸਿੱਟ ਦਿੱਤੀ ਆ, ਮੁੜ ਕੇ ਪੀਣੀ ਨਹੀਂ ਹੈ, ਤਾਂ ਛੱਡ ਹੁੰਦੀ ਆ। ਅਦਰਵਾਈਜ਼ ਜੇ ਤੁਸੀਂ ਕਹੋ ਵੀ ਮੈਂ ਥੋੜੀ ਘਟਾ ਕੇ ਹੌਲੀ ਹੌਲੀ ਛੱਡ ਦੂੰਗਾ, ਫੋਰਗੇਟ ਇਟ। ਤੁਸੀਂ ਉਹ ਨਹੀਂ ਛੱਡ ਸਕਦੇ। ਜਦੋਂ ਛੱਡੋਗੇ ਤਾਂ ਇਹ ਕਹਿ ਕੇ ਛੱਡੋਗੇ ਬਸ, ਜਾਂ ਡਾਕਟਰ ਛਡਾਏਗਾ। ਅਖੀਰ ਹਾਲਾਤ ਇਹ ਆ ਜਾਂਦੀ ਹੈ ਕਿ ਡਾਕਟਰ ਤੁਹਾਨੂੰ 2 ਚੋਇਸ ਆ ਜਾਂਦਾ, ਈਦਰ ਯੂ ਲਿਵ ਔਰ ਯੂ ਡਾਈ। ਜੀ ਬਿਲਕੁਲ, ਇੱਕ ਦਰਸ਼ਕ ਜੁੜ ਗਏ ਨੇ, ਪਹਿਲਾਂ ਆਪਾਂ ਉਹਨਾਂ ਦੇ ਇਸ ਰਾਏ ਲੈ ਲਈਏ। ਹੈਲੋ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਰ? ਬਹੁਤ ਬਹੁਤ ਸਵਾਗਤ ਹੈ ਰਾਜਵੀਰ ਜੀ ਪ੍ਰੋਗਰਾਮ 'ਚ। ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ, ਵਧੀਆ ਪ੍ਰੋਗਰਾਮ ਹੈ। ਇੱਕ ਮੈਂ ਹੋਰ ਨਿਊਜ਼ ਸੁਣ ਰਿਹਾ ਸੀ ਕਿ ਬੰਗਲੌਰ ਦੇ ਵਿੱਚ ਕਿਸੇ ਨੇ 50-52 ਹਜ਼ਾਰ ਦੀ ਦਾਰੂ ਪੀਤੀ ਜਾਂਦੀ। 50-52 ਦੀ ਦਾਰੂ ਪੀਤੀ ਹੈ ਜੀ। ਇਸ ਦੇ ਬਾਰੇ ਵਿੱਚ ਹਜੇ ਸਾਡੇ ਕੋਲ ਕੋਈ ਅਪਡੇਸ਼ਨ ਨਹੀਂ ਆਈ, ਤੇ ਜ਼ਰੂਰ ਇਸ ਦੇ ਬਾਰੇ ਗੱਲਬਾਤ ਕਰਾਂਗੇ। ਹੁਣ ਜਿਹੜੇ ਕੈਨੇਡਾ ਗਵਰਨਮੈਂਟ ਦੇਖ ਰਿਹਾ 2000 ਚ, ਹੁਣ ਇਹਦੇ ਤੋਂ ਕੀ ਪਤਾ ਕੌਣ ਕਿੰਨੀ ਖਰੀਦ ਰਿਹਾ। 2000 ਦੀ ਖਰੀਦੀ ਲੋਕਾਂ ਨੇ, ਹੁਣ 40 ਦਿਨ ਲੰਘ ਚੁੱਕੇ, ਹੁਣ ਖਤਮ ਹੋ ਗਿਆ, ਹੁਣ ਦੁਬਾਰੇ ਲੈਣ ਵਾਲੇ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਰਾਜਵੀਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਜਿਹੜੇ ਉਹ ਰੱਖਿਆ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਤੇ ਪ੍ਰੋਗਰਾਮ ਨਾਲ ਬਣੇ ਰਿਹਾ ਕਰੋ। ਜੀ ਸਰ, ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਇਹ ਦੱਸ ਰਹੇ ਨੇ ਕਿ ਬੈਂਗਲੌਰ ਦੇ ਵਿੱਚ ਕੋਈ ਪਰਸਨ 50,000 ਤੱਕ ਦੀ ਦਾਰੂ ਪੀ ਗਿਆ। ਉੱਥੇ ਮੈਂ ਥੋੜੀ ਜੀ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਜ਼ਰੂਰ ਕਰਨਾ ਚਾਹੂੰਗੀ। ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਵੱਲੋਂ ਇਸ ਦੇ ਬਾਰੇ ਵਿੱਚ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਸੀ ਕਿ ਸ਼ਰਾਬ ਦੀ ਜਿਹੜੀ ਆ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ, ਤੇ ਨਾਲ ਦੀ ਨਾਲ ਹੁਣ ਘਰਾਂ ਦੇ ਵਿੱਚ ਹੋਮ ਡਿਲੀਵਰੀ ਵੀ ਜਿਹੜੀ ਆ ਉਹ ਕੀਤੀ ਜਾਏਗੀ। ਉਹਨਾਂ ਦੇ ਵਿੱਚੋਂ ਕਿਤੇ ਸ਼ਾਇਦ ਉਹ ਪ੍ਰੈਸ ਰਿਲੀਜ਼ ਦੇ ਵਿੱਚ ਬਾਈ ਮਿਸਟੇਕ ਸੀ, ਉਹਨਾਂ ਨੇ ਇਹ ਕਹਿ ਕੇ ਉਹ ਪ੍ਰੈਸ ਰਿਲੀਜ਼ ਵਾਪਸ ਲਿਆ ਸੀ, ਕਿਉਂਕਿ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਹੁਣ ਇਸ ਦੀ ਅਨਾਉਂਸਮੈਂਟ ਜਿਹੜੀ ਆ ਧਾਰਮਿਕ ਸਥਾਨਾਂ ਤੇ ਵੀ ਹੋਏਗੀ ਕਿ ਸ਼ਰਾਬ ਦੇ ਠੇਕੇ ਜਿਹੜੇ ਖੁੱਲਣ ਜਾ ਰਹੇ ਨੇ ਤੇ ਹੋਮ ਡਿਲੀਵਰੀ ਹੋਏਗੀ। ਜਦੋਂ ਲੋਕਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਪ੍ਰੈਸ ਰਿਲੀਜ਼ ਇਹ ਕਹਿ ਕੇ ਵਾਪਸ ਲੈ ਲਿਆ ਕਿ ਇੱਕ ਦਫ਼ਤਰੀ ਗਲਤੀ ਹੋ ਗਈ ਸੀ। ਸੋ ਤੁਸੀਂ ਸੋਚ ਸਕਦੇ ਹੋ ਕਿ ਜਿੱਥੇ ਡੀਸੀ ਵੱਲੋਂ ਜਿਹੜੇ ਆ ਅਜਿਹੇ ਆਰਡਰਸ ਦਿੱਤੇ ਜਾ ਰਹੇ ਨੇ, ਬਾਅਦ ਚੋਂ ਗਲਤੀਆਂ ਉੱਤੇ ਪਰਦਾ ਪਾਇਆ ਜਾ ਰਿਹਾ, ਤਾਂ ਸ਼ਰਾਬ ਕਿੰਨੀ ਕੁ ਜ਼ਿਆਦਾ ਐਸੈਂਸ਼ੀਅਲ ਹੋਏਗੀ ਉੱਥੇ। ਤਰਨ, ਆਪਣੇ ਕਈ ਸ਼ਹਿਰ ਨੇ ਇੰਡੀਆ ਦੇ ਵਿੱਚ ਜਿਹੜੇ ਕਿ ਧਾਰਮਿਕ ਸ਼ਹਿਰ ਐਲਾਨੇ ਗਏ, ਉਹਨਾਂ ਦੀ ਹੱਦ ਦੇ ਅੰਦਰ, ਸਿਟੀ ਲਿਮਿਟਸ ਦੇ ਅੰਦਰ ਸ਼ਰਾਬ ਨਹੀਂ ਵਿਕਦੀ। ਸ਼ਰਾਬ ਬਾਹਰ ਵਿਕਦੀ ਹੈ, ਪਰ ਬਾਹਰੋਂ ਬੰਦਾ ਲਈ ਆਉਂਦਾ। ਇੱਕ ਵਾਰੀ ਐਸਾ ਸਮਾਂ ਆਇਆ ਸੀਗਾ, ਹਰਿਆਣੇ 'ਚ ਸ਼ਰਾਬ ਬੰਦ ਹੋ ਗਈ ਸੀ ਤਰਨ, ਤੇ ਪੰਜਾਬ ਦੇ ਵਿੱਚ ਅਲਾਉਡ ਸੀ, ਤੇ ਲੋਕੀ ਉਧਰੋਂ ਆਉਂਦੇ ਸੀ, ਇੱਧਰ ਪੀ ਕੇ ਉਧਰ ਤੁਰੇ ਜਾਂਦੇ ਸੀਗੇ, ਬਾਰਡਰ ਕ੍ਰਾਸ ਕਰਕੇ। ਜਿਹਨੇ ਇਹ ਕੰਮ ਕਰਨਾ ਉਹ ਕੋਈ ਨਾ ਕੋਈ ਢੰਗ ਜ਼ਰੂਰ ਲੱਭੇਗਾ, ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭੇਗਾ। ਹੁਣ ਸ਼ਰਾਬ ਵਾਲਾ ਜੀ ਇੱਕ ਹੋਰ ਵੱਡੀ ਗੱਲ ਹੈ, ਹਰ ਕਿਸਮ ਦਾ ਬਹਾਨਾ। ਅੱਜ ਮੈਂ ਖੁਸ਼ ਹਾਂ, ਪੀ ਲਾ। ਅੱਜ ਮੈਂ ਦੁਖੀ ਹਾਂ, ਪੀ ਲਾ। ਮੈਨੂੰ ਨੀਂਦ ਨਹੀਂ ਆਉਂਦੀ, ਪੀ ਲਾ। ਮੈਂ ਬਹੁਤਾ ਰੱਜ ਗਿਆ, ਪੀ ਲਾ। ਮੈਨੂੰ ਭੁੱਖ ਲੱਗੀ ਆ, ਮੈਂ ਖਾਣ ਨੂੰ ਜੀ ਨਹੀਂ ਕਰਦਾ, ਪੀ ਲਾ। ਹਰ ਚੀਜ਼ ਕਮਸ ਟੂ ਡਰਿੰਕ। ਅੱਛਾ, ਕੋਈ ਵੀ ਖੁਸ਼ੀ ਦੀ ਗੱਲ ਹੈ, ਕਿਤੇ ਵੀ ਆਪਾਂ ਕੋਈ ਸੈਲੀਬ੍ਰੇਟ ਕਰਨੀ ਆ, ਅਸੀਂ ਡਰਿੰਕ ਹੋਣੀ। ਸੇਮ ਇਨ ਆਪਣੀ ਸੁਸਾਇਟੀ ਜਿਹੜੀ ਇੱਥੇ ਰਹਿ ਰਹੇ ਹਾਂ, ਸ਼ਾਮ ਨੂੰ ਮੇਨ ਸਟ੍ਰੀਮ ਟੀਵੀ ਚੈਨਲ ਦੇ ਉੱਤੇ ਜਦੋਂ ਵੀ ਕੋਈ ਸਪੋਰਟਸ ਇਵੈਂਟ ਚੱਲਦਾ, ਉਹਦੇ ਵਿਚਾਲੇ ਜਿਹੜੀ ਬ੍ਰੇਕ ਹੁੰਦੀ ਆ, ਉਹਦੇ ਵਿੱਚ ਕਿਸੇ ਨਾ ਕਿਸੇ ਕਿਸਮ ਲਿਕੁਇਡ ਦੀ ਜ਼ਰੂਰ ਐਡ ਆਏਗੀ, ਔਰ ਉਹਦੇ ਵਿੱਚ
ਐਡ ਦੇ ਵਿੱਚ ਜਿਹੜੇ ਵੀ ਬੰਦੇ ਦਿਖਾਏ ਹੁੰਦੇ ਆ ਉਹ ਬੜੇ ਖੁਸ਼ ਦਿਖਾਏ ਜਾ ਰਹੇ ਬਿਲਕੁਲ ਜਾਂ ਜੀ। ਪੂਰਾ ਇੰਜੋਏ ਕਰ ਰਹੇ ਆ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਿੱਥੋਂ ਬੋਲ ਰਹੇ ਹੋ ਸਰ? ਇਹ ਬ੍ਰੈਂਪਟਨ ਤੋਂ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਆਇਆ ਜੀ, ਜਿਹੜੀ ਇਹਨਾਂ ਨੇ ਗੱਲ ਕਹੀ ਆ ਨੱਟ ਸਾਹਿਬ ਜੀ ਨੇ ਦਾਰੂ ਬਾਰੇ, ਹੂੰ ਜਦੋਂ ਜੇ ਤਾਂ 2 ਪੈਗ ਇਹਦਾ ਦਾਰੂ ਨੌ ਤਾਂ ਰੱਖਿਆ ਸੀ, ਜੇ 2 ਪੈਗ ਲਾਈਏ ਤਾਂ ਬੰਦਾ ਕੰਮ ਵਾਲਾ ਹੋਵੇ, ਰੋਟੀ ਖਾ ਕੇ ਵਧੀਆ ਸੌ ਜਾਂਦਾ, ਨੀਂਦ ਆ ਜਾਂਦੀ ਆ, ਅਗਲੇ ਦਿਨ ਕੰਮ ਨੂੰ ਤਿਆਰ। ਜੀ। ਇਹਦਾ ਮੇਨ ਰੀਜ਼ਨ ਆ ਜੀ, ਜੇ ਆਪਾਂ ਇਹਨੂੰ ਇੱਕ ਲੱਤ ਛੱਡਦੇ ਆ, ਇਹਦੇ ਸਿੰਪਟਮਸ ਹੁੰਦੇ ਆ ਵਿਡਰਾਵਲ। ਜੇ ਆਪਾਂ ਲੌਂਗ ਟਰਮ ਯੂਜ਼ ਕਰਦੇ ਆ। ਮੈਂ 3.5 ਸਾਲ ਪਹਿਲਾਂ ਪੀਂਦਾ ਸੀਗਾ, ਪਰ ਮੇਰਾ ਨਵਾਂ ਹੀ ਵਿਆਹ ਸੀ, ਮੇਰੀ ਵਾਈਫ ਨੇ ਕਿਹਾ ਤੁਸੀਂ ਇਹ ਰੱਖਣੀ ਆ ਜਾਂ ਮੈਨੂੰ, ਮੈਂ ਆਪਣੀ ਵਾਈਫ ਨੂੰ ਚੁਣਿਆ ਤੇ ਮੈਂ ਦਾਰੂ ਨਹੀਂ ਪੀਤੀ ਮੁੜ ਕੇ। ਤੇ ਦਾਰੂ ਮਾੜੀ ਚੀਜ਼ ਆ, ਇਹ ਘਰਾਂ ਨੂੰ ਬਰਬਾਦ ਕਰ ਦਿੰਦੀ। ਜੀ ਬਿਲਕੁਲ, ਪਰ ਉੱਥੇ ਹੁਣ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ, ਉੱਥੇ ਤਾਂ ਹੋਮ ਡਿਲੀਵਰੀ ਸ਼ੁਰੂ ਹੋਣ ਲੱਗੀ ਹੈ ਹੁਣ ਉੱਥੇ ਦਾਰੂ ਦੀ। ਕੀ ਕਹਿਣਾ ਚਾਹੋਗੇ ਇਹਦੇ 'ਚ? ਸਰਕਾਰ ਜੋ ਇਹ ਕਦਮ ਚੁੱਕ ਰਹੀ ਹੈ ਕਿ ਜੀਡੀਪੀ ਨੂੰ ਉੱਤੇ ਲਿਜਾਇਆ ਜਾਵੇ ਦਾਰੂ ਦੇ ਸਹਾਰੇ। ਉੱਥੇ ਬਾਰੇ ਜੀ ਮੇਰਾ ਕੋਈ ਕਮੈਂਟ ਨਹੀਂ ਹੈ ਪੰਜਾਬ ਬਾਰੇ। ਸਰ ਇੱਥੋਂ ਬਾਰੇ ਕਮੈਂਟ ਕਰ ਦਿਓ। ਇੱਥੇ ਵੀ ਐਲਸੀਬੀ ਉਸ ਨੂੰ ਐਸੈਂਸ਼ੀਅਲ ਸਟੋਰ ਮੰਨਿਆ ਗਿਆ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਮੇਰਾ ਖੁਦ ਦਾ ਲੀਵਰ ਫੇਲ ਹੋ ਗਿਆ ਸੀ 5 ਸਾਲ ਪਹਿਲਾਂ, ਕਿਉਂਕਿ ਲੀਵਰ ਫੇਲੀਅਰ ਦਾ। ਤੇ ਮੈਂ ਜ਼ਿੰਦਗੀ 'ਚ ਕਦੇ ਦਾਰੂ ਨਹੀਂ ਪੀਤੀ ਸੀ ਜੀ। ਤੇ ਮੈਂ ਬਹੁਤ ਡਿਟੇਲ ਹਿਸਟਰੀ ਕੀਤੀ ਕਿ ਬਈ ਦਾਰੂ ਦਾ ਚੱਕਰ ਕੀ, ਇਹ ਡੋਪਾਮਾਈਨ ਬ੍ਰੇਨ 'ਚ ਜਾਂਦੀ ਹੈ, ਤੁਹਾਡੇ ਡੋਪਾਮਾਈਨ ਨੂੰ ਬਸ ਵਧਾ ਦਿੰਦੀ। ਜੇ ਆਪਾਂ ਇਹਨੂੰ ਥੋੜੀ ਦੇਰ ਹੌਲੀ ਹੌਲੀ ਛੱਡ ਦਿੰਦੇ ਆ, ਹੌਲੀ ਹੌਲੀ ਕਰਕੇ ਇੱਕ ਲੱਤ ਨਾ ਛੱਡੀਏ, ਤਾਂ ਬੰਦਾ ਇਹ ਤੋਂ ਆਰਾਮ ਨਾਲ ਹਟ ਸਕਦਾ, ਪਰ ਇਹ ਘਰ ਬਰਬਾਦ ਕਰ ਦਿੰਦੀ ਹੈ। ਇੱਥੇ ਜਾਓ ਹੀ ਨਾ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣੇ ਵਿਚਾਰ ਹਮੇਸ਼ਾ ਰੱਖਦੇ ਹੋ, ਪ੍ਰੋਗਰਾਮ 'ਚ ਕਾਲ ਕਰਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਜੀ। ਜੀ ਨਾ ਜੀ, ਇਹਨਾਂ ਨੇ ਕਿਹਾ ਕਿ ਇੱਕੋ ਦਮ ਨਹੀਂ ਛੱਡੀ ਜਾਂਦੀ, ਪਰ ਜਿਵੇਂ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਤਾਂ ਕਮੈਂਟ ਨਹੀਂ ਕਰਨਗੇ, ਪਰ ਜੇ ਇੱਥੋਂ ਦੀ ਗੱਲ ਕਰੀਏ ਤਾਂ 2000 ਬੈਨੀਫਿਟ ਜਿਹੜੇ ਸਰਕਾਰ ਨੇ ਦਿੱਤੇ ਆ, $2000 ਇੱਕ ਮਹੀਨੇ ਦਾ। ਇਹਦੇ ਵਿੱਚ ਵੀ ਅਸੀਂ ਦੇਖਿਆ ਕਿ LCBO ਦੇ ਬਾਹਰ ਲੰਬੀਆਂ ਲਾਈਨਾਂ ਅਜੇ ਵੀ ਲੱਗੀਆਂ ਹੋਈਆਂ ਸੀ, ਜਿਸ ਤੋਂ ਬਾਅਦ ਹੁਣ ਸਰਕਾਰ ਨੇ ਵੀ ਇਹਦੀ ਟਾਈਮਿੰਗਸ ਜਿਹੜੀ ਆ ਵਧਾ ਦਿੱਤੀ ਹੈ। ਤੇ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਕਈ ਲੋਕੀ ਤਾਂ ਇੰਨੀ ਜ਼ਿਆਦਾ ਮਤਲਬ ਦਾਰੂ ਦੀ ਜਿਹੜੀ ਆ ਉਹ ਮਤਲਬ ਖਰੀਦ ਕਰ ਰਹੇ ਸੀਗੇ ਕਿ ਇੱਦਾਂ ਲੱਗ ਰਿਹਾ ਸੀ ਕਿ $2000 ਜਿਹੜਾ ਆ ਉਹਨਾਂ ਨੇ ਚੁੱਕ ਕੇ ਸਿਰਫ ਦਾਰੂ ਦੀ ਜਿਹੜੀ ਆ ਖਰੀਦ ਦੇ ਉੱਤੇ ਹੀ ਲਗਾ ਦਿੱਤਾ। ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਵੀ ਇੱਕ ਲਿਮਿਟ ਹੋਣੀ ਚਾਹੀਦੀ ਹੈ ਕਿ ਕੋਈ ਅਜਿਹਾ ਮਾਰਕ ਹੋਣਾ ਚਾਹੀਦਾ, ਜਾਂ ਫਿਰ ਉਹਨਾਂ ਦੇ ਕਾਰਡ ਦੇ ਉੱਤੇ ਕੁਝ ਐਵੇਂ ਦੀ ਕੋਈ ਚੀਜ਼ ਵਾਰਨਿੰਗ ਵਗੈਰਾ ਲਿਖ ਦਿੱਤੀ ਜਾਣੀ ਚਾਹੀਦੀ ਹੈ ਕਿ ਜੇਕਰ ਇੰਨੇ ਤੋਂ ਵੱਧ ਦੀ ਤੁਸੀਂ ਦਾਰੂ ਜਿਹੜੀ ਆ ਸ਼ਰਾਬ ਖਰੀਦਦੇ ਹੋ ਤਾਂ ਤੁਹਾਨੂੰ ਬੈਨੀਫਿਟ ਤੋਂ ਵਾਂਝੇ ਕੀਤਾ ਜਾਊਗਾ, ਬੈਨੀਫਿਟ ਨਹੀਂ ਦਿੱਤਾ ਜਾਊਗਾ? ਪ੍ਰੋਬਲਮ ਇਹ ਹੈ ਤਰਨ, ਇਹਨਾਂ ਕੰਟਰੀਜ਼ ਦੇ ਵਿੱਚ ਜਦੇ ਹਿਊਮਨ ਰਾਈਟਸ ਦੀ ਗੱਲ ਆ ਜਾਏ, ਜਿਹੜੀ ਮੂਹਰੇ ਜਦੇ ਆ ਜਾਏਗੀ, ਇਹ ਗੱਲ ਕਰਨੀ ਬੜੀ ਮੁਸ਼ਕਿਲ ਆ। ਹੋ ਸਕਦਾ ਸਰਕਾਰਾਂ ਇਹ ਚਾਹੁੰਦੀਆਂ, ਹੋ ਸਕਦਾ ਸਰਕਾਰ ਚਾਹੁੰਦੀ ਹੈ ਅਸੀਂ ਤਾਂ ਤੁਹਾਨੂੰ ਪੈਸੇ ਦੇ ਰਹੇ ਹਾਂ ਰਹਿਣ ਵਾਸਤੇ, ਗੁਜ਼ਾਰਾ ਕਰਨ ਵਾਸਤੇ, ਤੇ ਤੁਸੀਂ ਵਰਤ ਰਹੇ ਹੋ ਇਹਨੂੰ ਕਿਸੇ ਹੋਰ ਢੰਗ ਵਾਸਤੇ। ਤੁਸੀਂ ਇਹ ਗੱਲ ਕਹਿਣੀ ਬਹੁਤ ਮੁਸ਼ਕਿਲ ਆ ਸਰਕਾਰਾਂ ਨੂੰ। ਇਹ ਐਸਾ ਹੌਟ ਪੋਟੇਟੋ ਇਹਨੂੰ ਕਹਿੰਦੇ ਆ, ਜਿਹੜਾ ਹਰ ਕੋਈ ਵੀ ਇਹਨੂੰ ਹੱਥ ਨਹੀਂ ਲਾਉਣਾ ਚਾਹੁੰਦਾ। ਇਸ ਕਰਕੇ ਇਹ ਕਹਿਣਾ ਬਹੁਤ ਮੁਸ਼ਕਿਲ ਆ। ਪਰ ਜਿਹੜੇ ਇਹ ਲੋਕ ਹੈਗੇ ਨੇ, ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਜਿੱਥੇ ਸਾਡੀ ਜਨਤਾ ਬਹੁਤ ਹੀ ਰਹਿੰਦੀ ਹੈ, ਮੈਂ ਇੰਡੀਅਨ ਕਮਿਊਨਿਟੀ ਦੀ ਗੱਲ ਕਰਦਾ, ਉੱਥੇ ਏਰੀਆ ਦੇ ਵਿੱਚ ਵੱਡੇ ਸਾਈਜ਼ ਦੀਆਂ ਬੋਟਲਸ ਬਹੁਤ ਮਿਲਦੀਆਂ। ਜੇ ਤੁਸੀਂ ਆਪਣੇ ਈਵਨ ਟੋਰਾਂਟੋ ਦੀ ਗੱਲ ਕਰਦਾ, ਟੋਰਾਂਟੋ ਸਿਟੀ ਦੇ ਉਹਨਾਂ ਏਰੀਆ 'ਚ ਚਲੇ ਜਾਓ ਜਿੱਥੇ ਸਾਡੇ ਲੋਕਾਂ ਦੀ ਆਬਾਦੀ ਘੱਟ ਆ, ਉੱਥੇ ਜਿਹਨੂੰ ਕੁੰਡੇ ਵਾਲੀ ਬੋਟਲ ਕਹਿੰਦੇ ਆ ਨਾ, ਉੱਥੇ ਉਹ ਮਿਲਦੀ ਨਹੀਂ ਹੈ। ਉਹ ਜਿਹੜੀ ਨਾਰਮਲ ਸਾਈਜ਼ ਬੋਟਲਸ ਉੱਥੇ ਪਈਆਂ ਹੋਣਗੀਆਂ, ਉੱਥੇ ਹਾਂ ਵਾਈਨਸ ਦੀਆਂ ਕਿਸਮਾਂ ਤਾਂ ਬਹੁਤ ਜ਼ਿਆਦਾ ਹੋਣਗੀਆਂ, ਪਰ ਜਿਹੜੀਆਂ ਆਪਣੇ ਲੋਕ ਜਿਹੜੇ ਵੱਡੀ ਬੋਟਲ ਲੈ ਕੇ ਆਉਂਦੇ ਆ, ਉੱਥੇ ਉਹ ਬੋਟਲ ਮਿਲਦੀ ਨਹੀਂ ਹੈ। ਤੁਹਾਨੂੰ ਉਹ ਬੋਟਲਸ ਆਪਣੇ ਇੱਥੇ ਜਿਹੜੇ ਜਿੱਥੇ ਸਾਡੀ ਕਮਿਊਨਿਟੀ ਜ਼ਿਆਦਾ ਰਹਿੰਦੀ ਹੈ, ਉਸ ਏਰੀਏ 'ਚ ਵੱਡੀ ਬੋਟਲ ਮਿਲਦੀ ਆ। ਔਰ ਸਾਡੇ ਲੋਕ ਹੀ ਨੇ ਜਿਹੜੀ ਹਾਰਡ ਲਿਕਰ ਪੀਂਦੇ ਨੇ, ਸਾਡੇ ਲੋਕ ਬਹੁਤ ਘੱਟ ਪਰਸੈਂਟੇਜ ਆ ਜਿਹੜੀ ਵਾਈਨ ਪੀਂਦੇ ਜੀ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੇ ਵੀ ਅਸੀਂ ਰਾਏ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂਜੀ ਬਿਲਕੁਲ ਜੀ, ਤਰਨਜੀਤ ਬੋਲ ਰਹੀ ਹਾਂ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਦੱਸੋ ਕੀ ਕਹਿਣਾ ਚਾਹੁੰਦੇ ਹੋ? ਅਸੀਂ ਸ਼ਰਾਬ ਬਾਰੇ ਕਹੇ, ਸਾਡਾ ਘਰ ਖਰਾਬ ਹੋਏ ਪਏ ਸ਼ਰਾਬਾਂ ਕਰਕੇ। ਮੇਰੇ ਜਮਾਈ ਨੇ ਤਾਂ ਨਾ ਸਾਲ 1.5 ਸਾਲ ਹੋਏ ਘਰ ਹੀ ਬਰਬਾਦ ਕਰ ਦਿੱਤਾ, ਇਹਦੇ ਬੱਚੇ ਡਿਪਰੈਸ਼ਨ 'ਚ ਪਾਤੇ। ਹੁਣ ਵੀ ਲੋਕ ਜੇਲ੍ਹ ਵਿੱਚ ਜੀ, ਚੋਰੀ ਕਰਦੀ ਆ ਜੀ। ਤੇ ਸ਼ਰਾਬ ਦਾ ਜਿਵੇਂ ਅਸੀਂ ਅੱਜ ਉਹੀ ਗੱਲ ਕਰ ਰਹੇ ਹਾਂ ਕਿ ਸਰਕਾਰਾਂ ਵੀ ਹੁਣ ਖੁੱਲੇ ਤੌਰ ਤੇ ਜਿਹੜੀ ਆ ਸ਼ਰਾਬ ਦੀ ਵਿਕਰੀ ਦੇ ਪੱਖ ਵਿੱਚ ਆ ਗਈਆਂ ਨੇ, ਇਹਦੇ ਬਾਰੇ ਕੀ ਕਹੋਗੇ? ਮੈਂ ਤਾਂ ਕਹਿੰਦੀ ਬੰਦ ਹੋਣੀ ਚਾਹੀਦੀ ਹੈ। ਜੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਸ਼ਰਾਬ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਾਤਾ ਜੀ, ਤੁਸੀਂ ਕਾਲ ਕੀਤੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਜੀ ਨਾਥ ਜੀ, ਇਹ ਬੜੇ ਘਰਾਂ ਦੀ ਸਟੋਰੀ ਹੈ। ਜਿਹੜੇ ਇਸ ਗੱਲ ਨੂੰ ਸੰਭਲ ਜਾਂਦੇ ਆ ਉਹ ਘਰ ਬਚ ਜਾਂਦੇ ਆ, ਨਹੀਂ
ਅਖੀਰ ਇਹਦਾ ਅੰਤ ਬਰਬਾਦੀ ਹੋਈ ਹੈ। ਤੁਹਾਡੀ ਸਿਹਤ ਵੀ ਖਰਾਬ ਹੋਣੀ ਹੈ, ਤੁਹਾਡਾ ਜਿਹੜਾ ਫੈਮਿਲੀ ਯੂਨਿਟ ਹੈ ਇਹ ਟੁੱਟ ਜਾਂਦਾ, ਇਹ ਇਕੱਠਾ ਨਹੀਂ ਰਹੇਗਾ, ਮੰਨੋ ਜਾਂ ਨਾ ਮੰਨੋ। ਬਿਲਕੁਲ ਜੀ। ਇੱਕ ਕਾਲਰ ਹੋਰ ਜੁੜ ਚੁੱਕੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਇਹ ਗੱਲ ਤਾਂ ਅਸੀਂ ਛੱਡਣ ਦੀ ਜਿਹੜੀ ਗੱਲ ਕਰਦੇ ਆ ਨਾ ਆਪਾਂ ਜੀ, ਇਹ ਗੱਲ ਸਾਰੀ ਇੱਛਾ ਸ਼ਕਤੀ ਤੇ ਡਿਪੈਂਡ ਕਰਦੀ ਆ। ਤੇ ਦੂਸਰੀ ਗੱਲ ਆ ਵੀ ਨਾ ਅਕਾਲੀਆਂ ਨੇ ਤਾਂ ਕਹਿੰਦੇ ਇਹ ਨਸ਼ੇ ਹੀ ਨਹੀਂ, ਫਿਰ ਵੀ ਲੋਕ ਕਿਉਂ ਇੰਨਾ ਸਵੇਰੇ ਸਾਜਰੇ ਉੱਠ ਕੇ ਭੱਜੇ ਫਿਰਦੇ ਆ 6 ਵਜੇ ਉੱਠ ਕੇ, ਜੇ 9 ਵਜੇ ਤੱਕ ਠੇਕੇ ਖੁੱਲਣੇ ਆ। ਅਕਾਲੀ ਦੇ ਕਹਿੰਦੇ ਨਸ਼ੇ ਹੀ ਨਹੀਂ। ਹਾਂਜੀ, ਤੇ ਉੱਥੇ ਤਾਂ ਹੁਣ ਘਰਾਂ ਵਿੱਚ ਪਹੁੰਚਾਉਣ ਦਾ ਵੀ ਸਰਕਾਰ ਨੇ ਬੰਦੋਬਸਤ ਕਰ ਦਿੱਤਾ ਕਿ ਤੁਸੀਂ ਬਸ ਫੋਨ ਤੇ ਕਾਲ ਕਰੋ, ਇੰਨੀਆਂ ਪੇਟੀਆਂ ਚਾਹੀਦੀਆਂ ਨੇ, ਤੁਹਾਨੂੰ ਘਰ ਤੱਕ ਪਹੁੰਚਾਈ ਜਾਏਗੀ। ਨਹੀਂ ਉਹ ਤਾਂ ਗੱਲ ਠੀਕ ਆ, ਪਰ ਮੈਂ ਹੈਰਾਨੀ ਨਹੀਂ ਕਰਦਾ ਵੀ ਪੇਟੀਆਂ ਪਜਾਦੇ ਫਿਰ ਲੋਕ ਸ਼ਰਾਬ ਪੀ ਕੇ ਲੜਨਗੇ, ਲੜਾਈ ਝਗੜਾ ਕਰਨਗੇ, ਤੇ ਫਿਰ ਪਤਾ ਨਹੀਂ ਉਹਨਾਂ ਨੇ ਪੀਜ਼ਾ ਮੰਗ ਲੈਣਾ ਨਾਲ ਨੂੰ ਵੀ ਸਾਨੂੰ ਪੀਜ਼ਾ ਵੀ ਡਿਲੀਵਰ ਕਰਿਆ ਕਰੋ ਜੀ। ਬਿਲਕੁਲ ਜੀ। ਤੇ ਸਰ ਉੱਥੇ ਨਹੀਂ, ਇੱਥੇ ਵੀ ਇਹੀ ਹਾਲ ਨੇ। ਅਸੀਂ ਜੀ ਬਿਲਕੁਲ ਸਰ, ਇੱਥੇ ਵੀ ਇਹੀ ਹਾਲ ਨੇ। ਲੋਕੀ ਹੁਣ ਘਰ ਦੀ ਕੱਢੀ ਉਰੇ ਬਣਾ ਰਹੇ ਨੇ। ਦੇਖੋ ਇੱਥੇ ਜਿਹੜਾ ਘੱਟ ਹੈ ਉਹ ਘੱਟ ਗਏ ਨੇ। ਵੈਸੇ ਤਾਂ ਗੱਲ ਤਾਂ ਸਾਰੀ ਇੱਛਾ ਨਾ ਸਰਕਾਰਾਂ ਦੀ ਇੱਛਾ ਸ਼ਕਤੀ ਸਟਰੋਂਗ ਹੈ, ਨਾ ਲੋਕਾਂ ਦੀ ਹੈ ਕਿ ਆਵਾ ਉੱਤੇ ਆ। ਮੈਂ ਤੁਸੀਂ ਦੀ ਗੱਲ ਦੱਸਦਾ ਜੀ। ਬਿਲਕੁਲ ਜੀ। ਅਸੀਂ ਕਿਸੇ ਪਾਸੇ ਵੀ ਅਸੀਂ ਨਹੀਂ ਹੈਗੇ, ਕਿਉਂਕਿ ਫਿਰ ਅਸੀਂ ਬਾਅਦ ਦੇ ਵਿੱਚ ਨੁਕਸਾਨ ਕਰਾ ਕੇ ਫਿਰ ਅਸੀਂ ਕਹਿੰਦੇ ਜੀ ਫਾਹਾ ਲੈ ਲਓ ਜੀ, ਨੁਕਸਾਨ ਅਸੀਂ ਆਪੇ ਕਰਾਣੇ ਹੈ। ਬਿਲਕੁਲ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ, ਪ੍ਰੋਗਰਾਮ ਦੇਖ ਰਹੇ ਹੋ। ਥੈਂਕ ਯੂ ਸੋ ਮਚ ਜੀ। ਓਕੇ ਜੀ ਜੀ ਸਰ, ਥੋੜੀ ਨੁਕਸਾਨ ਦੀ ਤਾਂ ਹੈ। ਮਤਲਬ ਥੋੜੀ ਜਿਹੀ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਤਾਂ ਲਾਸਟ ਈਅਰ ਵੀ ਮੈਨੂੰ ਯਾਦ ਆ ਕਿ ਅਸੀਂ ਖੁਦ ਨਿਊਜ਼ ਪੜ੍ਹੀ ਸੀ ਕਿ ਬਰੈਂਪਟਨ ਦੇ ਵਿੱਚ ਬੇਸਮੈਂਟ ਦੇ ਵਿੱਚ ਘਰ ਦੀ ਕੱਢੀ ਦੀ ਕੋਸ਼ਿਸ਼ ਕਰ ਰਹੇ ਸੀ, ਮਤਲਬ ਘਰੇ ਸ਼ਰਾਬ ਕੱਢਣ ਦੀ, ਤੇ ਲਾਹਣ ਮੇਰੇ ਖਿਆਲ 'ਚ ਉਹਨੂੰ ਕਹਿੰਦੇ ਨੇ, ਲਾਹਣ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਬੇਸਮੈਂਟ ਨੂੰ ਅੱਗ ਲੱਗ ਗਈ ਸੀ। ਧਮਾਕਾ ਬਹੁਤ ਜ਼ਬਰਦਸਤ ਹੋਇਆ ਸੀ। ਸੋ ਹੁਣ ਪੈਂਡੈਮਿਕ ਦਾ ਵੀ ਬਹੁਤ ਲੋਕੀ ਫਾਇਦਾ ਚੁੱਕ ਰਹੇ ਨੇ, ਜਿਹੜੇ ਘਰ ਹੈਗੇ ਨੇ ਕਈ ਕੋਸ਼ਿਸ਼ ਕਰ ਰਹੇ ਨੇ ਇਸ ਵਕਤ ਇਸ ਚੀਜ਼ ਨੂੰ ਟਰਾਈ ਕਰਨ ਦੀ। ਗੱਲ ਇਹ ਤਰਨ ਜਿਹੜੀ ਇੱਥੋਂ ਦੀ ਲੈਂਗੁਏਜ ਦੇ ਵਿੱਚ ਜਿਹੜੀ ਘਰੇ ਸ਼ਰਾਬ ਕੱਢਦੇ ਆ ਉਹਨੂੰ ਮੂਨਸ਼ਾਈਨ ਕਹਿੰਦੇ ਆ। ਵੈਸੇ ਇਕੱਲੇ ਆਪਣੇ ਲੋਕ ਹੀ ਇਹ ਕੰਮ ਨਹੀਂ ਕਰਦੇ, ਦੂਸਰੀਆਂ ਕਮਿਊਨਿਟੀਆਂ ਵੀ ਇਹ ਕੰਮ ਕਰਦੇ। ਪਰ ਜਿਹੜੇ ਲੋਕ ਆਪਣੇ ਘਰੇ ਕੱਢਦੇ ਆ, ਸੌਰੀ ਟੂ ਤੁਹਾਡੇ ਬਾਰੇ ਮੈਂ ਗੱਲ ਕਰ ਰਿਹਾ, ਜਿਹੜੇ ਲੋਕ ਘਰੇ ਕੱਢਦੇ ਆ ਪਹਿਲਾਂ ਤਾਂ ਇਲੀਗਲ ਹੈ। ਸੈਕੰਡਲੀ ਤਰਨ ਇਹ ਹੋ ਜਾਂਦਾ ਕਿ ਬੰਦਾ ਇਹ ਸਮਝਦਾ ਵੀ ਮੈਨੂੰ ਤਾਂ ਬਹੁਤ ਸਸਤੀ ਪਈ ਆ ਇਹ ਜੀ, ਜੇ ਮੈਂ ਬਾਹਰੋਂ ਬੋਟਲ ਕੋਈ $40 ਲੈ ਕੇ ਆਣਾ ਤਾਂ ਹੋ ਸਕਦਾ ਮੈਨੂੰ ਇਹ ਬੋਟਲ $15। ਪਰ ਉਸ ਆੜ ਦੇ ਵਿੱਚ ਸਸਤੀ ਦੇ ਵਿੱਚ ਉਹ ਬੰਦਾ ਜ਼ਿਆਦਾ ਪੀਣ ਲੱਗ ਜਾਂਦਾ। ਫਿਰ ਉਹਦੀ ਕੋਈ ਡਿਗਰੀ ਐਲਕੋਹਲ ਲੈਵਲ ਦਾ ਪਤਾ ਨਹੀਂ ਹੈ, ਉਹ ਤੁਹਾਨੂੰ ਉਦੋਂ ਜ਼ਿਆਦਾ ਨੁਕਸਾਨ ਕਰਦੀ ਹੈ। ਇੰਦੀ ਲੌਂਗ ਰਨ ਜਿਹੜੀ ਘਰ ਦੀ ਕੱਢੀ ਹੈ ਉਹ ਤੁਹਾਨੂੰ ਅਖੀਰ ਉਦੋਂ ਜ਼ਿਆਦਾ ਨੁਕਸਾਨ ਕਰੇਗੀ ਜੀ। ਬਿਲਕੁਲ ਜੀ, ਘਰ ਦੀ ਕੱਢੀ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਤੋਂ ਕਮਰਜੀਤ ਸਿੰਘ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਪੰਜਾਬ 'ਚ ਨਾ ਮੋਗਾ ਜ਼ਿਲ੍ਹੇ ਤੋਂ ਸੰਬੰਧਿਤ ਹੈ, ਤੇ ਸਾਡੇ ਪਿੰਡ ਦੀ ਗੱਲ ਮੈਂ ਕਰਾਂ ਜੀ, ਉੱਥੇ ਉਹਨੇ ਪੀਣ ਵਾਲੇ ਨਹੀਂ ਸੀ ਜਿੰਨੇ ਵੇਚਣ ਵਾਲੇ। 2 ਨੰਬਰ ਦੀ ਸ਼ਰਾਬ ਉੱਥੇ ਆਮ ਵਿਕਦੀ ਆ ਠੇਕੇ ਤੋਂ ਬਾਹਰ। ਤੇ ਲੋਕ ਤੁਸੀਂ ਉਹਨਾਂ ਨੂੰ ਮੁੰਡੇ ਤੁਰੇ ਆਉਂਦੇ ਪੁੱਛਦੇ ਆ ਤੁਹਾਨੂੰ ਕੀ ਚਾਹੀਦਾ ਜੀ, 1 ਬੋਤਲ ਚਾਹੀਦੀ, 2 ਚਾਹੀਦੀਆਂ, ਉਹ ਤੁਹਾਨੂੰ ਘਰੇ ਦੇ ਜਾਂਦੇ ਆ। ਪਰ ਇਹ ਬਹੁਤ ਮਾੜਾ। ਬਿਲਕੁਲ ਜੀ, ਬਿਲਕੁਲ ਸਰ, ਨਤੀਜੇ ਬਹੁਤ ਮਾੜੇ ਆ। ਬਿਲਕੁਲ ਜੀ, ਕਈ ਘਰ ਸ਼ਰਾਬ ਨੇ ਬਰਬਾਦ ਕੀਤੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਸੰਭਲੇ ਲੋਕ ਤਾਂ ਬਹੁਤ ਸਾਰੇ ਘਰ ਆਉਣ ਵਾਲੇ ਸਮੇਂ ਵਿੱਚ ਵੀ ਬਰਬਾਦ ਹੋਣਗੇ। ਥੈਂਕ ਯੂ ਸੋ ਮਚ ਜੀ, ਤੁਸੀਂ ਕਾਲ ਕੀਤੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸਰ। ਜੀ ਸਰ, ਹੁਣ ਮੈਂ ਇੱਕ ਗੱਲ ਥੋੜਾ ਜਿਹਾ ਜੀ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ, ਸ਼ਾਇਦ ਡਿਸਕਨੈਕਟ ਹੋ ਗਿਆ ਜੀ। ਹਾਂਜੀ ਸਰ। ਹੁਣ ਹੋਰ ਗੱਲ ਹੈ ਜੀ, ਮੈਂ ਇੰਡੀਆ ਬਾਰੇ ਗੱਲ ਕਰਦਾ। ਸਾਡੀ ਇੱਥੋਂ ਦੀ ਸੁਸਾਇਟੀ ਵਿੱਚ ਲੇਡੀਜ਼ ਸ਼ਰਾਬ ਪੀਂਦੀਆਂ, ਜਿਹੜੀਆਂ ਦੂਸਰੀਆਂ ਕੌਮਾਂ ਦੀਆਂ ਲੇਡੀਜ਼ ਨੇ ਉਹ ਸ਼ਰਾਬ ਪੀਂਦੀਆਂ ਨੇ। ਪਰ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਦੀ ਹੈਰਾਨੀ ਲੱਗੇ, ਜੇ ਕਿਸੇ ਨੂੰ ਦੁੱਖ ਲੱਗਦਾ ਆਈ ਐਮ ਸੌਰੀ ਫॉर दैट। ਸਾਡੀ ਕਮਿਊਨਿਟੀ ਦੀਆਂ ਲੇਡੀਜ਼ ਹੁਣ ਇੱਥੇ ਵੀ ਸ਼ਰਾਬ ਪੀਂਦੀਆਂ ਔਰ ਸੌਰੀ ਟੂ ਸੇ ਦਿਸ ਥਿੰਗ, ਜਿਹਨੂੰ ਪੱਕੀ ਕਹਿੰਦੇ ਆ, ਉਹ ਪੀਂਦੀਆਂ ਨੇ। ਸਾਡੀ ਨਵੀਂ ਜਨਰੇਸ਼ਨ ਹੈ ਉਹ ਹੋਰ ਹਿਸਾਬ ਸ਼ਰਾਬ ਪੀਂਦੀ ਹੈ, ਪਰ ਸਾਡੀ ਪੁਰਾਣੀ ਜਨਰੇਸ਼ਨ ਜਿਹੜੇ ਹਿਸਾਬ ਸ਼ਰਾਬ ਪੀਂਦੀ ਆ ਉਹ ਵੀ ਟੱਪ ਕੇ ਖਾਣਾ, ਇਹੋ ਜਿਹਾ ਕੁਛ ਕਰਨਾ, ਉਹਦਾ ਡਰਿੰਕਿੰਗ ਸਿਸਟਮ ਬਹੁਤ ਵੱਖਰਾ। ਪਰ ਇੰਡੀਆ ਦੇ ਵਿੱਚ ਜਿਹੜੀ ਗੱਲ ਮੈਂ ਕਹੀ ਆਪਣੀ ਇੱਥੋਂ ਦੀ ਸੁਸਾਇਟੀ ਦੀ ਗੱਲ ਕਰਦਾ, ਐਗਜ਼ੈਕਟਲੀ
ਸੇਮ ਸੁਸਾਇਟੀ ਉੱਥੇ ਆਪਣੇ ਲੋਕ ਪੰਜਾਬ ਦੇ ਵਿੱਚ ਹੀ ਔਰਤਾਂ ਬਹੁਤ ਸ਼ਰਾਬ ਪੀਂਦੀਆਂ ਨੇ। ਜਿਹੜੇ ਵੱਡੇ ਮੈਟਰੋਪੋਲੀਟਨ ਸਿਟੀਜ਼ ਨੇ ਉੱਥੇ ਔਰਤਾਂ ਆਮ ਸ਼ਰਾਬ ਪੀਂਦੀਆਂ ਨੇ। ਜਿਹੜੇ ਲੋਕ ਆਪਦੇ ਆਪ ਨੂੰ, ਪਾਰਡਨ ਮਾਈ ਲੈਂਗੁਏਜ, ਸੋ ਕਾਲਡ ਐਡਵਾਂਸ ਪੀਪਲ ਕਹਿੰਦੇ ਨੇ, ਉਹਨਾਂ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਪਰਿਵਾਰਾਂ ਦੇ ਵਿੱਚ ਸ਼ਰਾਬ ਦਾ ਸੇਵਨ ਨਾਰਮਲ ਹੈ ਔਰ ਟਣਕਾ ਕੇ ਪੀਤੀ ਜਾਂਦੀ ਹੈ। ਜਿਹੜਾ ਕਿ ਰੁਝਾਨ ਅਲਟੀਮੇਟਲੀ ਇਹ ਔਰਤ ਵਾਸਤੇ ਇਸ ਕਰਕੇ ਨਹੀਂ ਚੰਗੀ ਆ ਕਿਉਂਕਿ ਅਸੀਂ ਔਰਤ ਨੂੰ ਸ਼ਰਮ ਦੇ ਨਾਲ ਅਸੀਂ ਮੈਚ ਕਰਦੇ ਹਾਂ ਤੇ ਉਹਦੇ ਨਾਲ ਕੁਛ ਇਸ ਤਰ੍ਹਾਂ ਜੋ ਆਮ ਜੇ ਮਰਦ ਹੈਗਾ, ਅਸੀਂ ਕਹਿੰਦੇ ਬੰਦਾ ਸ਼ਰਾਬੀ ਆ, ਤੁਰਿਆ ਫਿਰਦਾ ਸੀ, ਡਿੱਗਿਆ ਫਿਰਦਾ ਸੀ। ਇਮੈਜਿਨ ਕਰੋ ਜੇ ਉਹੀ ਗੱਲ ਔਰਤ ਦੇ ਨਾਲ ਹੋਵੇ ਤਾਂ ਔਰਤ ਦੀ ਜਿਹੜੀ ਇੱਜ਼ਤ ਹੈਗੀ ਆ ਉਹ ਇੱਜ਼ਤ ਰਹਿੰਦੀ ਨਹੀਂ। ਔਰਤ ਤਾਂ ਇੱਕ ਸ਼ਰਮ ਦਾ ਸ਼ਰਮ ਇਹਦਾ ਗਹਿਣਾ। ਜੀ ਜਿਹੜੀ ਸ਼ਰਾਬ ਆ ਇਹ ਇੱਕ ਵਾਰੀ ਤੁਹਾਨੂੰ ਖੁੱਲ੍ਹਦਿਲੀ ਦਿੰਦੀ ਹੈ, ਜਿਹਦੇ ਨਾਲ ਤੁਸੀਂ ਹੋ ਸਕਦਾ ਗਲਤੀ ਕਰੋ। ਕਈ ਵਾਰੀ ਸ਼ਰਾਬੀ ਦੀ ਆਮ ਇਹ ਗੱਲ ਹੁੰਦੀ ਆ, ਉਹ ਕਹਿੰਦਾ ਸਵੇਰੇ ਮੈਨੂੰ ਯਾਦ ਨਹੀਂ। ਜੇ ਇਹੀ ਗੱਲ ਔਰਤ ਨਾਲ ਹੋਵੇ ਤੇ ਹੁਣ ਜਿਹੜੇ ਕਈ ਇੱਥੇ ਆਪਾਂ ਆਮ ਕੇਸ ਸੁਣਦੇ ਆ, ਜਿਹੜੇ ਲੋਕ ਬਾਰਾਂ ਦੇ ਵਿੱਚ ਜਾਂਦੇ ਨੇ, ਕਈ ਲੋਕ ਡਰਿੰਕ ਦੇ ਵਿੱਚ ਕੁਝ ਹੋਰ ਪਾ ਦਿੰਦੇ ਨੇ ਔਰ ਔਰਤ ਨੂੰ ਇਹ ਪਤਾ ਨਹੀਂ, ਲੜਕੀ ਨੂੰ ਇਹ ਪਤਾ ਨਹੀਂ ਉਹਨੂੰ ਕੀ ਪਾਇਆ ਗਿਆ ਨਸ਼ੇ 'ਚ, ਨਾ ਉਹਨੂੰ ਕੁਝ ਯਾਦ ਰਹਿੰਦਾ ਵੀ ਰਾਤ ਉਹ ਕਿੱਥੇ ਸੀ ਤੇ ਕਿੱਥੇ ਨਹੀਂ ਸੀ। ਅਲਟੀਮੇਟਲੀ ਇਹ ਨੁਕਸਾਨ ਵਾਲੀ ਚੀਜ਼ ਹੈ। ਇਹਨੂੰ ਮੰਨ ਕੇ ਚੱਲਣਾ ਚਾਹੀਦਾ ਵੀ ਅਖੀਰ ਇਹ ਨੁਕਸਾਨ ਨਹੀਂ ਕਰੇਗੀ, ਤੁਹਾਡੀ ਸਿਹਤ ਖਰਾਬ ਹੋਏਗੀ, ਲਿਵਰ ਖਰਾਬ ਹੋਏਗਾ, ਤੁਸੀਂ ਕੁਝ ਕੰਮ ਕਰਨ ਜੋਗੇ ਵੀ ਨਹੀਂ ਰਹੋਗੇ। ਜੀ ਸਰ, ਜਿਵੇਂ ਤੁਸੀਂ ਗੱਲ ਕਹੀ ਹੈ, ਇੱਕ ਤੁਸੀਂ ਗੱਲ ਆਖੀ ਹੈ ਕਿ ਸ਼ਰਾਬੀ ਬਣੀ ਹਮੇਸ਼ਾ ਇਹ ਕਿਹਾ ਜਾਂਦਾ ਕਿ ਮੈਨੂੰ ਕੁਝ ਯਾਦ ਨਹੀਂ ਸੀ ਤੜਕੇ ਉੱਠ ਕੇ। ਕੀ ਇਹ ਵਾਕਈ ਸੱਚ ਹੁੰਦਾ ਹੈ? ਕਿਉਂਕਿ ਘਰ ਨੂੰ ਰਾਤ ਵੇਲੇ ਲੜਾਈ ਕਰਕੇ ਪੈਣਾ ਤੇ ਸਭ ਕੁਝ ਕਰਨਾ, ਜਦੋਂ ਸ਼ਰਾਬ ਪੀਤੀ ਹੁੰਦੀ ਹੈ ਉਦੋਂ ਆਪਣਾ ਘਰ ਚੇਤੇ ਰਹਿ ਜਾਂਦਾ ਪਰ ਉਸ ਤੋਂ ਬਾਅਦ ਕੀ ਕੀਤਾ ਉਹ ਚੇਤੇ ਨਹੀਂ ਰਹਿੰਦਾ। ਇਹ ਥੋੜੀ ਜਿਹੀ ਗੱਲ ਅੱਜ ਤੱਕ ਲੌਜਿਕ ਸਮਝ ਨਹੀਂ ਆਇਆ ਕਿ ਉਸ ਤੋਂ ਬਾਅਦ ਸਵੇਰੇ ਕੀ ਵਾਕਈ ਨਹੀਂ ਯਾਦ ਰਹਿੰਦਾ। ਮੈਂ ਜੀ ਆਦਤ ਹੈ ਉਹ ਦੱਸ ਦਿੰਦਾ। ਸਮ ਟਾਈਮਸ ਨਹੀਂ ਯਾਦ ਰਹਿੰਦਾ ਬੰਦੇ ਨੂੰ। ਇਹ ਯਾਦ ਨਹੀਂ ਰਹਿੰਦਾ ਵੀ ਰਾਤ ਮੈਂ ਕਿਹਨੂੰ ਮਿਲਿਆ ਸੀਗਾ, ਕਿਹਦੇ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਉਹ ਗੱਲਾਂ ਸਾਰੀਆਂ ਠੀਕ ਕਰਦਾ, ਇਉਂ ਨਹੀਂ ਹੈ, ਦੇ ਡੋਂਟ ਕ੍ਰਾਸ ਅ ਲਾਈਨ, ਪਰ ਸਵੇਰੇ ਕਈ ਵਾਰੀ ਇਹ ਯਾਦ ਨਹੀਂ ਰਹਿੰਦਾ ਵੀ ਰਾਤ ਕਿੱਥੇ ਗਏ ਸੀਗੇ, ਉਸ ਤੋਂ ਬਾਅਦ ਕਿਹਦੇ ਨਾਲ ਗੱਲਬਾਤ ਕੀਤੀ ਹੈ। ਬਹੁਤ ਵੱਡੀ ਪਰਸੈਂਟੇਜ ਇਹ ਜਿਹੀ ਹੈ ਜਿਹੜੀ ਮੈਂ ਕਹਿੰਦਾ ਹਾਂ ਐਸੇ ਲੋਕ ਹੈਗੇ ਨੇ ਜਿਨ੍ਹਾਂ ਸਭ ਕੁਝ ਯਾਦ ਰਹਿੰਦਾ, ਜਿਹੜੇ ਹਿਸਾਬ ਦੇ ਨਾਲ ਪੀਂਦੇ ਨੇ, ਜਿਹਨੂੰ ਆਪਾਂ ਕਹਿੰਦੇ ਆ ਉਹ ਸੁਰਤ ਸਿਰ ਰਹਿੰਦੇ ਨੇ। ਬਟ ਕਈ ਇਸ ਤੋਂ ਅੱਗੇ ਜੋ ਲੰਘ ਜਾਂਦੇ ਤਾਂ ਦੈਨ ਇਟਸ ਵੈਰੀ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਜੀ ਕੈਲਗਰੀ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ ਦੱਸੋ ਸਰ, ਕੀ ਵਿਚਾਰ ਰੱਖਣਾ ਚਾਹੁੰਦੇ ਹੋ? ਤਾਂ ਇੰਡੀਆ 'ਚ ਵੀ ਬਹੁਤ ਲੇਡੀ ਬਹੁਤ ਜ਼ਿਆਦਾ ਪੀਂਦੀਆਂ ਨੇ, ਚੰਡੀਗੜ੍ਹ ਵਗੈਰਾ ਹੋਰ ਜੀ। ਜਿਆ ਕੰਮ ਤਾਂ ਹੈ ਨਹੀਂ ਕਰੀ ਬੰਦਿਆਂ ਨੂੰ ਉਹ ਪੀਂਦੀਆਂ ਨੇ ਜੀ ਸਾਰੇ ਪਾਸੇ ਹੋ ਗਿਆ ਜੀ, ਕੀ ਇੰਡੀਆ ਕੀ ਅਮਰੀਕਾ, ਸਾਰੇ ਪਾਸੇ ਇੱਕੋ ਹੀ ਹਾਲ ਹੋ ਰਹੇ ਨੇ ਹੁਣ ਸਾਰੇ ਪਾਸੇ। ਪਰ ਇੱਥੇ ਜਿਹੜੇ ਬਾਹਰ ਪੀਂਦੇ ਮੁੰਡੇ ਉਹਨਾਂ ਨੂੰ ਜਾਣੀ ਕਿ ਲੜਾਈ ਬਹੁਤ ਰਹਿੰਦੀ ਹੈ ਕਰੀ। ਬਹੁਤ ਜਾਣੀ ਕਿ ਨਾਨੀਆਂ ਬਹੁਤ ਤੰਗੜੀ ਚ ਬੰਦੇ ਪੀਣਾ ਜਿਹੜੇ ਪੀਂਦੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਸਾਡੇ ਨਾਲ। ਥੈਂਕ ਯੂ ਜੀ। ਜੀ ਸਰ, ਜਿਵੇਂ ਇਹਨਾਂ ਨੇ ਕਿਹਾ ਹੈ ਕਿ ਖਾਸ ਤੌਰ ਤੇ ਅੱਜ ਦਾ ਯੂਥ ਦੀ ਗੱਲ ਕਰੀਏ ਤਾਂ ਲੜਾਈਆਂ ਬਹੁਤ ਵੱਧ ਗਈਆਂ ਨੇ ਇਹਦੇ ਕਰਕੇ। ਬਿਲਕੁਲ ਜੀ, ਜਿਹੜੀ ਇਹ ਸ਼ਰਾਬ ਹੈ ਤੁਹਾਡਾ ਬਲੱਡ ਸਰਕੂਲੇਸ਼ਨ ਤੇਜ਼ ਕਰਦੀ ਹੈ, ਬੰਦੇ 'ਚ ਕਹਿੰਦੇ ਹੌਸਲਾ ਜ਼ਿਆਦਾ ਆ ਜਾਂਦਾ ਜਾਂ ਉਹਦੀ ਮੇਰੇ ਖਿਆਲ ਸੋਚਣ ਸ਼ਕਤੀ ਚਲੀ ਜਾਂਦੀ ਹੈ। ਕਈ ਲੋਕ ਐਸੇ ਨੇ ਜਿਹੜੇ ਸ਼ਰਾਬ ਪੀ ਕੇ ਮੈਲੋ ਹੋਣ ਲੱਗ ਜਾਂਦੇ, ਟਿਕਣ ਲੱਗ ਜਾਂਦੇ ਨੇ, ਅਗਲਾ ਆਰਾਮ ਨਾਲ ਬੈਠਾ ਤੇ ਬੈਠਾ। ਪਰ ਸਰਟਨ ਪਰਸੈਂਟੇਜ ਆਫ ਪੀਪਲ ਜਿਹੜੇ ਉਹ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ, ਅਗਰੈਸਿਵ ਕਰਕੇ ਕੋਈ ਨਾ ਕੋਈ ਗਲਤੀ ਕਰ ਬੈਠਦੇ ਆ, ਉਸ ਰਾਤ ਅਗਲੇ ਦਿਨ ਪਤਾ ਨਹੀਂ ਲੜਾਇਆ ਮੈਂ ਕਾਹਦੇ ਕਿਹੜੀ ਗੱਲ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਇੱਥੋਂ ਅੰਟੇਰੀਓ ਤੋਂ ਬਰਲਿੰਗਟਨੋਂ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਤਾਂ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਰਾਤ ਪੀਤੀ ਸੀ ਮੈਨੂੰ ਸਵੇਰੇ ਨਹੀਂ ਪਤਾ, ਜਾਂ ਕਹਿੰਦਾ ਮੈਂ ਪੀ ਕੇ ਤੁਰਿਆ ਆਇਆ ਤਾਂ ਮੈਨੂੰ ਪਤਾ ਹੀ ਨਹੀਂ ਜੀ। ਆਈ ਡੋਨਟ ਨੋ, ਮੇਰੇ ਦੇਖੇ ਤਾਂ ਇਹ ਥੋੜਾ ਜਿਹਾ ਰੌਂਗ ਹੈ। ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਯਾਦ ਰਹਿੰਦਾ ਹੈ, ਸਿਰਫ ਇੱਕ ਐਕਸਕਿਊਜ਼ ਹੁੰਦਾ ਹੈ? ਸਿਰਫ ਇੱਕੋ ਹੀ ਹੁੰਦਾ ਕਿ ਬਹਾਨਾ ਹੁੰਦਾ ਮੈਂ ਲੜਾਂ। ਠੀਕ ਹੈ ਜੀ। ਪਰ ਸਰ ਸ਼ਰਾਬ ਦੇਖੋ ਜਦ ਤੱਕ ਬੰਦਾ ਡਿੱਗ ਨਹੀਂ ਪੈਂਦਾ ਨਾ, ਮੈਂ ਆਪਣੀ ਜ਼ਿੰਦਗੀ 'ਚ ਮੈਂ ਦੂਰ ਨਹੀਂ ਕਰਦਾ 35 ਸਾਲ ਸ਼ਰਾਬ ਪੀ ਲਈ ਆ, ਤੇ ਜਦ ਤੱਕ ਬੰਦਾ ਡਿੱਗ ਨਹੀਂ ਪੈਂਦਾ ਤਦ ਤੱਕ ਸਭ ਕੁਝ ਯਾਦ ਹੈ ਕੌਣ ਆ ਮੋਰੇ ਜੀ। ਔਰ ਇਹ ਵੀ ਪਤਾ ਮੈਨੂੰ ਕੁੱਟ ਪੈਣੀ ਆ, ਉਹ ਵੱਖਰੀ ਗੱਲ ਹੈ ਕਿ
ਜਿੱਦ ਜੀ ਫਸਿਆ, ਕੋਈ ਗੱਲ ਨਹੀਂ ਚੱਕ ਦਿਆਂਗੇ, ਐ ਕਰਾਂਗੇ। ਪਰ ਲੇਕਿਨ ਇਹ ਸਿਰਫ ਇਹ ਛੋਟੀਆਂ ਗੱਲਾਂ ਹੁੰਦੀਆਂ ਆ। ਬਿਲਕੁਲ ਜੀ। ਇਹ ਇੱਕ ਘਰਾਂ 'ਚ ਪ੍ਰਸਾਦ ਪੁਰਾਣੀ ਗੱਲਾਂ ਹੁੰਦੀਆਂ ਕਿ ਐਵੇਂ ਮੈਂ ਪੀ ਕੇ ਆਇਆ, ਲੜੂੰਗਾ, ਉਹ ਕਹੂੰਗਾ, ਕਹੂੰਗਾ। ਨਹੀਂ, ਇਹਨੂੰ ਕੋਈ ਬਹੁਤੀ ਸਿਆਣੀ ਗੱਲ ਨਹੀਂ ਕਹਿੰਦੇ। ਪੀਣੀ ਹੈ, ਸਾਰੀ ਜ਼ਿੰਦਗੀ ਪੀਤੀ ਹੈ, ਸਾਰੀ ਜ਼ਿੰਦਗੀ ਦੁਨੀਆ ਭਰ ਪੀਂਦੀ ਹੈ, ਮੈਂ ਇਕੱਲਾ ਨਹੀਂ ਪੀਂਦਾ। ਪਰ ਉਹਦੇ ਵਿੱਚ ਮੈਂ ਇੱਕ ਕਹੂੰਗਾ ਕਿ ਲੋਕਾਂ ਨੂੰ ਇੱਕੋ ਹੀ ਚਾਹੀਦਾ ਕਿ ਤੁਸੀਂ ਘਰ ਆਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਰਿਵਾਰ 'ਚ ਕਿੱਦਾਂ ਰਹਿਣਾ। ਬਿਲਕੁਲ। ਜੇ ਜ਼ਿੰਦਗੀ 'ਚ ਰਹਿਣ ਦਾ ਪਤਾ ਹੀ ਨਹੀਂ ਤਾਂ ਪੀਣੇ ਕਿਉਂ? ਬਿਲਕੁਲ, ਬਹੁਤ ਖੂਬ, ਬਿਲਕੁਲ ਜੀ, ਬਿਲਕੁਲ ਜੇ ਸਰ। ਜ਼ਿੰਦਗੀ 'ਚ ਰਹਿਣ ਦਾ ਪਤਾ ਤੇ ਤੁਸੀਂ ਐਟਲੀਸਟ ਪੀਵੋ, ਪਰਿਵਾਰ ਚਾਹੋ, ਪਰਿਵਾਰ ਰੋਟੀ ਬਣਾਈ ਆ, ਰੋਟੀ ਖਾਵੋ, ਉਹਦੀ ਤੁਸੀਂ ਕਦਰ ਕਰੋ, ਤੁਹਾਡੀ ਕਦਰ ਕਰੇ। ਬਿਲਕੁਲ। ਇਹ ਜ਼ਿੰਦਗੀ ਦਾ ਇੱਕ ਮੇਨ ਫਲਸਫਾ ਆ ਜਿਹਦੇ ਨਾਲ ਲਾਈਫ ਚੱਲਦੀ ਆ। ਬਿਲਕੁਲ ਜੀ, ਬਿਲਕੁਲ ਸਰ। ਹੁਣ ਵੀ ਸਾਰਾ ਦਿਨ ਜੇ ਕਿਸੇ ਨੇ ਦੇਖੋ ਵਾਈਫ ਨੇ ਦਾਲ ਪਾਣੀ ਰੋਟੀ ਬਣਾਈ ਆ, ਜੇ ਉਹਨੇ ਬਣਾਈ ਆ ਤਾਂ ਤੁਸੀਂ ਬਰਕੀ ਖਾਣ ਲਗੇ, ਉਹ ਲੂਣ ਜ਼ਿਆਦਾ ਨਹੀਂ, ਸਭ ਝੂਠ। ਇਹ ਇੱਕ ਗਲਤ ਫਹਿਮੀਆਂ ਹੁੰਦੀਆਂ, ਨਾ ਹੈਗੀਆਂ ਤੇ ਨਾ ਹੁੰਦੀਆਂ। ਉਹਦੇ 'ਚ ਕੀ ਹੁੰਦਾ, ਉਹ ਇੱਕ ਲੜਾਈ ਦਾ ਬਹਾਨਾ ਹੁੰਦਾ। ਮੈਂ ਜ਼ਿੰਦਗੀ 'ਚ ਬੜਾ ਕੁਛ ਦੇਖਿਆ ਤੇ ਬੜਾ ਕੁਛ ਦੇਖਣਾ। ਅੱਜ ਤੱਕ ਅਸੀਂ ਘਰ 'ਚ ਲੜਕੇ ਨਹੀਂ ਦੇਖਿਆ। ਇੱਕ ਸਕਿੰਟ ਵੀ ਜੇ ਲੜਾਈ ਹੋਈ ਹੋਵੇ ਤੇ ਮੈਨੂੰ ਕੋਈ ਜਾਂ ਸਬੂਤ ਇਸ ਤਰ੍ਹਾਂ ਕਦੀ ਲੜਾਈ ਕੀਤੀ ਜ਼ਿੰਦਗੀ ਜੀ। ਪਰ ਸਰ ਜਦੋਂ ਖਾਸ ਤੌਰ ਤੇ ਉਹਨਾਂ ਘਰਾਂ 'ਚ ਬਹੁਤ ਲੜਾਈਆਂ ਹੁੰਦੀਆਂ ਜਿੱਥੇ ਸ਼ਰਾਬ ਦਾ ਸੇਵਨ ਹੁੰਦਾ ਆ, ਇਹਦਾ ਤੁਸੀਂ ਕਸੂਰਵਾਰ ਕਿਹਨੂੰ ਮੰਨਦੇ ਹੋ? ਸ਼ਰਾਬ ਦਾ ਮੰਨਦੇ ਹੋ, ਸ਼ਰਾਬ ਦਾ ਸੇਵਨ ਕਰਨ ਵਾਲੇ ਦਾ ਮੰਨਦੇ ਹੋ, ਜਾਂ ਇਹ ਨਹੀਂ, ਨਾ ਸ਼ਰਾਬ ਦਾ ਕਸੂਰ ਹੈ ਤੇ ਨਾ ਸ਼ਰਾਬ ਦਾ ਸੇਵਨ ਕਰਨ ਵਾਲੇ ਦਾ ਕਸੂਰ ਹੈ। ਕਸੂਰ ਸਿਰਫ ਇੱਕੋ ਹੀ ਆ ਕਿ ਜਿਹੜਾ ਦੋਹਾਂ ਦੀ ਮਿਸਅੰਡਰਸਟੈਂਡਿੰਗ ਹੈ ਹਸਬੈਂਡ ਵਾਈਫ ਦੀ। ਜੇ ਹਸਬੈਂਡ ਵਾਈਫ ਦੀ ਮਿਸਅੰਡਰਸਟੈਂਡਿੰਗ ਨਹੀਂ ਨਾ, ਜ਼ਿੰਦਗੀ 'ਚ ਲੜਾਈ ਹੋ ਨਹੀਂ ਸਕਦੀ ਜੀ। ਪਰ ਮਿਸਅੰਡਰਸਟੈਂਡਿੰਗ ਹੁੰਦੀ ਇਸ ਕਰਕੇ ਆ ਕਿਉਂਕਿ ਇੱਕ ਜਣਾ ਸ਼ਰਾਬ ਪੀਣ ਤੋਂ ਰੋਕਦਾ, ਦੂਜਾ ਜਣਾ ਰੁਕਦਾ ਨਹੀਂ ਹੈਗਾ ਤੇ ਫਿਰ ਲੜਾਈਆਂ ਵੱਧਦੀਆਂ। ਨਹੀਂ, ਇਹ ਵੀ ਰੌਂਗ ਮੈਂ ਕਹੂੰਗਾ। ਜੇ ਉਹਨੂੰ ਰੋਕਣ ਦੀ ਲੋੜ ਨਹੀਂ ਪੈਂਦੀ ਜੇ ਉਹ ਬੰਦੇ ਆਂਗਾ ਪੀਂਦਾ। ਬਿਲਕੁਲ। ਜੇ ਉਹ ਇਨਸਾਨੀਅਤ ਤੌਰ ਤੇ ਪੀਂਦਾ ਤਾਂ ਉਹਨੂੰ ਰੋਕਣ ਦੀ ਲੋੜ ਨਹੀਂ ਪੈਂਦੀ ਜੀ। ਜੇ ਜਿਹੜਾ ਬੰਦਾ 8 ਘੰਟੇ 10 ਘੰਟੇ ਚਲੋ ਜਨਰਲ ਲੇਬਰ ਕੀਤੀ ਜਾਂ ਸੈਕੰਡ ਕੀਤੀ, ਜੋ ਵੀ 2-2 ਜੌਬਾਂ ਵੀ ਕੀਤੀਆਂ, ਵੀ ਜੇ ਬੰਦਾ ਬਹੁਤ ਜੌਬਾਂ ਕਰਕੇ ਆਪਣੇ ਇੰਨਾ 18 ਘੰਟੇ ਕੰਮ ਕਰੇ, ਛੋਟੇ 2 ਸ਼ਾਟ ਲਾ ਕੇ ਖਾਣਾ ਖਾ ਕੇ ਸੌਂ ਗਏ, 5 ਘੰਟੇ ਉੱਠ ਕੇ ਕੰਮ ਤੇ ਚਲ ਗਿਆ, ਤੁਸੀਂ ਦੱਸਿਓ ਉਹਦਾ ਕੀ ਕਸੂਰ ਹੈ? ਜੀ ਜੀ, ਬਿਲਕੁਲ ਸਰ, ਬਿਲਕੁਲ ਜੀ ਸਰ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਜੀ। ਹਫ਼ਤੇ ਦਾ 1000 1200 1300 ਡਾਲਰ ਸਸਤੇ ਟਾਈਮ 'ਚ ਡਿੱਗਦਾ ਸੀ, ਉਹ ਕਿਉਂ ਲੜੂਗੀ ਜਿਹਨੂੰ ਰਾਤ ਦਿਨ ਮਰ ਕੇ ਉਹ ਲਿਆ ਕੇ ਦਿੰਦਾ ਸੀ? ਜੀ ਬਿਲਕੁਲ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ। ਥੈਂਕ ਯੂ ਸੋ ਮਚ। ਤੇ ਨਾਥ ਜੀ, ਜਿਵੇਂ ਕਿ ਇਹ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਦੱਸਦੀ ਕਿ ਹਮਦਰਦ ਟੀਵੀ ਦਾ ਮਕਸਦ ਸ਼ਰਾਬ ਨੂੰ ਪ੍ਰਮੋਟ ਕਰਨਾ ਨਹੀਂ ਹੈ। ਸੋ ਕਿਉਂਕਿ ਕਰੋਨਾ ਵਾਇਰਸ ਕਰਕੇ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਬਹੁਤ ਐਵੇਂ ਦੀਆਂ ਗੱਲਾਂ ਬਣੀਆਂ ਪਈਆਂ ਸੀ ਤੇ ਇਸ ਵਕਤ ਜੋ ਸਰਕਾਰਾਂ ਵੱਲੋਂ ਫੈਸਲੇ ਲਏ ਗਏ ਨੇ, ਸੋ ਉਸ ਮੁੱਦੇ ਉੱਤੇ ਅੱਜ ਅਸੀਂ ਇੱਕ ਡਿਬੇਟ ਵਾਂਗੂ ਕਰ ਰਹੇ ਹਾਂ, ਤੁਹਾਡੀ ਰਾਏ ਲੈ ਰਹੇ ਹਾਂ ਕਿ ਸਰਕਾਰਾਂ ਵੱਲੋਂ ਜੋ ਇਸ ਵਕਤ ਸਰਵਿਸਿਜ਼ ਸ਼ਰਾਬ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਨੇ, ਇੱਥੇ ਵੀ ਐਲਸੀਬੀ ਉਸ ਨੂੰ ਅਸੈਂਸ਼ੀਅਲ ਬਿਜ਼ਨਸ ਵਾਂਗੂ ਕਰਾਰ ਦਿੱਤਾ ਗਿਆ। ਪੰਜਾਬ ਦੇ ਵਿੱਚ ਹੋਮ ਡਿਲੀਵਰੀ ਹੋਇਆ ਕਰੇਗੀ। ਸੋ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈਗਾ ਜੀ? ਨਾਥ ਜੀ। ਭਾਈ ਸਾਹਿਬ ਨੇ ਬੜੇ ਚੰਗੇ ਪੁਆਇੰਟ ਆਏ ਨੇ। ਹਰੇਕ ਦਾ ਆਪਦਾ ਐਕਸਪੀਰੀਅੰਸ ਆ। ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਇਹ ਦੱਸਿਆ। ਮੇਰੇ ਇੱਕ ਮਿੱਤਰ ਨੇ ਜੀ, ਮੈਂ ਉਹਨੂੰ ਜਾਣਦਾ, ਮੇਰੇ ਤੋਂ ਵੱਡੀ ਉਮਰ ਦੇ ਨੇ, ਔਰ ਉਹਨਾਂ ਨੇ ਕਦੇ ਵੀ 2 ਡਰਿੰਕਸ ਤੋਂ ਉੱਪਰ ਨਹੀਂ ਲਾਈਆਂ। 2 ਤੇ ਉਹਨਾਂ ਦਾ ਨੰਬਰ ਬਣਦਾ। ਔਰ ਜਿਹੜੀਆਂ 2 ਡਰਿੰਕਸ ਨੇ, ਜਿਹਨੂੰ ਐਕਚੁਅਲ ਡਰਿੰਕ ਕਹਿੰਦੇ, ਜਿਹੜੀ ਸਾਡੀ ਦੇਸੀ ਡਰਿੰਕ ਹੈ ਨਾ, ਉਹ ਡਬਲ ਜਾਂ ਟ੍ਰਿਪਲ ਬਣ ਜਾਂਦੀ ਹੈ। ਜੋ ਕੁਛ ਅਸੀਂ ਗਲਾਸ 'ਚ ਪਾਉਂਦੇ ਹਾਂ, ਜਿਹੜੀ ਸਾਨੂੰ ਬਾਰ ਦੇ ਵਿੱਚ ਜਾ ਕੇ ਮਿਲਦੀ ਹੈ, ਉਹਦੇ ਨਾਲ ਦੁੱਗਣੀ ਜ਼ਰੂਰ ਹੁੰਦੀ ਹੈ, ਕਈ ਵਾਰੀ ਉਦੋਂ ਵੱਧ ਹੁੰਦੀ ਹੈ। ਮੈਂ ਜਿਹੜੇ ਭਾਈ ਸਾਹਿਬ ਦੀ ਗੱਲ ਕਰਦਾ, ਉਹਨਾਂ ਨੇ ਕਦੇ ਵੀ ਜਿਹੜੀ ਐਕਚੁਅਲ ਡਰਿੰਕ ਹੈ 2 ਤੋਂ ਵੱਧ ਕਦੇ ਨਹੀਂ ਪੀਤੀ। ਪਰ ਇਹੋ ਜਿਹੇ ਲੋਕ ਮੇਰਾ ਨਹੀਂ ਖਿਆਲ ਹੈ ਕਿ ਬਹੁਤੇ ਹੋਣਗੇ ਜੀ। ਹਾਂ, ਜਿਹੜਾ ਇਹ ਗੱਲ ਹੈਗੀ ਆ, ਥੋੜੀ ਡਿਬੇਟ ਆਪਣੀ ਦੂਜੇ ਪਾਸੇ ਨੂੰ ਚਲੀ ਜਾਣੀ ਹੈ, ਪਰ ਮੈਂ ਮਾੜੀ ਜੀ ਗੱਲ ਕਰਾਂਗਾ ਇਹਦੇ ਉੱਤੇ ਕਿ ਜੇ ਬੰਦਾ 12 ਘੰਟੇ 14 ਘੰਟੇ 18 ਘੰਟੇ ਕੰਮ ਕਰਕੇ ਆ ਕੇ ਅਸੀਂ ਕਹਿੰਦੇ ਜੇ 2 ਪੈਗ ਲਾ ਲੈਂਦਾ ਤਾਂ ਕੋਈ ਏਡੀ ਗੱਲ ਨਹੀਂ, ਦੈਟ ਇਜ਼ ਫਾਈਨ। ਪਰ ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਬਰਾਬਰ 18 ਘੰਟੇ ਕੰਮ ਕਰਦੀ ਹੈ। ਜੇ ਉਹ ਬਾਕੀ ਥਾਂ ਦੇ ਉੱਤੇ ਜਿੱਥੇ ਜੌਬ ਕਰਦੀ ਹੈ, ਜੇ ਉੱਥੇ 8 ਘੰਟੇ ਕੰਮ ਕਰਦੀ ਹੈ, ਘੰਟਾ ਪਹਿਲਾਂ ਉੱਠੀ ਹੈ ਵਿਚਾਰੀ, ਘੰਟਾ ਬਾਅਦ 'ਚ ਆਈ ਹੈ, 10 ਘੰਟੇ ਦਾ ਇਹ ਹੋ ਗਏ। ਤੇ ਘਰ 'ਚ ਰੋਟੀ ਪਾਣੀ ਆ ਕੇ ਤਿਆਰ ਕਰਨਾ, ਬੱਚੇ ਵੀ ਉਹਨੇ ਸਾਂਭਣੇ ਆ, ਲਾਂਡਰੀ ਵੀ ਉਹਨੇ ਕਰਨੀ ਆ, ਸਾਰੇ ਕੰਮ ਉਹਨੇ ਕਰਨੇ ਆ। ਮਰਦ ਆਉਂਦਾ
ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਵੱਡੀ ਪਰਸੈਂਟੇਜ ਆ ਕੰਮ ਕਰਕੇ ਆਉਂਦਾ, ਬਿਲਕੁਲ। ਜੁੱਤੀ ਲਾਉਂਦਾ, ਆਪਦਾ ਜਿਹੜਾ ਕੋਟ ਵੀ ਪਾਇਆ ਉਹ ਚੱਕ ਕੇ ਉੱਥੇ ਰੱਖ ਦੇਣਾ, ਉਹਨੇ ਆ ਕੇ ਬਹਿ ਜਾਣਾ ਤੇ ਜਾਂਦੇ ਨੇ ਫਰਿੱਜ ਨੂੰ ਹੱਥ ਪਾਉਣਾ, ਉਹ 'ਚ ਬੀਰ ਕੱਢ ਲੈਣੀ ਆ, ਜਾਂ ਉਹਨੇ ਆਪਦੀ ਲਿਕਰ ਕੈਬਨਟ ਜਾਣਾ, ਉਹ 'ਚ ਆ ਕੇ ਡਰਿੰਕ ਪਾਉਣੀ ਆ, ਜਿਵੇਂ ਕੋਈ ਅਹਿਸਾਨ ਕੀਤਾ ਹੋਵੇਗਾ। ਨਹੀਂ, ਅਹਿਸਾਨ ਨਹੀਂ ਹੈ ਭਾਈ ਸਾਹਿਬ, ਤੁਸੀਂ ਕੰਮ ਕਰਕੇ ਆਏ ਹੋ, ਤੁਹਾਡੀ ਇੱਕ ਕਬੀਲਦਾਰੀ ਆ, ਤੁਸੀਂ ਇੱਕ ਜਿਹੜੀ ਨਾਲ ਤੁਹਾਡੇ ਨਰੜੀ ਹੋਈ ਆ ਉਹਨੂੰ ਲੈ ਕੇ ਆਏ ਹੋ, ਤੁਹਾਡੀ ਜ਼ਿੰਮੇਵਾਰੀ ਆ, ਉਹ ਤੁਹਾਡੇ ਉਹਦੇ ਬੱਚੇ ਹੈਗੇ ਨੇ, ਤੁਹਾਡੀ ਉਹ ਜ਼ਿੰਮੇਵਾਰੀ ਆ। ਇਹ ਕੋਈ ਜ਼ਿੰਮੇਵਾਰੀ ਨਹੀਂ, ਇਹ ਕੋਈ ਮਤਲਬ ਨਹੀਂ ਬਣ ਜਾਂਦਾ ਕਿ ਤੁਹਾਡਾ ਕੀ ਮਤਲਬ ਹੈ ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਉਹ 18 ਘੰਟੇ ਕੰਮ ਨਹੀਂ ਕਰਦੇ। ਬਿਲਕੁਲ ਸਰ, ਜਿਵੇਂ 24 ਘੰਟੇ ਕੰਮ ਤੁਸੀਂ ਨਹੀਂ ਕਰਦੇ। ਸ਼ਰਾਬ ਦੀ ਗੱਲ ਕੀਤੀ ਹੈ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ 21 ਸਤੰਬਰ 2018 ਨੂੰ ਇਹ ਗੱਲ ਜਿਹੜੀ ਆ ਆਪਣੇ ਪੇਜ ਦੇ ਉੱਤੇ ਇਹ ਗੱਲ ਲਿਖੀ ਗਈ ਆ, ਪ੍ਰਕਾਸ਼ਿਤ ਕੀਤੀ ਗਈ ਆ ਕਿ ਸ਼ਰਾਬ ਦੇ ਸੇਵਨ ਦੇ ਨਾਲ ਹਰ ਸਾਲ 3 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ। ਅੱਜ ਅਸੀਂ ਕਰੋਨਾ ਵਾਇਰਸ ਦੇ ਅੱਗੇ ਗੱਲ ਕਰ ਰਹੇ ਹਾਂ ਕਿ ਕਰੋਨਾ ਵਾਇਰਸ ਕਰਕੇ ਇੰਨੇ ਲੋਕਾਂ ਦੀ ਮੌਤ ਹੋ ਗਈ, ਉਹਨੇ ਲੋਕਾਂ ਦੀ ਮੌਤ ਹੋ ਗਈ, ਪਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਗੱਲ 21 ਸਤੰਬਰ 2018 ਨੂੰ ਕਹੀ ਹੈ ਕਿ 3 ਮਿਲੀਅਨ ਲੋਕ ਹਰ ਸਾਲ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਮਰਦੇ ਨੇ, ਬੁਰੀ ਤਰ੍ਹਾਂ ਸੇਵਨ ਕਰਨ ਨਾਲ ਮਰਦੇ ਨੇ, ਜਿਨ੍ਹਾਂ ਵਿੱਚੋਂ ਵਧੇਰਿਆਂ ਦੀ ਉਮਰ 20 ਤੋਂ ਲੈ ਕੇ 39 ਸਾਲ ਦੇ ਵਿੱਚ ਹੁੰਦੀ ਹੈ। ਸਰ ਕੀ ਕਹੋਗੇ? ਔਰ ਇਮੇਜਿਨ ਕਰੋ ਤਰਨ, ਇਹ ਜਿਹੜੀ ਮੌਤ ਵੀ ਹੈ ਨਾ, ਇਟਸ ਅ ਸਲੋ ਡੈਥ, ਬਿਲਕੁਲ, ਇਟਸ ਨਾਟ ਅ ਸਡਨ ਡੈਥ। ਹੌਲੀ ਹੌਲੀ ਤੁਹਾਡਾ ਜਿਹੜਾ ਸਿਸਟਮ ਹੈ ਤੁਹਾਡੇ ਉਹ ਡਿਟਰੋਏਟ ਹੋ ਜਾਂਦਾ, ਖਰਾਬ ਹੋਣ ਲੱਗ ਜਾਂਦਾ। ਅਖੀਰ ਜਿਹੜਾ ਬੰਦਾ ਐਲਕੋਹਲਿਕ ਹੈ ਨਾ, ਆਈ ਫੀਲ ਸੌਰੀ ਫॉर them, ਜਿਹੜਾ ਉਹ ਬੰਦਾ ਐਲਕੋਹਲਿਕ ਹੋ ਜਾਂਦਾ, ਉਹਦੇ ਪਸੀਨੇ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ, ਉਹਦੇ ਚਾਹੇ ਜਿੰਨਾ ਮਰਜ਼ੀ ਬਰਸ਼ ਕਰ ਲਵੇ, ਉਹਦੇ ਸਾਹ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਆ। ਅਖੀਰ ਹਾਲਤ ਇੱਥੇ ਪਹੁੰਚ ਜਾਂਦੀ ਹੈ ਜੇ ਉਦੋਂ ਪਹਿਲਾਂ ਜਿਹੜਾ ਵੀ ਬਚ ਸਕਦਾ, ਜਿਹੜਾ ਬਚਿਆ ਹੋਇਆ, ਜਿਹਨੇ ਆਪਦੇ ਆਪ ਨੂੰ ਕੰਟਰੋਲ ਕੀਤਾ, ਆਈ ਸੈਲੂਟ ਟੂ ਦੋਜ਼ ਪੀਪਲ। ਪਰ ਜਦੋਂ ਹਾਲਾਤ ਕਈ ਵਾਰੀ ਐਸੇ ਹੋ ਜਾਂਦੇ ਨੇ ਕਿ ਤੁਸੀਂ ਉਹ ਸਟੇਜ ਤੇ ਜਾ ਵੜਦੇ ਹੋ ਕਿ ਤੁਹਾਨੂੰ ਰੁਕਣਾ ਬੜਾ ਮੁਸ਼ਕਲ ਹੋ ਜਾਂਦਾ। ਜਿਹੜਾ ਉੱਥੋਂ ਨਿਕਲ ਕੇ ਮੁੜਿਆ ਆ, ਆਈ ਸੈਲੂਟ ਦੈਟ ਪਰਸਨ ਐਜ਼ ਵੈਲ, ਬਹੁਤ ਵਧੀਆ ਗੱਲ ਕੀਤੀ ਹੈ। ਪਰ ਮਨ ਅੰਦਰੋਂ ਤੁਹਾਨੂੰ ਤਕੜਾ ਕਰਨਾ ਪੈਂਦਾ। ਜੇ ਤੁਹਾਡਾ ਮਨ ਤਕੜਾ ਨਹੀਂ ਨਾ, ਫਿਰ ਇੱਕ ਮੈਂ ਹੋਰ ਗੱਲ ਕਹਦਾ, ਜਿਹੜੇ ਤੁਹਾਡੇ ਦੋਸਤ ਮਿੱਤਰ ਆ, ਜਦੋਂ ਤੁਹਾਨੂੰ ਪਤਾ ਵੀ ਤੁਹਾਨੂੰ ਪ੍ਰੋਬਲਮ ਹੈ ਤੇ ਤੁਹਾਡਾ ਦੋਸਤ ਮਿੱਤਰ ਤੁਹਾਨੂੰ ਕਹਿੰਦਾ ਯਾਰ ਮੈਂ ਤੇਰਾ ਮਿੱਤਰ ਆ, ਤੂੰ ਲੈ ਲਾ, ਇੱਕ ਤਾਂ ਮੇਰੇ ਨਾਲ ਲਾ ਲਾ, ਉਹ ਤੁਹਾਡਾ ਮਿੱਤਰ ਨਹੀਂ ਆ, ਤੁਹਾਡਾ ਦੁਸ਼ਮਣ ਹੈ। ਜਿਹੜਾ ਤੁਹਾਨੂੰ ਪਤਾ ਕਿ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ, ਉਹ ਤੁਹਾਨੂੰ ਫੇਰ ਆਫਰ ਕਰ ਰਿਹਾ ਵੀ ਮੇਰੇ ਨਾਲ ਤੂੰ ਜ਼ਰੂਰ ਪੀ, ਉਹ ਤੁਹਾਡਾ ਮਿੱਤਰ ਕਿਸੇ ਪਾਸੇ ਹੋ ਹੀ ਨਹੀਂ ਸਕਦਾ। ਇਦੋਂ ਵੱਡਾ ਦੁਸ਼ਮਣ ਕੋਈ ਨਹੀਂ ਹੈ ਜਿਹੜਾ ਕਿ ਤੁਹਾਡੀ ਸਿਹਤ, ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰਨ ਤੇ ਥੋੜਾ। ਜੀ ਬਿਲਕੁਲ। ਤੇ ਸਰ ਹੁਣ ਥੋੜਾ ਜਿਹਾ ਆਪਾਂ ਬਾਕੀ ਖਬਰਾਂ ਵੱਲ ਵੀ ਨਜ਼ਰ ਮਾਰ ਲਈਏ ਕਿਉਂਕਿ ਸਮਾਂ ਵੀ ਅੱਗੇ ਕਾਫੀ ਰਫ਼ਤਾਰ ਨਾਲ ਵੱਧ ਰਿਹਾ। ਬਿਲਕੁਲ ਜੀ, ਹਾਂ, ਆਪਣੀਆਂ ਖਬਰਾਂ ਬਹੁਤ ਪਈਆਂ। ਬਿਲਕੁਲ ਜੀ, ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ ਦੇ ਵਿੱਚ ਕੁਝ ਹੋਰ ਰਿਟੇਲਸ ਜਿਹੜੇ ਆ ਸਟੋਰਸ ਓਪਨ ਕਰਨ ਦੀ ਗੱਲ ਜਿਹੜੀ ਆ ਮਿਸਟਰ ਫੋਰਡ ਨੇ ਅੱਜ ਕੀਤੀ ਆ, ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਜ਼ਰੂਰ ਦਿਓ। ਹਾਂ ਤਰਨ, ਗਾਰਡਨ ਸੈਂਟਰਸ ਜਿਹੜੇ ਨੇ ਜੀ ਐਸ ਫਰਾਈਡੇ ਨੂੰ ਅਲਾਉਡ ਆ ਖੁੱਲਣਾ। ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਸੋ ਗਾਰਡਨ ਸੈਂਟਰ ਦੇ ਅੰਦਰ ਜਾ ਸਕਦੇ ਹੋ, ਤੁਸੀਂ ਆਪਦੀ ਖਰੀਦ ਫਰੋਖਤ ਕਰ ਸਕਦੇ ਹੋ, ਕਿਸੇ ਦੇ ਨੇੜੇ ਨਹੀਂ ਹੋ ਸਕਦੇ। ਦੂਸਰਾ ਜੀ ਹਾਰਡਵੇਅਰ ਸਟੋਰਸ ਜਿਵੇਂ ਰੋਨਾ ਵਗੈਰਾ ਹੈਗੇ ਨੇ, ਉਹ ਸੈਟਰਡੇ ਨੂੰ ਅਲਾਉਡ ਨੇ, ਉਹਦੇ ਵੀ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਤੁਸੀਂ ਜਾ ਸਕਦੇ ਹੋ। ਜੇ ਤੁਸੀਂ ਜਿਹੜੇ ਕਈ ਰਿਟੇਲ ਸਟੋਰਸ ਹੈਗੇ ਨੇ, ਜਿਹੜੇ ਸਟੋਰਸ ਸੜਕ ਦੇ ਉੱਤੇ ਜਿਹਦੀ ਐਂਟਰੈਂਸ ਹੈਗੀ ਆ, ਜਿਵੇਂ ਡਾਊਨਟਾਊਨ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ, ਕੁਈਨ ਸਟਰੀਟ ਤੇ, ਕਿੰਗ ਸਟਰੀਟ ਤੇ, ਯੰਗ ਸਟਰੀਟ ਤੇ, ਇਹੋ ਜਿਹੀਆਂ ਦੁਕਾਨਾਂ ਨੇ ਜਿਹਦੀ ਐਂਟਰੈਂਸ ਮੇਨ ਰੋਡ ਦੇ ਉੱਤੇ ਆ, ਉਹ ਵੀ ਖੋਲ੍ਹੀਆਂ ਜਾਣਗੀਆਂ ਤੇ ਤੁਹਾਨੂੰ ਅੰਦਰੋਂ ਕਰਬ ਦੇ ਉੱਤੇ ਸਮਾਨ ਲਿਆ ਕੇ ਦਿੱਤਾ ਜਾਵੇਗਾ। ਮੈਂ ਤੁਹਾਨੂੰ ਥੋੜੀ ਗੱਲ ਦੱਸਾਂ, ਸਾਊਥ ਕੋਰੀਆ ਦੇ ਵਿੱਚ ਉੱਥੇ ਬੇਸਬਾਲ ਸ਼ੁਰੂ ਹੋ ਗਈ ਜੀ। ਉੱਥੇ ਬੇਸਬਾਲ ਦੀ ਬਿਲਕੁਲ ਲੀਗ ਹੈ, ਬਿਲਕੁਲ ਜਿਵੇਂ ਆਪਣੇ ਨਾਰਥ ਅਮਰੀਕਾ ਦੇ ਵਿੱਚ ਲੀਗ ਆ, ਮੇਜਰ ਲੀਗ ਬੇਸਬਾਲ ਆਪਣੇ ਉੱਥੇ ਕੋਰੀਅਨ ਲੀਗ ਹੈਗੀ ਆ, ਉੱਥੇ ਉਹ ਸ਼ੁਰੂ ਹੋ ਗਈ ਆ। ਉਹਨਾਂ ਨੇ ਪਤਾ ਕੀ ਕੀਤਾ ਤਰਨ ਜੀ, ਇਕੱਲੇ ਪਲੇਅਰ ਖੇਡਦੇ ਆ ਓਕੇ, ਸਟੇਡੀਅਮ ਦੇ ਵਿੱਚ। ਸਟੇਡੀਅਮ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਉਹਨਾਂ ਨੇ ਫੋਟੋਆਂ ਰੱਖਤੀਆਂ ਨੇ ਜਿਵੇਂ ਲੋਕ ਬੈਠੇ ਹੁੰਦੇ ਆ। ਜੇ ਕਿਸੇ ਨੇ ਆਨਲਾਈਨ ਜਾ ਕੇ ਦੇਖਣਾ ਹੈਗੀ ਆ, ਕੋਰੀਆ ਦੇ ਵਿੱਚ ਪਲੇਅਰਸ ਇਕੱਲੇ ਖੇਡ ਰਹੇ ਨੇ ਤੇ ਸੀਟਾਂ ਨਹੀਂ ਦਿਸਦੀਆਂ, ਇਉਂ ਲੱਗਦਾ ਜਿਵੇਂ ਬੰਦੇ ਬੈਠੇ ਹੁੰਦੇ ਆ। ਉਹਨਾਂ ਨੇ ਇਹ ਢੰਗ ਅਪਣਾਇਆ ਤਾਂ ਮੈਨੂੰ ਲੱਗਦਾ ਜਿਹੜੀ ਅੱਜ ਨੈਸ਼ਨਲ ਫੁੱਟਬਾਲ ਲੀਗ ਹੈਗੀ ਆ, ਉਹਨੇ ਆਪਦਾ ਜਿਹੜਾ ਸਕੈਜੂਅਲ ਆ ਸਾਲ ਦਾ ਉਹ ਇਸ਼ੂ ਕਰ ਦਿੱਤਾ ਜਾਂ ਕਰ ਦੇਣਾ ਉਹਨਾਂ ਨੇ। ਉਹ ਸਕੈਜੂਲ ਜਿਹੜਾ ਸਕੈਜੂਲ ਲੈਕਚਰ ਹੋਣਾ ਉਹੀ ਕੀਤਾ ਉਹਨਾਂ ਨੇ। ਔਰ ਮੇਰਾ ਖਿਆਲ ਹੈ ਕਿ ਉਹਨਾਂ ਦੀ ਸਕੀਮ ਇਹ ਹੈਗੀ ਹੈ ਕਿਸੇ ਹਿਸਾਬ ਦੇ ਵਿੱਚ ਫੁੱਟਬਾਲ ਦੀ ਜਿਹੜੀ ਅਮਰੀਕਨ ਫੁੱਟਬਾਲ ਆ, ਮੈਨੂੰ ਇਹ ਹੁਣ ਤੱਕ ਕਿਸੇ ਨੇ ਇਹਦਾ ਜਵਾਬ ਨਹੀਂ ਦਿੱਤਾ ਮੈਨੂੰ ਫੁੱਟਬਾਲ ਕਿਉਂ ਕਹਿੰਦੇ, ਜਿਹੜੀ ਖੇਡੀ ਹੱਥਾਂ ਨਾਲ ਜਾਂਦੀ ਹੈ। ਐਨੀ ਹਾਓ NFL ਨੇ ਆਪਦਾ ਸਕੈਜੂਲ ਜਾਰੀ ਕਰ ਦੇਣਾ ਜੀ, ਮੈਨੂੰ ਲੱਗਦਾ ਉਹਦੀ ਅੱਗੇ ਮੰਨ ਸ਼ੁਰੂ ਹੋ ਜਾਣਾ। ਜੀ ਸਰ, ਨਿਊਯਾਰਕ ਦੇ ਵਿੱਚ ਜਿਹੜੇ ਆ 2 ਟਰੱਕ ਡੈਡ ਬੋਡੀਜ਼ ਤੇ ਮਿਲਿਆ, ਇਹਦੇ ਬਾਰੇ ਵਿੱਚ ਕੁਝ ਖੁਲਾਸਾ ਹੋਇਆ ਕਿ ਇਹ ਕੀ ਹੈ? ਜੀ ਉਹ ਤਰਨ ਇੱਕ ਜਿਹੜਾ ਫਿਊਨਰਲ ਹੋਮ ਆ ਉੱਥੇ ਆ,
ਫਿਊਨਰਲ ਹੋਮ ਦੇ ਵਿੱਚ ਗਿਣਤੀ ਹੋਈ, ਨਿਊਯਾਰਕ ਦੀ ਹਾਲਤ ਇਹ ਹੈ, ਉੱਥੇ ਗਿਣਤੀ ਹੋਈ ਇੰਨੀ ਵੱਧ ਗਈ ਹੈ ਕਿ ਜਿਹਨੂੰ ਮੋਰਗ ਕਹਿੰਦੇ ਆ ਹਸਪੀਟਲ ਦੇ ਵਿੱਚ, ਜਿੱਥੇ ਲਾਸ਼ ਰੱਖੀ ਜਾਂਦੀ ਆ, ਉਹ ਟੈਂਪਰੇਚਰ ਕੰਟਰੋਲ ਹੁੰਦਾ, ਉਹ ਥਾਵਾਂ ਭਰੀਆਂ ਹੋਈਆਂ ਨੇ। ਉੱਥੋਂ ਫਿਰ ਜਿਹੜੇ ਫਿਊਨਰਲ ਵਾਸਤੇ ਜਾਣਾ, ਫਿਊਨਰਲ ਹੋਮ ਦੇ ਵਿੱਚ ਜਗ੍ਹਾ ਨਹੀਂ ਹੈ, ਤੇ ਫਿਊਨਰਲ ਹੋਮ ਨੇ ਕਈ ਟਰੱਕ ਰੈਂਟ ਕੀਤੇ ਨੇ ਜਿਹੜੇ ਕਿ ਟੈਂਪਰੇਚਰ ਕੰਟਰੋਲ ਨੇ। ਪਰ ਅਖੀਰ ਉਹ ਇੰਨੇ ਦਿਨਾਂ ਦੀਆਂ ਲਾਸ਼ਾਂ ਪਈਆਂ ਨੇ, ਅਖੀਰ ਜਿਹੜੀ ਬਾਡੀ ਆ ਉਹ ਗਲਣ ਲੱਗ ਜਾਂਦੀ ਹੈ, ਉਹਦੀ ਸਮੈਲ ਆਈ ਹੈ। ਜਦੋਂ ਸਮੈਲ ਆਈ ਹੈ ਤਾਂ ਲੋਕਾਂ ਨੇ ਇਸ ਗੱਲ ਦੀ ਕੰਪਲੇਂਟ ਕੀਤੀ ਹੈ ਕਿ ਆਸੇ-ਪਾਸੇ ਸਾਨੂੰ ਤਾਂ ਸਮੈਲ ਬਹੁਤ ਆ ਰਹੀ ਹੈ। ਜਦੋਂ ਆ ਕੇ ਚੈੱਕ ਕੀਤਾ ਗਿਆ ਤਾਂ ਉਹਨਾਂ ਟਰੱਕਸ ਦੇ ਵਿੱਚ ਕਈ ਦਿਨਾਂ ਦੇ ਉਹ ਬਾਡੀਜ਼ ਪਈਆਂ ਸਨ, ਜਿਨ੍ਹਾਂ ਨੂੰ ਕਿ ਹਲੇ ਉਹ ਡਿਸਪੋਜ਼ ਆਫ ਨਹੀਂ ਕਰ ਸਕੇ। ਇੱਕ ਬੜੀ ਮੰਦੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਬਿਕਾਜ਼ ਆਫ ਕੋਵਿਡ-19। ਕਿਸੇ ਫਿਊਨਰਲ ਹੋਮ ਦਾ ਜੀ ਨਹੀਂ ਕਰਦਾ ਸੀ ਕਿਤੇ। ਆਪਾਂ ਹੁਣ ਤੋਂ ਹਫ਼ਤਾ ਤੱਕ ਪਹਿਲਾਂ ਗੱਲ ਕੀਤੀ ਸੀ ਕਿ ਮਾਸ ਗ੍ਰੇਵਸ ਬਣਾਈਆਂ ਜਾ ਰਹੀਆਂ ਨੇ ਨਿਊਯਾਰਕ ਦੇ ਵਿੱਚ, ਜਿਹੜੀ ਬਾਡੀ ਕਲੇਮ ਨਹੀਂ ਕਰਦੇ, ਅੱਗੇ ਬਹੁਤ ਦੇਰ ਉਡੀਕਦੇ ਹੁੰਦੇ ਸੀ, ਹੁਣ ਦੇ ਆਰ ਨਾਓ ਵੇਟਿੰਗ ਐਟ ਆਲ। ਮਾਸ ਗ੍ਰੇਵਸ ਦੇ ਵਿੱਚ ਲਗਾਤਾਰ ਬਾਡੀ ਦੇ ਨਾਲ ਬਾਡੀ, ਜਿਹੜੇ ਕਾਫਿਨਸ ਹੈਗੇ ਨੇ ਉਹ ਵਿੱਚ ਚਿਣ ਕੇ ਮਾਸ ਗ੍ਰੇਵ ਦਫਨਾਇਆ ਜਾ ਰਿਹਾ ਲੋਕਾਂ ਨੂੰ, ਬਾਡੀਜ਼ ਨੂੰ ਡਿਸਪੋਜ਼ ਆਫ। ਜੀ ਸਰ, ਅਮਰੀਕਾ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਉਹ ਸੁਰਖੀਆਂ ਵਿੱਚ ਆਏ ਸੀ, ਕਿਉਂਕਿ ਉਹ ਇੱਕ ਹਸਪੀਟਲ 'ਚ ਗਏ ਸੀ ਜਿੱਥੇ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਉਹਨਾਂ ਦੀ ਕਾਫੀ ਕਿਰਕਰੀ ਹੋਈ ਸੀ। ਇਸ ਤੋਂ ਵੀ ਗੱਲ ਤੋਂ ਕੋਈ ਵੀ ਸਿੱਖਿਆ ਨਹੀਂ ਲਈ ਹੈਗੀ, ਤੇ ਹੁਣ ਮਿਸਟਰ ਟਰੰਪ ਪ੍ਰੈਜ਼ੀਡੈਂਟ ਜਿਹੜੇ US ਦੇ ਨੇ ਉਹ ਦਿਖੇ ਨੇ ਵਿਦਆਊਟ ਮਾਸਕ, ਉਹ ਵੀ ਪਬਲਿਕ ਪਲੇਸ ਤੇ। ਤਾਏ ਦੀ ਨੂੰ ਚੱਲੀ ਮੈਂ ਕਿਉਂ ਰਹਿ ਜਾਂ ਕੱਲੀ। ਟਰੰਪ ਸਾਹਿਬ ਕਹਿੰਦੇ ਮੇਰੀ ਵੀ ਐਵੇਂ ਹੋਣੀ ਚਾਹੀਦੀ ਆ ਜਾਂ ਕੁਝ। ਮੈਂ ਵੀ ਬਾਕੀ ਕਿਸੇ ਫੈਕਟਰੀ 'ਚ ਗਏ ਨੇ, ਉੱਥੇ ਮਾਸਕ ਬਣਦੇ ਨੇ। ਅੱਜ ਕੱਲ੍ਹ ਬਹੁਤ ਫੈਕਟਰੀਆਂ ਨੇ ਆਫਰ ਕੀਤਾ, ਜਿਹੜੀ ਐਕਚੁਅਲ ਜਿੱਥੇ ਜੋ ਕੁਝ ਬਣਦਾ ਸੀ ਉਹਨਾਂ ਨੇ ਆਫਰ ਕੀਤਾ ਕਿ ਅਸੀਂ ਮਾਸਕ ਬਣਾਵਾਂਗੇ। ਜੀਐਮ ਨੇ ਵੀ ਕੁਝ ਇਸ ਤਰ੍ਹਾਂ ਦਾ ਇਕਵਿਪਮੈਂਟ ਬਣਾਉਣ ਲੱਗਿਆ ਹੈ। ਉਹ ਫੈਕਟਰੀ 'ਚ ਗਏ ਤੇ ਬਾਕੀਆਂ ਦੇ ਤਾਂ ਮਾਸਕ ਲੱਗੇ ਹੋਏ ਨੇ, ਤੇ ਟਰੰਪ ਸਾਹਿਬ ਦੇ ਜਿਹੜੀਆਂ ਸੇਫਟੀ ਗੌਗਲਸ ਤਾਂ ਲਾਈਆਂ ਹੋਈਆਂ ਨੇ, ਮਾਸਕ ਨਹੀਂ ਲਾਇਆ ਹੈ। ਪਤਾ ਨਹੀਂ ਉਹਨਾਂ ਨੂੰ ਸ਼ਾਇਦ ਡਰ ਆ ਕਿ ਅੱਖਾਂ ਤੋਂ ਬਿਮਾਰੀ ਲੱਗਦੀ ਹੋਊਗੀ, ਸ਼ਾਇਦ ਉਹਨਾਂ ਨੂੰ ਕਿਸੇ ਨੇ ਇਹ ਸਮਝਾਇਆ ਹੋਵੇ ਬਿਮਾਰੀ ਅੱਖਾਂ ਤੋਂ ਲੱਗਦੀ ਹੈ, ਹੋਰ ਬਾਕੀ ਥਾਂ ਤੋਂ ਨਹੀਂ ਲੱਗਦੀ, ਉਹਨਾਂ ਨੇ ਮਾਸਕ ਨਹੀਂ ਪਾਇਆ। ਪਰ ਦੇ ਆਰ ਇਨ ਦ ਨਿਊਜ਼। ਜੀ ਤੇ ਸਰ, 에ਅਰ ਇੰਡੀਆ ਦੀ ਕੋਈ ਖਬਰ ਆਈ ਹੈ? ਕਿਉਂਕਿ ਜਿਵੇਂ ਕੱਲ ਅਸੀਂ ਦੇਖ ਰਹੇ ਸੀ, ਅਸੀਂ ਨਿਊਜ਼ ਵਿੱਚ ਵੀ ਲਗਾਇਆ ਸੀ ਕਿ ਭਾਰਤ ਹੁਣ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਜਿਹੜਾ ਹੈ ਉਹ ਵਾਪਸ ਕੱਢੇਗਾ, ਤੇ ਕੁਝ ਉਹਦੇ ਵਿੱਚ ਦੇਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਸੀ। ਕਦੋਂ ਤੋਂ ਇਹ ਕੱਢਣੀ ਸ਼ੁਰੂ ਹੋ ਰਹੀ ਹੈ, ਤੇ ਕੀ ਕੋਈ ਬੁਕਿੰਗ ਵਗੈਰਾ ਦਾ ਕੋਈ ਸਿਸਟਮ ਸਾਹਮਣੇ ਆਇਆ? ਅਜੇ ਤੱਕ ਮੈਨੂੰ ਇਹਦੇ ਪੂਰੇ ਅਪਡੇਟ ਹੈ ਨਹੀਂ ਗੀ ਜੀ, ਪਰ ਤੁਹਾਨੂੰ ਆਪਾਂ ਕੱਲ ਗੱਲ ਕੀਤੀ ਸੀ ਕਿ 50,000 ਰੁਪਈਆ ਦੀ ਟਿਕਟ ਹੈਗੀ ਆ ਲੰਡਨ ਤੋਂ, ਤੇ 1700-1800 ਹਜ਼ਾਰ ਮੇਰੇ ਖਿਆਲ ਹੈਗੀ ਆ ਢਾਕਾ ਨੂੰ, ਦਿੱਲੀ ਤੋਂ ਢਾਕਾ। ਇਹਦੇ ਵਿੱਚ ਵੀ ਹਲੇ ਕੋਈ ਪੱਕਾ ਨਹੀਂ ਹੈ। ਸ਼ਾਇਦ ਸਰਕਾਰ ਦੁਬਾਰੇ ਸੋਚ ਰਹੀ ਹੈ ਇਸ ਮਾਮਲੇ 'ਚ, ਵੈਦਰ ਚਲਾਉਣੀਆਂ ਕਿ ਨਹੀਂ ਚਲਾਉਣੀਆਂ। ਸਿੰਗਾਪੁਰ ਦੇ ਵਿੱਚ 4800 ਤੋਂ ਉੱਪਰ ਆਪਣਾ ਇੰਡੀਅਨ ਉੱਥੇ ਫਸਿਆ ਹੋਇਆ ਜੀ, ਔਰ ਕਹਿ ਇਹ ਰਿਹਾ ਕਿ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਕੋਵਿਡ ਹੈ। ਕੋਵਿਡ-19 ਉਹਨਾਂ ਦੇ ਉੱਪਰ ਹੈ, ਮਾਈਲਡ ਹੈਗਾ। ਅਜਿਹਿਆਂ ਨੂੰ ਸਰਕਾਰ ਕਹਿੰਦੀ ਉੱਥੇ ਰਹੋ, ਉੱਥੇ ਵਾਲੇ ਕਹਿੰਦੇ ਆ ਤੁਸੀਂ ਜਾਓ। ਇਹਦੇ ਵਿੱਚ ਕਸ਼ਮਕਸ਼ ਦੇ ਵਿੱਚ ਪਤਾ ਨਹੀਂ ਉਹ ਲੋਕਾਂ ਦਾ ਹਲੇ ਬਣਨਾ ਕੀ ਹੈ। 4800 ਤਾਂ ਉਸਾਂ ਤੇ ਹੋਰ ਜਿੱਦੇ ਵੀ ਥਾਂ ਤੇ ਕੋਵਿਡ ਵਾਲੇ ਨੂੰ ਕੋਈ ਵੀ ਲੈਣ ਨੂੰ ਤਿਆਰ ਨਹੀਂ। ਇਹ ਇੱਕ ਬੜੀ ਵੱਡੀ ਟ੍ਰੈਜਡੀ ਹੈ, ਜਿਹੜੇ ਵਿਚਾਰਿਆਂ ਨੂੰ ਕੋਵਿਡ-19 ਦਾ ਅਟੈਕ ਹੋਇਆ ਹੋਇਆ, ਚਾਹੇ ਮਾਈਲਡ ਹੀ ਹੋਇਆ ਹੋਇਆ। ਸਾਡੀ ਸਰਕਾਰ ਕੈਨੇਡਾ ਵਾਲੀ ਵੀ ਪਹਿਲਾਂ ਚੈੱਕ ਕਰਦੀ ਹੈ, ਆਈਸੋਲੇਟ ਕਰਦੀ ਹੈ, 14 ਦਿਨ ਅਲੱਗ ਰਹਿਣਾ ਪੈਂਦਾ, ਖਰਚਾ ਵੀ ਆਪਦੇ ਕੋਲੋਂ ਕਰਨਾ ਪੈਂਦਾ। ਸੋ ਕੋਵਿਡ ਜਿਹਨੂੰ ਹੋ ਜਾਂਦਾ ਉਹਦੇ ਵਾਸਤੇ ਇੱਕ ਤਾਂ ਵੈਸੀ ਬਿਮਾਰੀ ਹੋਈ ਹੋਈ ਹੈ, ਔਨ ਟਾਪ ਆਫ ਦੈਟ ਉਹਦਾ ਹੋਰ ਖਰਚਾ ਹੋ ਰਿਹਾ। ਇਟਸ ਨਾਟ ਈਜ਼ੀ ਫॉर ਦੋਸ ਪੀਪਲ। ਜੀ ਸਰ, ਲਿਮੋ ਟੈਕਸੀ ਐਸੋਸੀਏਸ਼ਨ ਦੇ ਵੱਲੋਂ ਵੀ ਜੋ ਜਾਣਕਾਰੀ ਦਿੱਤੀ ਗਈ ਸੀ ਕਿ ਕਿਹਾ ਗਿਆ ਕਿ 10 ਦੇ ਕਰੀਬ ਸ਼ਾਇਦ ਡਰਾਈਵਰਸ ਜਿਹੜੇ ਨੇ ਉਹਨਾਂ ਦੀ ਡੈਥ ਹੋਈ ਹੈ। ਏਅਰਪੋਰਟ ਦੀ ਗੱਲ ਹੈ ਜੀ ਇਹ। ਜਿੱਥੇ ਤੱਕ ਮੈਨੂੰ ਪਤਾ ਤਰਨ 6 ਕਨਫਰਮਡ ਕੇਸਿਸ ਨੇ। ਓਕੇ। 10 ਜਿਹੜੇ ਉੱਪਰਲੇ 4 ਨੇ, ਮੈਨੂੰ ਉਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਮਿਲ ਨਹੀਂ ਸਕੀ। ਪਰ ਇਹ ਜਿਹੜੀ ਉੱਥੇ ਦੀ ਐਸੋਸੀਏਸ਼ਨ ਹੈਗੀ ਆ, ਉਹਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ। ਉਹਨਾਂ ਦੇ ਐਸੋਸੀਏਸ਼ਨ ਦੇ ਮੁਤਾਬਕ ਕਿਹਾ ਗਿਆ ਕਿ 10 ਕੇਸਿਸ ਹੋਏ ਨੇ ਇਹੋ ਜਿਹੇ। ਅੱਜ ਜੋ ਆਪਣੇ ਮੇਨ ਸਟ੍ਰੀਮ ਮੀਡੀਆ ਹੈਗਾ ਉਹਦੇ ਵਿੱਚ ਵੀ ਨੰਬਰ 10 ਹੀ ਆਇਆ ਹੋਇਆ। ਪਰ ਇਹ ਬਹੁਤ ਮੰਦਭਾਗੀ ਘਟਨਾ ਹੈ ਜੀ, ਜਿਹੜੇ ਏਅਰਪੋਰਟ ਉੱਤੇ ਡਰਾਈਵਰਸ ਕੰਮ ਕਰਦੇ ਨੇ। ਮੈਂ ਜੀ ਸਲੂਟ ਕਰਦਾ ਜਿੰਨੇ ਵੀ ਹੈਗੇ ਨੇ। ਅੱਜ ਵੈਸੇ ਮੈਂ ਇੰਨਾ ਕੁ ਸੁਣਿਆ ਕਿ ਇੱਕ ਡਰਾਈਵਰ ਜਿਹੜਾ ਕੰਮ ਕਰ ਰਿਹਾ ਸੀ, ਅੱਜ ਉਹਨੇ ਵੀ ਜਵਾਬ ਦੇਣਾ। ਮੇਰੇ ਖਿਆਲ ਗਿਣਤੀ ਦੇ 5-7-10 ਡਰਾਈਵਰਸ ਹੈਗੇ ਨੇ ਜਿਹੜੇ ਕੰਮ ਕਰਦੇ ਨੇ, ਔਰ ਉਹਨਾਂ ਦੀ ਵਾਰੀ ਤਕਰੀਬਨ 8-9 ਘੰਟੇ ਦੀ ਵੇਟ ਬਾਅਦ ਆਉਂਦੀ ਹੈ। ਜਸਟ ਇਮੈਜਿਨ ਦੇ 8-9 ਘੰਟੇ ਦੀ ਵੇਟ ਬਾਅਦ ਜੇ ਬੰਦਾ $60 ਦਾ ਰਨ ਲਾਉਂਦਾ, ਪਰ ਉਹਦੀ ਦਿਹਾੜੀ ਦਾ ਖਰਚਾ ਸਮਵੇਅਰ ਅਰਾਊਂਡ $250 ਹੈ। ਉਹ ਘਰ ਕੀ ਲੈ ਕੇ ਜਾਂਦਾ? ਆਪਦੀ ਜ਼ਿੰਦਗੀ ਦੇ ਨਾਲ ਉਹ ਖਿਲਵਾੜ ਕਰ ਰਿਹਾ, ਖੇਡ ਰਿਹਾ। ਪਤਾ ਨਹੀਂ ਕਿਹਨੇ ਬਿਮਾਰੀ ਲੈ ਕੇ ਚਲੀ ਜਾਣੀ ਆ। ਇਸੇ ਕਰਕੇ ਸਾਡੀਆਂ 6 ਮੌਤਾਂ ਤਾਂ ਜ਼ਰੂਰ ਹੋ ਗਈਆਂ ਨੇ। ਜਿਹੜੀ GTAA ਹੈ, ਅਥਾਰਟੀ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਹੈ।
ਸਿਰਫ ਅੱਖਾਂ ਚੁੱਭਣ ਵਾਸਤੇ ਉਹ ਕਹਿੰਦੇ ਅਸੀਂ ਫ੍ਰੀ ਸਰਵਿਸ ਦਿੱਤੀ ਆ, ਜਿਹੜੀ ਸਰਕਾਰ ਆਉਂਦੀ ਆ ਅਸੀਂ ਉਹਨੂੰ ਡਿਸਇਨਫੈਕਟ ਕਰਦੇ ਆ। ਡਰਾਈਵਰਸ ਨੇ ਕੋਈ ਕੁਛ ਨਹੀਂ, ਉਹਦੇ ਕੋਲ ਕੋਈ ਗਲਵਜ਼ ਨਹੀਂ ਆ, ਆਪਦੇ ਲਿਆਉਣੇ ਲਿਆਓ, ਮਾਸਕ ਆ ਆਪਦਾ ਲਿਆਉਣਾ ਲਿਆਓ। ਹਾਲਾਂਕਿ ਦੇ ਆਰ ਫਰੈਂਕਲੀ ਫਰੰਟ ਲਾਈਨ ਵਰਕਰਸ, ਔਰ ਉਹਨਾਂ ਨੇ ਬੰਦਾ ਵੀ ਉਹ ਚੱਕਣਾ 에ਅਰਪੋਰਟ ਵਾਲਿਆਂ ਨੇ, ਜਿਹੜਾ ਬੰਦਾ ਖਮਣੀ ਕਿਹੜੇ ਕੰਟਰੀ ਚੋਂ ਆਇਆ ਹੋਇਆ, ਜਿਹਦਾ ਉਹ ਬੰਦੇ ਨੇ ਟੈਂਪਰੇਚਰ ਨਹੀਂ ਚੈੱਕ ਕਰਨਾ, ਜਿਹਨੂੰ ਅੰਦਰੋਂ ਬਾਹਰ ਭੇਜ ਦਿੱਤਾ ਕਿ ਚੰਗਾ ਜਾ ਜਿੱਥੇ ਜਾਣਾ ਤੂੰ ਜਾ, ਉਹ ਬੰਦੇ ਨੂੰ ਹੈਂਡਲ ਕੌਣ ਕਰ ਰਿਹਾ? 에ਅਰਪੋਰਟ ਦਾ ਡਰਾਈਵਰ। ਇਸੇ ਕਰਕੇ 에ਅਰਪੋਰਟ ਦੇ ਡਰਾਈਵਰਸ ਦੀ ਜ਼ਿਆਦਾ ਨੁਕਸਾਨ ਹੋਇਆ ਦੈਨ ਦਾ ਸਿਟੀ ਡਰਾਈਵਰਸ। GTA ਨੂੰ ਉਹਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ, ਉਹਨਾਂ ਨੂੰ ਇਸ ਗੱਲ ਦਾ ਕੋਈ ਪਰਵਾਹ ਨਹੀਂ ਹੈ ਕਿ ਜਿਹੜੇ ਸਾਡੇ ਡਰਾਈਵਰਸ ਆ ਉਹਨਾਂ ਦਾ ਨੁਕਸਾਨ ਹੋ ਰਿਹਾ। ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੋਂ ਜਿਹੜੇ ਲੋਕ ਆ ਕੇ ਕਾਰਾਂ ਦੇ ਵਿੱਚ ਆ ਕੇ ਬੈਠ ਰਹੇ ਨੇ, ਡਰਾਈਵਰ ਦੀ ਸੇਫਟੀ ਦਾ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ। ਐਂਡ ਡਰਾਈਵਰਸ ਦੀ ਹੋਰ ਗੱਲ ਦੱਸਦਾ, ਇਹਨਾਂ ਦੀ ਕੋਈ ਕਿਸੇ ਕਿਸਮ ਦੀ ਡਿਸੇਬਿਲਿਟੀ ਨਹੀਂ ਮਿਲਦੀ, ਇਹਨਾਂ ਨੂੰ ਕੁਛ ਵੀ ਨਹੀਂ ਹੈ। ਇਨ ਕੇਸ ਕਿਸੇ ਨੂੰ ਕੁਛ ਹੋ ਗਿਆ ਨਾ ਤਰਨ, ਕੋਈ ਵੀ ਕੁਛ ਨਹੀਂ ਮਿਲਣਾ ਇਹਨਾਂ ਨੂੰ ਵਿਚਾਰ ਨੂੰ। ਘਰੇ ਬੈਠੇ ਆ, ਨੁਕਸਾਨ ਹੋ ਰਿਹਾ ਘਰੇ ਹੋ ਰਿਹਾ ਜੀ। ਹਾਂ, ਸਿਰਫ ਆ ਜਿਹੜਾ $2000 ਆ ਬਹੁਤ ਡਰਾਈਵਰਸ ਨੂੰ ਇਹ ਮਿਲ ਰਿਹਾ ਕਿਉਂਕਿ ਇਸ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ। ਅਦਰਵਾਈਜ਼ ਜੇ ਕਿਸੇ ਦੀ ਮੌਤ ਹੋ ਗਈ ਆ ਜਾਂ ਕੰਮ ਕਰਨ ਨੂੰ ਚਲਾ ਜਾਂਦਾ, ਉਹਦੇ ਵਾਸਤੇ ਕੋਈ ਕੰਪਨਸੇਸ਼ਨ ਨਹੀਂ ਹੈ। ਇਹ ਇੰਡਸਟਰੀ ਐਸੀ ਆ, ਇਹਦੇ ਹੁਣ ਤੱਕ ਕਿਸੇ ਨੇ ਨਿਗਾਹ ਨਹੀਂ ਮਾਰੀ ਵਿੱਚ ਇਸ ਨਾਟ। ਜੀ ਸਰ, ਹਾਈਡਰੋ ਰੇਟਸ ਦੀ ਗੱਲ ਕਰੀਏ ਤਾਂ ਇਹਨੂੰ ਲੈ ਕੇ ਥੋੜਾ ਜਿਹਾ ਸਸਪੈਂਸ ਬਰਕਰਾਰ ਸੀ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ 2 ਮਹੀਨਿਆਂ ਤੱਕ ਸ਼ਾਇਦ ਹਾਈਡਰੋ ਰੇਟਸ ਜਿਹੜੇ ਉਹ ਨਾਰਮਲ ਕੀਤੇ ਗਏ ਨੇ, ਘਟਾਏ ਗਏ ਨੇ। ਕੀ ਇਹ ਹੁਣ ਅੱਗੇ ਵੀ ਬਰਕਰਾਰ ਰਹਿਣਗੇ ਜਾਂ ਫਿਰ ਇਹ ਇਸ ਵੀਕ ਦੇ ਐਂਡ ਤੱਕ ਖਤਮ ਹੋ ਰਿਹਾ? ਤਰਨ ਹਾਂ, ਇਹ ਮੁੱਕ ਰਹੇ ਸੀਗੇ, ਪਰ ਇਸ ਦੇ ਵਿੱਚ ਜਿਹੜੀ ਸਾਡੀ ਇੰਟੀਰੀਅਰ ਸਰਕਾਰ ਹੈ ਇਹਨੇ ਇੱਕ ਵਾਰੀ ਫੇਰ ਬ੍ਰੇਕ ਕੀਤੀ ਹੈ। ਇਸ ਮਹੀਨੇ ਦੇ ਐਂਡ ਤੱਕ ਇਹਨਾਂ ਨੇ ਕਿਹਾ ਵੀ ਜਿਹੜੇ ਹੁਣ ਆਫ ਪੀਕ ਰੇਟ ਹੈਗਾ, ਅੰਟਾਰੀਓ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਤੁਹਾਨੂੰ ਅਸੀਂ ਆਫ ਪੀਕ ਰੇਟ ਕਰਾਵਾਂਗੇ। ਮਹੀਨੇ ਦੇ ਅਖੀਰ ਦੇ ਵਿੱਚ ਆ ਕੇ ਫੇਰ ਦੇਖਣਗੇ ਹਾਲਾਤ ਕਿਵੇਂ ਨੇ। ਹੁਣ ਤਾਂ ਸਰਕਾਰਾਂ ਇਹ ਟੈਸਟ ਕਰ ਰਹੀਆਂ ਨੇ ਕਿ ਕਿਤੇ ਸੈਕੰਡ ਵੇਵ ਤਾਂ ਨਹੀਂ ਆਉਂਦੀ। ਜੇ ਸੈਕੰਡ ਵੇਵ ਨਹੀਂ ਆਉਂਦੀ ਤਾਂ ਵੱਧ ਤੋਂ ਵੱਧ ਚੀਜ਼ਾਂ ਖੋਲ੍ਹੀਆਂ ਜਾਣਗੀਆਂ। ਕਾਟੇਜ ਕੰਟਰੀ ਵੀ ਖੁੱਲ੍ਹ ਰਹੀ ਹੈ। ਸਰਕਾਰਾਂ ਦਾ ਹੁਣ ਬਹੁਤ ਓਵਰਆਲ ਆਲ ਓਵਰ ਦਾ ਵਰਲਡ ਇਹ ਹੁਣ ਟ੍ਰੈਂਡ ਬਣਿਆ ਹੈ ਕਿ ਅਸਲ ਰੁਝਾਨ ਇਹ ਹੈ ਕਿ ਖੋਲ੍ਹਿਆ ਜਾਵੇ ਅੰਡਰ ਕੰਡੀਸ਼ਨਸ ਵੀ ਤੁਹਾਨੂੰ ਮਾਸਕ ਲਾਉਣਾ ਪਏਗਾ, ਗਲਵਜ਼ ਪਾਉਣੇ ਪੈਣਗੇ। ਅਜਿਹੀਆਂ ਗੱਲਾਂ ਹੋਣਗੀਆਂ ਤੇ ਇਹਦੇ ਨਾਲ ਮੇਰੇ ਖਿਆਲ ਦੁਬਾਰਾ ਇਕਨੋਮੀ ਸ਼ਾਇਦ ਰੀਸਟਾਰਟ ਹੋ ਜਾਵੇ। ਜੀ ਸਰ, ਇਕਨੋਮੀ ਰੀਸਟਾਰਟ ਦੀ ਗੱਲ ਕੀਤੀ ਹੈ ਤਾਂ ਐਡਮਿੰਟਨ ਦੇ ਵਿੱਚ ਵੀ ਕੁਝ ਸਟੋਰਸ ਖੋਲ੍ਹਣ ਦੀ ਗੱਲ ਆਖੀ ਗਈ ਸੀ ਕਿ ਕੁਝ ਜਿਹੜੇ ਐਸੈਂਸ਼ੀਅਲ ਸਟੋਰਸ ਨੇ ਖੋਲ੍ਹੇ ਜਾਣਗੇ, ਪਰ ਸੈਲੂਨ ਉੱਥੇ ਇੱਕ ਬੰਦ ਕੀਤਾ ਗਿਆ। ਉਹਦੇ ਬਾਰੇ ਕੋਈ ਅਪਡੇਸ਼ਨ ਹੈ ਤੁਹਾਡੇ ਕੋਲ? ਉੱਥੇ 2 ਬੰਦ ਹੋ ਗਏ ਜੀ। ਇੱਕ 30 ਤਾਰੀਖ ਨੂੰ ਬੰਦ ਹੋਇਆ ਸੀਗਾ, ਲੋਕੀ ਹਟਦੇ ਨਹੀਂ ਹੈ। ਉਹ ਸਲੂਨਸ ਆਰ ਨਾਟ ਅਲਾਉਡ ਟੂ ਆਪਰੇਟ, ਪਰ ਉਹ ਇੱਕ ਸਲੂਨ ਨੇ ਉੱਥੇ ਉਹਦਾ ਗਾਹਕ ਨੇ ਪਹਿਲਾਂ ਫੋਨ ਹੀ ਕੀਤਾ ਹੋਣਾ, ਉਹਨੇ ਕਿਹਾ ਚੱਲ ਕਰ ਦਿੰਦਾ। ਕੰਪਲੇਂਟ ਹੋ ਗਈ ਜੀ, ਇੱਕ ਸਲੂਨ ਬੰਦ ਕਰਨਾ 35 ਅਪ੍ਰੈਲ। ਇੱਕ ਸਲੂਨ ਕੱਲ ਬੰਦ ਕੀਤਾ ਜੀ, ਉਹਦੇ ਵਿੱਚ ਚਲਾ ਗਿਆ ਉਹ ਆਪਣਾ ਗਾਹਕ ਨੂੰ ਉਹਦੇ ਵਾਲ ਕੱਟ ਰਿਹਾ ਸੀਗਾ, ਤੇ ਜਦੋਂ ਇੰਸਪੈਕਟਰਸ ਗਏ, ਕੰਪਲੇਂਟ ਹੋ ਗਈ ਆ, ਲਾਈਟਾਂ ਚੱਲਦੀਆਂ ਨੇ ਦਿਸਦਾ, ਕੰਪਲੇਂਟ ਹੋਈ, ਇੰਸਪੈਕਟਰਸ ਗਏ ਤਾਂ ਉਹਨੇ ਅੰਦਰੋਂ ਲੋਕ ਲਾ ਲਿਆ। ਬਟ ਚਾਹੇ ਲੋਕ ਲਾ ਲਓ ਚਾਹੇ ਨਾ ਲਾ ਲਓ, ਉਹਦੀ ਕੰਪਲੇਂਟ ਹੋ ਗਈ ਹੈ, ਉਹਨੂੰ ਫਾਈਨ ਵੀ ਹੋਏਗਾ। ਮੇਰਾ ਖਿਆਲ ਹੈ ਜਿਹੜਾ ਕਾਨੂੰਨ ਹੈਗਾ ਨਾ ਉਹਨੂੰ ਮੰਨ ਲੈਣਾ ਚਾਹੀਦਾ, ਔਰ ਇਹ ਕੋਈ ਬਹੁਤੀ ਦੇਰ ਦੀ ਗੱਲ ਨਹੀਂ ਹੈ। ਹੋ ਸਕਦਾ ਹੋਰ 2 ਹਫ਼ਤੇ ਦੀ ਗੱਲ ਹੈ। ਜੇ ਵਾਲ ਐਡੀ ਕਿੱਡੀ ਲੋੜ ਪੈ ਗਈ ਸੀ ਕਿ ਬੰਦੇ ਨੂੰ ਵਾਲ ਕਟਾਉਣੇ ਵੀ ਪੈ ਗਿਆ, ਤਾਂ ਸਾਂਭਿਆ ਜਾ ਸਕਦਾ। ਬਹੁਤ ਲੋਕ ਸਾਂਭਦੇ ਨੇ ਪਿੱਛੇ, ਆਪਣੇ ਬਾਈਕਰਸ ਨੇ ਜਿਹੜੇ ਪਿੱਛੇ ਗੁੱਤ ਕਰ ਲੈਂਦੇ ਨੇ। ਉਦੋਂ ਬਿਨਾਂ ਹੋਰ ਬਹੁਤ ਲੋਕ ਨੇ ਜਿਹੜੇ ਪਿੱਛੇ ਗੁੱਤ ਕਰ ਲੈਂਦੇ, ਆਪਦੇ ਵਾਲਾਂ ਨੂੰ ਸਟ੍ਰੈਪ ਪਾ ਲੈਂਦੇ। ਫੈਸ਼ਨ ਆ ਇਹ, ਸਿਰ ਤੇ ਜੂੜਾ ਕਰਨ ਦਾ ਵੀ ਫੈਸ਼ਨ ਆ, ਕਈ ਮੁੰਡੇ ਕਰਦੇ ਆ ਜਿਹੜੇ ਇੱਥੋਂ ਦੇ ਹੈਗੇ ਆ, ਤਾਂ ਉਹਨੂੰ ਸਾਂਭਿਆ ਜਾ ਸਕਦਾ। ਐਸੀ ਕਿਹੜੀ ਮਾਰ ਪਈ ਵੀ ਤੁਹਾਨੂੰ ਜਾ ਕੇ ਵਾਲ ਪਾਉਣੇ ਪਏ। ਜੀ ਸਰ, ਇੱਕ ਵੈਨਕੂਵਰ ਤੋਂ ਨਿਊਜ਼ ਆ ਰਹੀ ਸੀ ਜਿੱਥੇ ਇਹ ਦੱਸਿਆ ਜਾ ਰਿਹਾ ਕਿ 3 ਮਿਲੀਅਨ ਦਾ ਜਿਹੜਾ ਉੱਥੇ ਨਸ਼ਾ ਬਰਾਮਦ ਕੀਤਾ ਗਿਆ। ਕਿ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਮਿਲੀ ਹੈ, ਕੋਈ ਅਪਡੇਟ ਮਿਲੀ ਹੈ? ਕਿਉਂਕਿ ਤਾਜ਼ਾ ਹੀ ਖਬਰ ਹੈ, ਸ਼ਾਇਦ ਸਾਹਮਣੇ ਆ ਰਹੀ ਹੈ। ਹਾਂਜੀ, ਇਹ ਮੈਨੂੰ ਵੈਨਕੂਵਰ ਵਾਲੀ ਦਾ ਨਹੀਂ ਪਤਾ, ਪਰ ਮੈਂ ਤੁਹਾਨੂੰ ਇਹਦੇ ਨਸ਼ੇ ਦੀ ਇੱਕ ਹੋਰ ਗੱਲ ਦੱਸ ਦਿੰਦਾ ਜੀ। ਕਿਉਂਕਿ ਵੈਨਕੂਵਰ ਦੇ ਵਿੱਚ ਜੋ ਮੈਨੂੰ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਹੀ ਹਾਂ ਕਿਉਂਕਿ ਵੈਨਕੂਵਰ ਦੀ ਇੱਕ ਮੇਰੇ ਕੋਲ ਇਸ ਵਕਤ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ, ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਵੈਨਕੂਵਰ ਦੇ ਵਿੱਚ ਪੁਲਿਸ ਨੇ ਲਗਭਗ 3 ਮਿਲੀਅਨ ਦੀ ਜਿਹੜੀ ਆ ਸਟਰੀਟ ਡਰੱਗ ਉਹ ਬਰਾਮਦ ਕੀਤੀ ਹੈ। ਇਹਦੇ ਨਾਲ ਹੀ 8 ਹੈਂਡਗਨਸ ਜਿਹੜੇ ਆ ਉਹ ਵੀ ਨਾਲ ਪੁਲਿਸ ਨੂੰ ਮਿਲੇ ਨੇ। ਜੀ ਸਰ, ਇਹਦੇ ਨਾਲ ਦੀ ਆਪਣੇ ਅੰਟਾਰੀਓ ਤੇ ਕੁਬੈਕ ਦੇ ਬਾਰਡਰ ਤੇ ਅਫੀਮ ਫੜੀ ਗਈ ਹੈ ਜੀ। ਉਹ ਵੀ ਤਕਰੀਬਨ $3 ਮਿਲੀਅਨ ਦੀ ਹੋਈ ਹੈ, ਤੇ ਉਹਦੇ ਚ ਮੈਨੂੰ ਸਮਝ ਨਹੀਂ ਆਉਂਦੀ ਅਫੀਮ ਵੀ ਲੋਕੀ ਪੈਕੇਜ ਉਹਦੇ ਫੋਟੋ ਆਈਆਂ ਨੇ ਤਰ੍ਹਾਂ ਪਲਾਸਟਿਕ ਦੇ ਪੈਕੇਜ ਬਣੇ ਹੋਏ ਨੇ, ਉਹਦੇ ਚ ਸਟੈਕ ਕੀਤੇ ਹੋਏ ਤੇ ਔਰ ਆਪਣੇ ਬੈਲਵਿਲ ਦੇ ਕੋਲ ਇਹ ਅਫੀਮ ਫੜੀ ਗਈ ਹੈ। ਜੀ ਬਿਲਕੁਲ। ਤੇ ਸਰ ਨਸ਼ਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਹਜੇ ਤੱਕ ਵੀ ਜਾਰੀ ਹੈਗਾ। ਤੇ ਥੋੜੀ ਅੱਗੇ ਗੱਲ ਕਰੀਏ ਤਾਂ ਸਰਕਾਰ ਤੋਂ ਮੰਗ ਕੀਤੀ ਹੈ, UK ਸਰਕਾਰ ਤੋਂ ਵਰਜਨ ਐਟਲਾਂਟਿਕ 에ਅਰਲਾਈਨਸ ਨੇ ਮੰਗ ਕੀ ਇਹ ਹੈਗੀ ਹੈ?
ਰਿਚਰਡ ਬ੍ਰੈਂਸਨ ਨੇ ਜੀ ਉਹਦੇ ਮਾਲਕ ਨੇ, ਔਰ ਉਹ ਬੜੇ ਰੰਗੀਨ ਤਬੀਅਤ ਦੇ ਆਦਮੀ ਨੇ ਜੀ। ਉਹ ਬੜੇ ਕਈ ਤਰ੍ਹਾਂ ਦੇ ਉਹਨਾਂ ਨੇ ਸਟੰਟ ਵੀ ਕੀਤੇ ਨੇ। ਉਹਨਾਂ ਨੇ ਕਿਹਾ ਜੀ ਮੇਰੀਆਂ ਤਕਰੀਬਨ 3150 ਜੌਬਸ ਉਹਨੇ ਖਤਮ ਕਰਤੀਆਂ ਨੇ ਜੀ। ਵਰਜਨ ਐਟਲਾਂਟਿਕ ਨੇ ਉਹਦੇ ਤਕਰੀਬਨ ਜਿਹੜੇ 747 ਸੀਗੇ ਉਹ 'ਚੋਂ ਉਹਨੇ 7 747 ਰਿਟਾਇਰ ਕਰ ਦਿੱਤੇ ਨੇ ਜੀ। ਵੱਡਿਆਂ ਦੇ ਵਿੱਚੋਂ ਜਾਣੀ 43 ਤੋਂ 36 ਰਹਿ ਗਏ ਨੇ। ਬਾਕੀ ਛੋਟੇ ਪਲੇਨਸ ਵੀ ਉਹ ਛੱਡ ਰਿਹਾ ਹੈ, ਔਰ ਉਹਨੂੰ ਸਰਕਾਰ ਤੋਂ ਉਹਨੇ ਮੰਗ ਕੀਤੀ ਹੈ ਕਿ ਮੇਰੀ ਹੈਲਪ ਕੀਤੀ ਜਾਵੇ। ਜਦੋਂ ਅਮੀਰ ਵੀ ਦੇਖ ਲਓ ਪੈਸੇ ਮੰਗ ਰਹੇ ਆ ਸਰਕਾਰਾਂ ਤੋਂ, ਗਰੀਬ ਨਾਲ ਵਿਚਾਰੇ ਨਹੀਂ ਮੰਗਣੇ। ਬਿਲਕੁਲ ਜੀ। ਤੇ ਸਰ ਇੱਕ US ਦੀ ਨਿਊਜ਼ ਸੀ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਬੀਫ ਦੀ ਕਮੀ ਆਈ ਹੈ, ਤੇ ਇਹਦੇ ਬਾਰੇ ਵਿੱਚ ਕੋਈ ਹੱਲ ਹੋਇਆ ਜਾਂ ਕੋਈ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿ ਨਹੀਂ ਜੀ? ਬੀਫ ਦੀ ਕਮੀ, ਸੌਰੀ ਟੂ ਇੰਟਰਪਟ ਯੂ, ਬੀਫ ਦੀ ਕਮੀ ਆ ਗਈ ਹੈ ਜੀ। US ਦੇ ਵਿੱਚ ਆਈ ਹੈ, ਈਵਨ ਕੈਨੇਡਾ ਦੇ ਵਿੱਚ ਵੀ ਆਈ ਹੈ, ਕਿਉਂਕਿ ਕੋਵਿਡ ਕਰਕੇ ਬਹੁਤੇ ਪਲਾਂਟਸ ਬੰਦ ਨੇ। ਵੈਸੇ ਇੱਕੋ ਜਗ੍ਹਾ ਤੇ ਜੇ COVID-19 ਦੇ ਕੇਸ ਕਿਸੇ ਪਲਾਂਟ ਦੇ ਵਿੱਚ ਹੋਈ ਹੈ ਤਾਂ ਦੈਟ ਇਜ਼ ਕੈਨੇਡਾ, ਨਾਟ ਇਨ US। ਇਟਸ ਸਾਊਥ ਆਫ ਕੈਲਗਰੀ, ਇੱਕ ਮੀਟ ਦਾ ਪਲਾਂਟ ਹੈ ਜੀ। ਉਹਦੇ ਵਿੱਚ ਬਹੁਤ ਜ਼ਿਆਦਾ ਕੇਸ ਹੋਏ ਨੇ। ਮੇਰੇ ਖਿਆਲ ਕੋਈ ਕਹਿ ਰਿਹਾ 1900 ਦੇ ਨੇੜੇ ਕੇਸ ਹੋਏ। ਉੱਥੇ ਮੌਤ ਇੱਕ ਹੋਈ ਹੈ। ਉੱਥੇ ਦੀਆਂ ਜਿਹੜੀ ਕੰਡੀਸ਼ਨਸ ਨੇ, ਉੱਥੋਂ ਜਿਹੜੇ ਵਰਕਰਸ ਨੇ ਉਹਨਾਂ ਨੇ ਕੰਪਲੇਂਟ ਕੀਤਾ ਕਿ ਜਿਹੜੀ ਸਾਡੀ ਇੱਥੋਂ ਦੀ ਮੈਨੇਜਮੈਂਟ ਹੈ, ਇਹ ਦੋਸ਼ ਲਾਇਆ ਉਹਨਾਂ ਨੇ ਕਿ ਮੈਨੇਜਮੈਂਟ ਸਾਨੂੰ ਮਜਬੂਰ ਕਰਦੀ ਹੈ ਕੰਮ ਕਰਨ ਵਾਸਤੇ, ਕਿਉਂਕਿ ਉੱਥੇ ਜੇ ਬਹੁਤੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਵਿetnamese ਨੇ, ਅੱਜ ਲੇਡੀ ਦੀ ਮੌਤ ਹੋਈ ਹੈ, ਸ਼ੀ ਇਜ਼ ਫਰੋਮ ਵਿetnam ਐਜ਼ ਵੈਲ, ਉਹਦੀ ਮੌਤ ਹੋਈ ਹੈ। ਅਤੇ ਉੱਥੇ ਲੋਕਾਂ ਨੇ ਕਿਹਾ ਵੀ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ, ਪਰ ਕਿਉਂਕਿ ਕਈਆਂ ਨੂੰ ਇਹ ਕਿਹਾ ਜਾਂਦਾ ਵੀ ਤੁਹਾਡਾ ਵਰਕ ਪਰਮਿਟ ਦੇ ਮੁਤਾਬਕ ਤੁਹਾਡੀ ਕੰਡੀਸ਼ਨ ਬਣਦੀ ਹੈ, ਉਹਨਾਂ ਤੋਂ ਜਬਰਨ ਕੰਮ ਕਰਵਾਇਆ ਜਾ ਰਿਹਾ, ਜਿਹਨੂੰ ਕਿ ਉਸਥੋਂ ਦੀ ਜਿਹੜੀ ਮੈਨੇਜਮੈਂਟ ਹੈ ਉਹਨੇ ਡਿਨਾਈ ਕੀਤਾ। ਪਰ ਜ਼ਰੂਰ ਦਾਲ ਵਿੱਚ ਕੁਛ ਖਾਲਾ ਤਾਂ ਹੈਗਾ। ਉੱਥੋਂ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸਿਸ ਹੋਏ ਨੇ। ਬੀਫ ਇਸੇ ਕਰਕੇ ਘਟ ਗਿਆ ਜੀ। ਤੇ ਜਿਹੜੀ ਵੈਂਡੀਜ਼ ਦਾ ਸਟੋਰ ਆ, ਵੈਂਡੀਜ਼ ਦੀ ਇੱਕ ਖਾਸੀਅਤ ਹੈ, ਵੈਂਡੀਜ਼ ਕਹਿੰਦੇ ਅਸੀਂ ਵੀ ਡੋਂਟ ਸੈਲ ਫਰੋਜ਼ਨ ਫੂਡ ਜੀ, ਕਿਉਂਕਿ ਉਹਨਾਂ ਦੇ ਫਰੈਸ਼ ਆਉਂਦੇ ਨੇ। ਉਹਨਾਂ ਦੇ ਹੈਮਬਰਗਰਸ ਇਸੇ ਕਰਕੇ ਜਦੋਂ ਤੁਸੀਂ ਜਾਣਦੇ ਹੋ ਹੈਮਬਰਗਰ ਆਰਡਰ ਕਰਦੇ ਹੋ ਤਾਂ ਬਹੁਤ ਥਾਵਾਂ ਤੇ ਵੈਂਡੀਜ਼ ਨੇ ਸਾਊਥ ਆਫ ਬੋਰਡਰ ਆਪਣੇ ਇਹ ਕਿਹਾ ਵੀ ਸਾਡੇ ਕੋਲੇ ਬੀਫ ਹੈ ਨਹੀਂਗਾ, ਇਸ ਕਰਕੇ ਬਹੁਤ ਵੱਡੀ ਕਮੀ ਆਈ ਜੀ। ਸਰ ਇੱਕ ਆਖਰੀ ਨਿਊਜ਼ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਅਸੀਂ ਪਹਿਲਾਂ ਕਹਿ ਰਹੇ ਸੀ ਕਿ ਭਾਰਤ ਦੇ ਵਿੱਚ ਧਰਮ ਦੇ ਨਾਮ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਧਰਮਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਸੀ, ਤੇ ਬਰੈਂਪਟਨ ਦੇ ਵਿੱਚ ਵੀ ਕੋਈ ਅਜਿਹਾ ਹੀ ਮਾਮਲਾ ਹੁਣ ਦੇਖਣ ਨੂੰ ਮਿਲ ਰਿਹਾ ਕਿ ਹੁਣ ਧਰਮ ਦੇ ਨਾਮ ਤੇ ਇੱਥੇ ਸਿਆਸਤ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਹਰ ਜਗ੍ਹਾ ਤੇ ਹੁੰਦੀ ਹੈ ਜੀ ਧਰਮ ਦੇ ਨਾਮ ਤੇ, ਇਕੱਲਾ ਇੰਡੀਆ ਨਹੀਂ ਹੈ। ਮੈਨੂੰ ਉਸ ਸ਼ਖਸ ਦਾ ਨਾਮ ਜ਼ਰੂਰ ਭੁੱਲ ਗਿਆ, ਜੇ ਤੁਸੀਂ ਮੈਨੂੰ ਨਾਮ ਦੱਸ ਸਕੋ। ਉਹਨਾਂ ਨੇ ਭਾਈ ਸਾਹਿਬ ਨੇ ਕੁਛ ਜਿਹੜੀ ਸਾਡੀ ਇੱਥੋਂ ਦੀ ਬਰੈਂਪਟਨ ਦੀ ਕਾਉਂਸਲ ਹੈ ਉਹਨੇ ਇਹ ਅਲਾਉ ਕੀਤਾ ਵਿਦਨ ਸਰਟਨ ਲਿਮਿਟਸ, ਵਿਦਨ ਸਰਟਨ ਡੈਸੀਬਲਸ। ਆਵਾਜ਼ ਨੂੰ ਡੈਸੀਬਲਸ 'ਚ ਗਿਣਿਆ ਜਾਂਦਾ। ਸਰਟਨ ਡੈਸੀਬਲਸ ਦੇ ਵਿੱਚ ਅੱਜ ਕੱਲ੍ਹ ਕਿਉਂਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਸ਼ਾਮ ਦੀ ਅਜ਼ਾਨ ਅਲਾਉ ਕੀਤੀ ਹੈ ਸਾਡੀ ਬਰੈਂਪਟਨ ਸਿਟੀ ਕਾਉਂਸਲ ਨੇ। ਬਰੈਂਪਟਨ ਦੇ ਵਿੱਚ ਇਹ ਜਿਹੜੀ ਸਾਡੀਆਂ ਮਸਜਿਦਾਂ ਨੇ ਉੱਥੋਂ ਇਹ ਕੀਤੀ ਜਾ ਸਕਦੀ ਹੈ। ਜਦੋਂ ਇਸ ਬੰਦੇ ਨੇ ਸੁਣਿਆ ਇਹ ਕਿਸੇ ਰੀਮੈਕਸ ਤੇ ਕਿਸੇ ਕੰਪਨੀ ਦੇ ਨਾਲ ਕੰਮ ਕਰਦੇ ਨੇ ਜੀ, ਇਹ ਭਾਈ ਸਾਹਿਬ ਨੇ ਉਹਦਾ ਕੁਝ ਰਿਐਕਸ਼ਨ ਐਸਾ ਕਿਹਾ ਸੀ ਕਿ ਇਹਦਾ ਮਤਲਬ ਸੜਕਾਂ ਦੇ ਉੱਤੇ ਹੁਣ ਤਾਂ ਬੱਕਰੀਆਂ ਤੇ ਊਠ ਤੁਰੇ ਫਿਰਨਗੇ, ਵਿਚ ਇਜ਼ ਵੈਰੀ ਡਿਗਰੇਡਿੰਗ, ਟਾਰਗੇਟਿੰਗ ਵਨ ਕਮਿਊਨਿਟੀ ਓਨਲੀ, ਜਿਹਦਾ ਕਿ ਲੋਕ ਉਹਦੇ ਉੱਤੇ ਬਹੁਤ ਵੱਡਾ ਇਤਰਾਜ਼ ਹੋਇਆ। ਉਹ ਕਿਸੇ ਸਕੂਲ ਟਰਸਟੀ ਜੀ, ਮਿਸਟਰ ਰਵੀ ਹੁੱਡਾ ਸੀ ਉਹ। ਹਾਂਜੀ, ਰਵੀ ਹੁੱਡਾ ਸਾਹਿਬ, ਥੈਂਕ ਯੂ ਵੈਰੀ ਮੱਚ। ਉਹਨਾਂ ਦੀ ਜਿਹੜੀ ਸਕੂਲ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਸੀ ਉਹਦੇ ਵਿੱਚੋਂ ਵੀ ਉਹਨੂੰ ਲਾ ਦਿੱਤਾ ਗਿਆ। ਜਿਹੜੀ ਰੀਮੈਕਸ ਦੇ ਵਿੱਚ ਕੰਮ ਕਰਦੇ ਸੀ ਉੱਥੋਂ ਵੀ ਉਹਨਾਂ ਨੂੰ ਕੱਢ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਕੁਛ ਦੇਰ ਬਾਅਦ ਮਾਫੀ ਮੰਗ ਲਈ ਸੀ। ਚਾਹੇ ਮਾਫੀ ਮੰਗ ਲਈ ਜਾਂ ਨਹੀਂ ਮੰਗ ਲਈ, ਇਹ ਜ਼ਬਾਨੋਂ ਨਿਕਲੇ ਸ਼ਬਦ ਤੇ ਕਮਾਨੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦੇ। ਇਹ ਉਹਨਾਂ ਵਾਸਤੇ ਉਹਨਾਂ ਨੂੰ ਬਹੁਤ ਮਹਿੰਗਾ ਪਿਆ। ਇਹ ਇੱਕ ਬਦਨਾਮੀ ਵੱਖਰੀ ਹੋਈ ਆ। ਇਹ ਨਹੀਂ ਪਤਾ ਸ਼ਾਇਦ ਉਹਨਾਂ ਦੇ ਕਿਸੇ ਹੋਰ ਪਾਸੇ ਚੰਗਿਆਈ ਵੀ ਹੋਈ ਹੋਵੇ, ਹੂ ਨੋਜ਼ ਅਬਾਊਟ ਦੈਟ। ਪਰ ਉਹਨਾਂ ਨੇ ਆਪਦੀ ਜਿਹੜੀ ਗੱਲ ਕਹੀ ਸੀ, ਇਸ ਗੱਲ ਤੋਂ ਉਹਨਾਂ ਨੇ ਆਪਦੇ ਸ਼ਬਦ ਵਾਪਸ ਲੈ ਲਏ। ਜੀ ਬਿਲਕੁਲ, ਨਾ ਉਹਨਾਂ ਸਿਰਫ ਬੋਰਡ ਵੱਲੋਂ ਮੁਅੱਤਲ ਕਰ ਦਿੱਤਾ ਗਿਆ, ਬਲਕਿ ਉਹਨਾਂ ਦੀ ਜਿਹੜੀ ਕੰਪਨੀ ਸੀ ਰੀਮੈਕਸ, ਉਹਨਾਂ ਵੱਲੋਂ ਵੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਸਰ ਇੱਕ ਮਿਸਟਰ ਸਿੱਧੂ ਨੇ ਜੋ ਸਾਨੂੰ ਫੇਸਬੁੱਕ ਤੇ ਕਮੈਂਟ ਕਰ ਰਹੇ ਨੇ, ਤੁਹਾਡੇ ਲਈ ਇੱਕ ਪ੍ਰਸ਼ਨ ਹੈ ਕਿ ਸਟੂਡੈਂਟਸ ਪਲਾਨ ਸਟਾਰਟ ਹੋ ਚੁੱਕਿਆ ਹੈ ਜਾਂ ਨਹੀਂ ਹੈ ਜੀ? ਇਟਸ ਅ ਗੁੱਡ ਕੁਐਸਚਨ। ਮੇਰੇ ਖਿਆਲ ਇਹ ਸ਼ੁਰੂ ਹੋ ਚੁੱਕਿਆ ਜੀ ਬਿਲਕੁਲ। ਇਹਦੀ ਹਾਂਜੀ ਪਾਰਲੀਮੈਂਟ ਦੇ ਵਿੱਚ ਇਹ ਪਾਸ ਹੋ ਗਿਆ ਹੈਗਾ, ਜਿਹੜਾ ਸਟੂਡੈਂਟ ਪਲਾਨ ਹੈ ਜੀ ਮਿਲਣ ਲੱਗ ਪਿਆ। ਜੀ ਬਿਲਕੁਲ। ਤੇ ਸਰ ਹੁਣ ਜਾਣ ਤੋਂ ਪਹਿਲਾਂ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਗਿਆ, ਪਰ ਜਿਹੜੇ ਰੋਚਕ ਤੱਥ ਤੁਸੀਂ ਦੱਸਦੇ ਹੁੰਦੇ ਹੋ, ਅੱਜ ਤੱਕ ਕੀ ਰੋਚਕ ਤੱਥ ਹੈ?
ਤਰਨ ਅੱਜ ਕੱਲ ਆਪਾਂ ਕੋਡ ਵਰਤਦੇ ਆ, ਵੋਰਡਵਾਰਾਂ ਦੇ ਵਿੱਚ ਕੋਡ ਚੱਲਦੇ ਨੇ, ਜਿਹੜੀਆਂ ਸਰਕਾਰਾਂ ਨੇ ਆਪਦਾ ਮਿਲਟਰੀ ਕੋਡਸ ਵਰਤਦੀਆਂ ਨੇ, ਬਹੁਤ ਕੁਝ ਕਰਦੀਆਂ ਨੇ ਵੀ ਕਿਸੇ ਹੋਰ ਕੋਲੇ ਖਬਰ ਨਾ ਜਾਵੇ। ਪੁਰਾਣੇ ਜ਼ਮਾਨੇ ਵਿੱਚ ਵੀ ਕੋਡ ਵਰਤੇ ਜਾਂਦੇ ਸੀ ਤੇ ਅੱਜ ਕੱਲ ਇਹ ਕੋਡ ਹਜੇ ਵੀ ਵਰਤਿਆ ਜਾ ਰਿਹਾ। ਇਹ ਵਰਤਿਆ ਕਿੱਥੇ ਜਾ ਰਿਹਾ? ਜਿੱਥੇ ਪਸ਼ੂਆਂ ਦਾ ਸੌਦਾ ਹੁੰਦਾ, ਅੱਗੇ ਜਿਹੜਾ ਵੇਚਣ ਵਾਲਾ ਵੀ ਹੈ ਤੇ ਖਰੀਦਣ ਵਾਲਾ ਵੀ ਮੋਸਟਲੀ ਉਹ ਅਨਪੜ੍ਹ ਹੁੰਦੇ ਸੀਗੇ, ਅਨਪੜ੍ਹਤਾ ਹੁੰਦੀ ਸੀ ਤੇ ਸੌਦਾ ਕੌਣ ਕਰਦਾ ਸੀ? ਦਲਾਲ ਕਰਦਾ ਸੀ। ਇੱਕ ਦਲਾਲ ਦੂਜੇ ਪਾਸੇ ਹੁੰਦਾ ਸੀ, ਵੇਚਣ ਵਾਲੇ ਪਾਸੇ, ਇੱਕ ਖਰੀਦਣ ਵਾਲੇ ਪਾਸੇ, ਤੇ ਉਹਨਾਂ ਨੇ ਫਿਰ ਗੱਲਬਾਤ ਕਰਨੀ। ਉਹ ਗੱਲਬਾਤ ਕਿਵੇਂ ਕਰਨਗੇ? ਸਾਹਮਣੇ ਨਹੀਂ ਸੀ ਕਰਦੇ ਉਹ ਜੀ। ਦੋਨੇ ਬੰਦੇ ਵੀ ਖੜੇ ਜਿਹਨੇ ਪਸ਼ੂ ਖਰੀਦਣਾ ਤੇ ਵੇਚਣਾ, ਪਰ ਉਹਦੇ ਸਾਹਮਣੇ ਉਹ ਗੱਲ ਨਹੀਂ ਸੀ ਕਰਦੇ। ਗੱਲ ਪਤਾ ਕਿਵੇਂ ਕਰਦੇ ਸੀ? ਉਹ ਇੱਕ ਦੇ ਹੱਥ ਦੇ ਉੱਤੇ ਰੁਮਾਲ ਨਾਲ ਹੱਥ ਨੂੰ ਢੱਕ ਲੈਂਦੇ ਸੀ, ਦੂਜਾ ਬੰਦਾ ਆਪਦਾ ਹੱਥ ਉਸ ਰੁਮਾਲ ਦੇ ਥੱਲੇ ਕਰ ਦਿੰਦਾ ਸੀ ਦਲਾਲ, ਤੇ ਉਹਦੇ ਵਿੱਚ ਕੋਡ ਵਰਤਿਆ ਜਾਂਦਾ ਸੀਗਾ ਵੀ ਜੇ ਦੋਨੇ ਹੱਥ ਪਾਏ ਹੋਏ ਆ ਤਾਂ ਉਹਦਾ ਮਤਲਬ 1000 ਰੁਪਈਆ। ਜਿੰਨੀ ਵਾਰੀ ਹੱਥ ਨੂੰ ਘੁੱਟਿਆ ਜਾਏਗਾ ਉਹਨੇ 1000 ਹੋ ਗਿਆ। ਜਿੰਨੀ ਵਾਰੀ ਇੱਕ ਉਂਗਲ ਨੂੰ ਹੱਥ ਲਾਇਆ ਜਾਵੇਗਾ ਉਹ 100 ਰੁਪਏ ਦੀ ਹੈ। ਜਿੰਨੀ ਵਾਰੀ ਪੋਟੇ ਨੂੰ ਹੱਥ ਲਾਇਆ ਜਾਵੇਗਾ, ਪੋਟੇ ਨੂੰ ਕਿਹਾ ਜਾ, ਉਹ 10 ਰੁਪਏ ਆ। ਇਸ ਤਰ੍ਹਾਂ ਉਹ ਆਪਸ ਵਿੱਚ ਉਹ ਸੌਦਾ ਕਰਦੇ ਹੁੰਦੇ ਸੀਗੇ। ਇਸ ਨੂੰ ਉਂਗਲ ਸੌਦਾ ਕਿਹਾ ਜਾਂਦਾ ਸੀ ਜਾਂ ਇਹਨੂੰ ਚੋਰ ਸੌਦਾ ਵੀ ਕਿਹਾ ਜਾਂਦਾ। ਅੱਜ ਇੰਨਾ ਹੀ ਕਾਫੀ। ਬਿਲਕੁਲ ਜੀ ਸਰ, ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਵਿੱਚ ਬਣੇ ਹੋ ਤੇ ਅੱਜ ਕਾਫੀ ਦਿਲਚਸਪ ਮੁੱਦੇ ਉੱਤੇ ਗੱਲਬਾਤ ਵੀ ਹੋਈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਬਿਲਕੁਲ। ਤੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਹਰ ਰੋਜ਼ 6 ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਕੁਝ ਦਰਸ਼ਕ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਬਣੇ ਹੋਏ ਨੇ ਉਹਨਾਂ ਦਾ ਧੰਨਵਾਦ ਜ਼ਰੂਰ ਕਰਨਾ ਚਾਹਾਂਗੇ। ਹਰਚੰਦ ਭੁੱਲਰ ਜੀ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇਖਦੇ ਨੇ, ਅਮਰਜੀਤ ਸਿੰਘ, ਮਨਦੀਪ ਪੁਨੀਆ, ਬਲਵਿੰਦਰ ਸਿੰਘ, ਰਿੰਪੀ ਦਿਓਲ, ਰਾਜ ਪੱਲਾ, ਧਰਮਿੰਦਰ ਦਿਓਲ, ਅਮਰਜੀਤ ਸਿੰਘ, ਕੁਲਜਿੰਦਰ ਜੌਹਲ, ਮੰਗਟ ਜੌਹਲ, ਅਮਰਜੀਤ ਸਿੰਘ, ਜਗਦੀਪ ਸਿੰਘ ਤੇ ਰੁਪਿੰਦਰ ਬਾਜਵਾ ਜੀ। ਬਾਜਵਾ ਜੀ ਕਹਿ ਰਹੇ ਸਨ ਕਿ ਸਰਕਾਰਾਂ ਨੇ ਹੁਣ ਸ਼ਰਾਬ ਦੀ ਵਿਕਰੀ ਸ਼ੁਰੂ ਕਰਕੇ ਲੋਕਾਂ ਦਾ ਕਰੋਨਾ ਵਾਇਰਸ ਤੋਂ ਧਿਆਨ ਹਟਾ ਦਿੱਤਾ, ਬਟ ਦੱਸ ਦਈਏ ਕਿ ਅੱਜ ਸ਼ਰਾਬ ਦੇ ਨਾਲ ਰੈਲੀਵੈਂਟ ਹੀ, ਕਰੋਨਾ ਵਾਇਰਸ ਦੇ ਨਾਲ ਰੈਲੀਵੈਂਟ ਹੀ ਮੁੱਦੇ ਉੱਤੇ ਗੱਲਬਾਤ ਹੋਈ ਸੀ। ਉਮੀਦ ਕਰਦੇ ਹਾਂ ਤੁਸੀਂ ਪੂਰਾ ਪ੍ਰੋਗਰਾਮ ਜ਼ਰੂਰ ਦੇਖਿਆ ਹੋਏਗਾ। ਮਿਸਟਰ ਸਿੱਧੂ, ਸ਼ਾਇਦ ਤੁਹਾਡੇ ਕੁਐਸਚਨ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਣਾ ਹੈ ਤੇ ਥੈਂਕ ਯੂ ਸੋ ਮਚ ਪ੍ਰੋਗਰਾਮ ਦੇਖਣ ਲਈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ 3 ਵਜੇ ਹਾਜ਼ਰ ਹੋਵਾਂਗੇ ਸਿਹਤ ਸੰਬੰਧੀ ਕੁਝ ਖਾਸ ਨੁਸਖੇ ਲੈ ਕੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।